myself, Dr. Madanjeet Kaur Sahota, retired principal, presently working in juvenile justice system Chandigarh. ਅਸੀਂ ਜਿੱਥੇ ਤੁਹਾਡਾ ਸਵਾਗਤ ਕਰਦੇ ਹਾਂ, ਮੈਂ ਇਹ ਮਹਿਸੂਸ ਕਰਦੀ ਹਾਂ ਕਿ ਤੁਹਾਡੇ ਜਿਹੜੇ ਅਲਫਾਜ਼ ਨੇ ਉਹਦੇ ਵਿੱਚ ਸੱਚ ਦੀ ਝਲਕ ਮਾਰਦੀ ਹੈ। ਜਿਹੜੇ ਤੁਹਾਡੇ ਗੱਲਬਾਤ ਵਿੱਚ ਇਮਾਨਦਾਰੀ ਵੀ ਸਮਝ ਆਉਂਦੀ ਹੈ, ਲੇਕਿਨ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਤੁਸੀਂ ਕਹਿੰਦੇ ਕਿ ਮੇਰੇ ਕੋਲ ਵਿਜ਼ਨ ਵੀ ਹੈਗਾ ਤੇ ਰੋਡ ਮੈਪ ਵੀ ਹੈਗਾ। ਮੈਂ ਅੱਜ ਇਸ ਮੰਚ ਤੇ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਉਸ ਵਿਜ਼ਨ ਦੇ ਵਿੱਚੋਂ ਕੀ ਕੋਈ ਪੂਣੀ ਕੱਤੀ ਆ ਉਸ ਵਿੱਚੋਂ ਕਿ ਅਜੇ ਪੂਣੀ ਚੱਕਣੀ ਵੀ ਬਾਕੀ ਹੈ? ਕਿਉਂਕਿ ਅੱਜ ਦੇ ਦੌਰ ਵਿੱਚ 50 ਸਾਲ ਦਾ ਵੀ ਮਾਈਗ੍ਰੇਟ ਕਰ ਰਿਹਾ ਤੇ 20 ਸਾਲ ਦਾ ਬੱਚਾ ਵੀ ਮਾਈਗ੍ਰੇਟ ਕਰ ਰਿਹਾ, ਕਿਉਂਕਿ ਭਰੋਸੇ ਦੀ ਬਿਲਕੁਲ ਖਤਮ ਹੋ ਚੁੱਕੀ ਹੈ। ਸੋ ਕਿਵੇਂ ਤੁਸੀਂ ਇਸ ਡੈਟ ਰਿਟਰਨ ਸਟੇਟ ਨੂੰ ਇਸ ਵਿੱਚੋਂ ਨਿਜ਼ਾਮ ਚੋਂ ਕੱਢੋਗੇ? ਕਿਉਂਕਿ ਵਾਅਦਿਆਂ ਦੇ ਤਾਂ ਸੁਣਦੇ ਸਾਡੇ ਵਾਲ ਵੀ ਚਿੱਟੇ ਹੋ ਗਏ, ਇਰਾਦੇ ਕਿਤੇ ਨਜ਼ਰ ਨਹੀਂ ਆਉਂਦੇ। ਸੋ ਇਸ ਵੇਲੇ ਜਨਤਾ ਵਿੱਚ ਜਨ ਅੰਦੋਲਨ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਇਨਕਲਾਬ ਸਾਡੇ ਵਿੱਚ ਜਿਉਂਦਾ ਹੈਗਾ। ਜਿਹੜੇ ਬਾਰਡਰਾਂ ਤੇ ਬੈਠੇ ਹੋ ਚੰਡੀਗੜ੍ਹ ਵੀ ਆ ਸਕਦੇ ਨੇ। ਸੋ ਮੇਰੀ ਬੇਨਤੀ ਹੈ ਕਿ ਜ਼ਰੂਰ ਤੁਸੀਂ ਜਿਸ ਤਰ੍ਹਾਂ ਬਹੁਤ ਹੀ ਇਮਾਨਦਾਰ ਭਾਵਨਾ ਤੁਹਾਡੇ ਵਿੱਚੋਂ, ਬਿਲਕੁਲ ਸਾਨੂੰ ਸ਼ੱਕ ਕੋਈ ਨਹੀਂ, ਲੇਕਿਨ ਤੁਸੀਂ ਇਹ ਕਿਵੇਂ ਕਰੋਗੇ ਕਿ ਇਸ ਵਿੱਚੋਂ ਨੰਬਰ 1 ਸਟੇਟ ਨੂੰ 14ਵੇਂ ਨੰਬਰ ਤੇ ਆ ਗਈ, ਤੇ ਇਹਦਾ ਕਿਵੇਂ ਆਪਾਂ ਯਕੀਨ ਕਰ ਸਕਦੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਵੀ ਵਾਅਦੇ ਕਰ ਕਰਕੇ ਜਿੱਥੇ ਜ਼ੀਰੋ ਤੇ ਲੈ ਆਂਦਾ, ਕੀ ਤੁਹਾਡੇ ਪਾਸ ਐਸਾ ਕੋਈ ਆਲਾ ਹੈ? ਨਹੀਂ ਤਾਂ ਕੀ ਕਹਿੰਦੇ ਨੇ, ਉਜੜੀਆਂ ਬਾਗਾਂ ਦੇ ਗਾਲੜ ਪਟਵਾਰੀ ਵਾਲੀ ਗੱਲ ਨਾ ਹੋ ਜਾਵੇ। ਬਹੁਤ ਮਿਹਰਬਾਨੀ। मैडम ਤੁਹਾਡਾ ਬੜਾ ਵਾਜਬ ਸਵਾਲ ਹੈ, ਕਿਉਂਕਿ ਹਰ ਬੰਦਾ ਪੰਜਾਬ ਦੇ ਵਿੱਚ ਚਿੰਤਿਤ ਵੀ ਹੈ ਤੇ ਚਿੰਤਨ ਵੀ ਕਰਦਾ ਹੈ, ਬੁੱਧੀਜੀਵੀ ਚਿੰਤਨ ਕਰਦਾ ਹੈ, ਤੇ ਜਿਹੜਾ ਆਮ ਗਰੀਬ ਹੈ ਉਹ ਚਿੰਤਾ 'ਚ ਔਰ ਉੱਚਤਾ ਸਮਾਨ। ਉਹ ਕੀ ਸਵਾਲ ਕਰਦਾ ਹੈ ਵੀ ਸਾਨੂੰ ਇਸ ਕਿਚੜ ਚੋਂ ਕੌਣ ਕੱਢੂ? ਇਹ ਪਹਿਲਾ ਸਵਾਲ ਹਰ ਬੰਦੇ ਦੇ ਅੰਦਰ, ਉਹਦੇ ਜ਼ਿਹਨ 'ਚ ਹੈ। ਦੂਜਾ, ਕਿਵੇਂ ਕੱਢੂ? ਸਭ ਤੋਂ ਅਹਿਮ ਸਵਾਲ ਹੈ ਕਿਵੇਂ ਕੱਢੂ। ਕਿਉਂਕਿ ਜਦੋਂ ਇਲੈਕਸ਼ਨ ਆਉਂਦਾ ਨਾ ਜੀ, ਉਦੋਂ ਝੂਠ ਵੇਚਦੇ ਸਾਰੇ, ਫਰੇਬ ਵੇਚਦੇ। ਸੁਪਨੇ ਵੀ ਉਹ ਨੇ ਜਿਹੜੇ ਕਦੇ ਪੂਰੇ ਹੋਣ ਵਾਲੇ ਨਹੀਂ, ਕਿਉਂਕਿ ਉਹਨਾਂ ਦੇ ਸਾਧਨ ਹੀ ਕੋਈ ਨਹੀਂ ਦੱਸਦਾ। ਸੱਚ ਤੇ ਕੱਪੜੇ ਪੈਂਦੇ। ਮੈਂ 2 ਸਰਕਾਰਾਂ ਅਕਾਲੀ ਦਲ ਦੀਆਂ, ਫਿਰ ਕਾਂਗਰਸ ਬਣਾਈ, ਲੇਕਿਨ ਜਦੋਂ ਮੈਂ ਆਇਆ ਕਾਂਗਰਸ ਤੋਂ, ਉਦੋਂ ਪਹਿਲਾਂ 5000 ਵਾਅਦਾ ਹੋ ਚੁੱਕਿਆ ਸੀ ਤੇ ਮੈਂ 16 ਦਿਨ ਪਹਿਲਾਂ, ਉਦੋਂ ਵੀ ਮੈਂ ਏਜੰਡਾ ਲੈ ਕੇ। ਇੱਕ ਗੱਲ ਸਮਝ ਲਓ ਮੈਡਮ, ਕਿ ਆਇਨਾ ਦਿਖਾਉਣਾ, ਸ਼ੀਸ਼ਾ ਦਿਖਾਉਣਾ ਇਹ ਬੜਾ ਔਖਾ ਹੈ, ਤੇ ਸਵਾਂਗ ਰਚਾ ਕੇ ਮਾਇਆ ਜਾਲ ਫੈਲਾ ਕੇ ਲੋਕਾਂ ਨੂੰ ਭਰਮਾਉਣਾ ਬੜਾ ਸੌਖਾ ਹੈ। ਕੋਈ ਗਾਲਾਂ ਕੱਢ ਰਿਹਾ ਇੱਕ ਦੂਜੇ ਨੂੰ, ਕੋਈ ਕਹਿ ਰਿਹਾ ਤੂੰ ਐ ਤੂੰ ਔਂ ਹੈ। ਇਹਦੇ ਨਾਲ ਪੰਜਾਬ ਕਿੱਦਾਂ ਅੱਗੇ ਆਉ? ਇਸ ਗੱਲ ਨੂੰ ਸਮਝੋ। ਪਹਿਲਾਂ ਅਖਬਾਰਾਂ ਦੀਆਂ ਹੈਡਲਾਈਨਾਂ ਵੀ ਉਹ ਜਿਹੀਆਂ ਹੋ ਗਈਆਂ, ਕਿਉਂਕਿ ਕੋਰ ਦੇ ਉੱਤੇ TRP ਨਹੀਂ ਬਣਦੀ, ਤੇ ਜੇ TRP ਬਣਾਉਣੀ ਹੈ ਤੇ ਫਿਰ ਪੰਜਾਬ ਨਹੀਂ ਸੰਵਰਨਾ। ਮੈਂ ਇਸ ਇਲੈਕਸ਼ਨ ਤੋਂ 2 ਸਾਲ ਪਹਿਲਾਂ ਦਾ ਕਹਿਣਾ, ਔਰ ਮੈਂ ਪਹਿਲੀ ਕੈਬਨਿਟ ਦਾ ਲੜਦਾ, ਮੈਂ ਇਹ ਕਹਿਣਾ ਕਿ ਜੇ ਤੇ ਤੁਸੀਂ ਐਤਕੀ ਸੱਤਾ ਹਾਸਲ ਕਰਨੀ, ਝੂਠ ਬੋਲ ਕੇ, ਮਾਇਆ ਜਾਲ ਬਣਾ ਕੇ, ਲੁਭਾਵਨੇ ਸੁਪਨੇ ਦਿਖਾ ਕੇ, ਤੇ ਸਿੱਧੂ ਨਾਲ ਨਹੀਂ ਹੈ। ਤੇ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਵਾਸਤੇ ਸਰਕਾਰ ਬਣਾਉਣੀ ਹੈ, ਇੱਕ ਵੈਲਫੇਅਰ ਸਟੇਟ ਨੂੰ ਰਚਣ ਦੇ ਲਈ, ਤੇ ਸਿੱਧੂ ਦੀ ਜਾਨ ਲੈ ਲਓ, ਨੀਹਾਂ ਦੇ ਵਿੱਚ ਚਿਣ ਦਿਓ, ਸਿੱਧੂ ਹਮੇਸ਼ਾ ਹੀ ਹੈ। ਇਹ ਬੜੀ ਵੱਡੀ ਗੱਲ, ਇਹ ਬੜੀ ਵੱਡੀ ਗੱਲ ਹੈ। ਇਹ ਭਗਤ ਸਿੰਘ ਕਹਿੰਦਾ ਹੁੰਦਾ ਨਾ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ। ਕੋਈ ਆਸਾਨ ਨਹੀਂ ਕੀਤਾ। ਮੇਰੀ 40-50 ਕਰੋੜ ਦੀ ਇਨਕਮ ਸੀ, ਅੱਜ ਛੱਡ ਕੇ ਇੱਥੇ ਬੈਠਾ, ਮੈਨੂੰ ਇੱਥੇ ਜ਼ਿਆਦਾ ਆਨੰਦ ਆਉਂਦਾ। ਆਸਾਨ ਨਹੀਂ ਕਰ ਰਿਹਾ ਮੈਂ, ਮੈਨੂੰ ਪਤਾ ਹੈ ਕਿ ਇਹ ਸਭ ਤੋਂ ਵੱਡਾ ਚੈਲੰਜ ਹੈ। ਮੈਂ ਜਾਣਦਾ ਕਿ ਇਹਦੇ ਨਾਲ ਮੇਰੀਆਂ 21 ਪੁਸ਼ਤਾਂ ਧਰਨੀਆਂ। ਮੈਂ ਜਾਣਦਾ ਕਿ ਇਸ ਪੰਜਾਬ ਦੇ ਕਲਿਆਣ ਦੇ ਵਿੱਚ ਮੇਰਾ ਕਲਿਆਣ ਨਿਹਿਤ ਹੈ, ਔਰ ਇਹ ਮੈਨੂੰ ਆਪਣੇ ਅੰਦਰ ਉਤਰ ਕੇ ਅਹਿਸਾਸ ਹੋਇਆ।
ਹੁਣ ਮੈਂ ਤੁਹਾਡੀ ਗੱਲ ਦਾ ਅਸਲੀ ਜਵਾਬ ਦਿੰਦਾ। ਅਸਲੀ ਜਵਾਬ ਇਹ ਹੈ ਮੈਡਮ, ਕਿ ਪੰਜਾਬ ਨਾ ਤੇ ਗੱਲਾਂ ਨਾਲ ਉੱਤੇ ਆਉਣ, ਨਾ ਸ਼ਗੂਫਿਆਂ ਨਾਲ, ਨਾ ਸ਼ੁਰਲੀਆਂ ਨਾਲ, ਤੇ ਨਾ ਸਕੀਮਾਂ ਨਾਲ। ਦੇਖੋ ਇਹ ਜਿਹੜੀਆਂ ਸ਼ਾਰਟ ਟਰਮ ਚੀਜ਼ਾਂ ਨੇ ਨਾ, ਇਹ ਸਕੀਮਾਂ ਜੁਗਾੜ। ਮਤਲਬ 1200 ਕਰੋੜ ਲੈ ਲਓ, ਉਹ ਚੋਂ 1000 ਕਰੋੜ ਤਾਂ ਗਿਆ ਸੂਦਾਂ ਦਾ, ਜਿਹੜਾ 200 ਬਚਦਾ ਉਹਦੇ ਆ ਲੈ ਇਹ 2 ਮਹੀਨੇ ਚੱਲ ਜੂ। ਪਰ ਮੈਂ ਸਰਕਾਰ ਨੂੰ 2022 ਤੋਂ ਬਾਅਦ ਦੇਖਦਾ ਮੈਡਮ, ਮੈਂ 2022 ਮਾਰਚ ਤੋਂ ਬਾਅਦ ਦੇਖਦਾ। ਵੀ ਆਰ ਮੈਨੇਜਰਸ ਆਫ ਪਬਲਿਕ ਫੰਡਸ। ਇਸ ਗੱਲ ਨੂੰ ਸਮਝੋ, ਕੋਈ ਵੀ ਪੋਲੀਟੀਸ਼ੀਅਨ ਹੀ ਇਜ਼ ਅ ਮੈਨੇਜਰ ਆਫ ਪਬਲਿਕ ਫੰਡਸ। ਔਰ ਉਹ ਪਬਲਿਕ ਫੰਡ ਕਿੱਥੋਂ ਆਣਾ, ਉਹ ਪੈਸਾ ਕਿਤੋਂ ਆਣਾ ਤੇ ਕਿਤੇ ਲੱਗਣਾ। ਜਾਂ ਤੇ ਉਹ ਬੋਰੋਇੰਗ ਨਾਲ ਆਣਾ, ਭੀਖ ਮੰਗ ਕੇ ਬੈਂਕ ਤੋਂ, ਆ ਲੈ ਵੀ 8-9%। ਜਦੋਂ ਬੈਂਕ ਦੇਖਦਾ ਕਰਜ਼ਾਈ ਵਾਲੇ ਨੇ, ਉਹ ਰੇਟ ਵੀ ਵਧਾ ਦਿੰਦਾ। ਜਾਂ ਉਹ ਇਨਕਮ ਤੋਂ ਆਉਣਾ, ਸਟੇਟ ਦੇ ਰਿਸੋਰਸਿਸ ਤੋਂ, ਤੇ ਜਾਂ ਫਿਰ ਲੋਕਾਂ ਦੇ ਉੱਤੇ ਟੈਕਸ ਲਾ ਕੇ। ਇਹ ਤਿੰਨੋਂ ਚੀਜ਼ਾਂ ਨੇ ਮੈਡਮ। ਇੱਕ ਮਾਫੀਆ 25 ਸਾਲ ਦਾ ਚੱਲਦਾ ਹੈ। ਮਾਫੀਆ ਦਾ ਮਤਲਬ ਪਤਾ ਕੀ? ਮਾਫੀਆ ਦਾ ਮਤਲਬ ਇਹ ਹੈ ਵੀ ਪੈਸੇ ਕਿੱਧਰ ਨੂੰ ਜਾ ਰਹੇ ਨੇ, ਕੌਣ ਖਾ ਰਿਹਾ, ਪਤਾ ਹੀ ਨਹੀਂ ਲੱਗਦਾ। They have mastered the art of corruption. ਉਹ ਚ ਤੁਹਾਨੂੰ ਪਤਾ ਹੈ ਕੌਣ, ਪਰ ਤੁਸੀਂ ਉਂਗਲ ਨਹੀਂ ਚੁੱਕ ਸਕਦੇ। ਬਸ ਪੈਸਾ ਆਉਂਦਾ, ਕਰ ਦੇਣੇ, ਉਹ ਜਾਂਦਾ ਵਿਦੇਸ਼ਾਂ ਦੇ ਵਿੱਚ। ਸਟੇਟ ਦੇ ਰਿਸੋਰਸਿਸ ਨੂੰ ਖਾਧਾ ਜਾਂਦਾ। ਮੈਂ ਕਹਿੰਦਾ ਨਾ ਤੇ ਟੈਕਸ ਲਾ ਕੇ, ਟੈਕਸ ਜਿਹੜੇ ਵਾਜਬ ਨੇ ਤੁਸੀਂ ਲਾਓ, ਲੋਕਾਂ ਨੂੰ 3 ਗੁਣਾ ਕਰਕੇ ਮੋੜੋ, ਠੀਕ ਹੈ। ਨਾ ਇਹ ਕਰਜ਼ਾ ਲੈ ਕੇ ਤੁਸੀਂ ਇਨਕਮ ਦੇ ਨਾਲ ਸਟੇਟ ਚਲਾਓ। ਇਹੀ ਹੱਲ ਹੈ। ਸਵਾਏ ਲਾਅ ਐਂਡ ਆਰਡਰ ਦੀਆਂ 2 ਚੀਜ਼ਾਂ, ਬਰਗਾੜੀ ਔਰ ਡਰੱਗਸ। ਤੁਸੀਂ ਪੰਜਾਬ ਦੇ ਹਰ ਮਸਲੇ ਦਾ ਹੱਲ ਅਗਰ ਲੱਭਣਾ ਹੈ ਤੇ ਇਸ ਇਨਕਮ 'ਚ ਹੀ ਲੱਭੋਗੇ ਮੈਡਮ। ਕਿਉਂਕਿ 1,40,000 ਕਰੋੜ ਰੁਪਈਆ ਸਾਡਾ ਬਜਟ ਹੈ। 70,000 ਕਰੋੜ ਅਸੀਂ ਭੀਖ ਮੰਗ ਕੇ ਲੈਂਦੇ ਹਾਂ। 25,000 ਕਰੋੜ ਰੁਪਈਆ ਉਹਦੇ ਸੂਦ ਦੇ ਉੱਤੇ ਦਿੰਦੇ ਆ। ਸਮਝ ਲਓ, ਜਿਹੜਾ ਪਿਛਲਾ ਕਰਜ਼ਾ ਉਹਦਾ ਸੂਦ ਹੈ। ਮਤਲਬ 1 ਲੱਖ ਕਰੋੜ ਰੁਪਈਆ ਗਿਆ, 20 ਤੋਂ 25,000 ਕਰੋੜ ਤਨਖਾਹਾਂ ਤੇ ਦਿੰਦੇ ਆ। ਤੇ ਮੈਡਮ ਬਚਿਆ ਕੀ ਹੈ? ਉਹ ਵੈਲਫੇਅਰ ਸਕੀਮਾਂ ਦੇ ਵਿੱਚ, ਸੋਸ਼ਲ ਸੈਕਟਰ ਸਕੀਮਾਂ ਦੇ ਵਿੱਚ ਕੀ ਬਚਿਆ ਜੀ? 220 ਕਰੋੜ ਰੁਪਈਆ ਡਾਇਰੈਕਟ ਟੈਕਸ ਜਿਹੜੇ ਅਮੀਰ ਦਿੰਦੇ ਆ। ਅਮੀਰ ਲੋਕ 220 ਕਰੋੜ ਰੁਪਏ ਦਿੰਦੇ, ਇਨਕਮ ਟੈਕਸ, ਸੇਲ ਟੈਕਸ, ਫਲਾਨਾ ਟਿੱਕਾ। 51,000 ਕਰੋੜ ਪੰਜਾਬ ਦਾ ਆਮ ਆਦਮੀ ਦਿੰਦਾ ਮੈਡਮ। ਇਨਡਾਇਰੈਕਟ ਟੈਕਸਿਸ, ਟੋਲ ਦੇ ਉੱਤੇ, ਪੈਟਰੋਲ ਦੇ ਉੱਤੇ, ਡੀਜ਼ਲ ਦੇ ਉੱਤੇ, ਲੂਣ ਦੇ ਉੱਤੇ, ਤੇਲ ਦੇ ਉੱਤੇ, ਸ਼ਰਾਬ ਦੇ ਉੱਤੇ। ਹਾਂਜੀ, ਇਹ ਸਾਰੀਆਂ ਚੀਜ਼ਾਂ ਤੁਸੀਂ ਟੈਕਸ ਦੇਣਾ। ਭਰਮ 'ਚ ਹੈ ਪੰਜਾਬ, ਭਰਮ 'ਚ ਨੇ ਲੋਕ ਕਿ ਇਹ ਟੈਕਸ ਸਰਕਾਰ ਦਿੰਦੀ ਹੈ। ਸਰਕਾਰ ਤਾਂ ਲੈਂਦੀ ਹੈ, ਕਰਜ਼ਾ ਲੈਂਦੀ ਹੈ ਤੇ ਖਰਚਾ ਮੋੜਦੀ ਹੈ। ਤੇ ਜਿਹੜੀ ਸਟੇਟ ਦੀ ਇਨਕਮ ਹੈ ਨਾ ਮੈਡਮ, ਉਹ ਘੜਪ ਦੇਣੇ ਜੇਬ 'ਚ ਜਾਂਦੀ ਹੈ। ਘੜਪ ਦੇਣੇ ਕਿੱਥੋਂ? ਰੇਤ ਸਾਰੀ ਜੇਬ 'ਚ ਜਾਂਦੀ ਹੈ। ਠੀਕ ਹੈ ਜੀ, ਮੈਂ ਤੁਹਾਨੂੰ ਦੱਸੀ ਆ ਨਾ, ਜ਼ਮੀਨਾਂ ਦੱਬੀਆਂ ਹੋਈਆਂ ਨੇ ਇੱਥੇ ਮੋਹਾਲੀ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ, ਕੁਲਦੀਪ ਸਿੰਘ ਦੀ, ਕਿ 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਇੱਥੇ ਦੱਬੀ ਹੋਈ ਹੈ, ਕੱਲੀ ਮੋਹਾਲੀ 'ਚ। ਕੱਲੀ ਮੋਹਾਲੀ 'ਚ ਮੁਸ਼ਤਰਕੇ ਖਾਤੇ ਕੀ ਤੇ ਫਲਾਨਾ ਕੀ ਤੇ ਟਮਕਾਨਾ ਕੀ, ਜਿਹੜੀ ਤੁਸੀਂ ਛੇ ਵੀ ਨਹੀਂ ਸਕਦੇ। ਔਰ ਤੁਸੀਂ ਜੇ ਕਿਤੇ ਉਹਨਾਂ ਦੇ ਨਾਮ ਪੜੋ ਨਾ ਪੋਲੀਟੀਸ਼ੀਅਨਾਂ ਦੇ, ਤੁਹਾਡੇ ਪੱਬਾਂ ਥੱਲੋਂ ਜ਼ਮੀਨ ਨਿਕਲ ਜੂ। 2 ਤੇ ਉਹਦੇ 'ਚ ਚੀਫ ਮਿਨਿਸਟਰ ਨੇ, 300, 800, 900 ਏਕੜ ਵਾਲੇ। ਠੀਕ ਹੈ, ਉਦੋਂ ਅੱਗੇ ਆਓ ਕੇਬਲ ਮੋਨੋਪੋਲੀ ਬਣਾਤੀ ਮੈਡਮ। ਮੋਨੋਪੋਲੀ 100 ਰੁਪਏ ਕੇਬਲ ਦੇਾਂਗੇ, ਹੋਗੀ? ਦੱਸੋ ਜੀ, ਹੋਗੀ? ਹੋ ਸਕਦੀ ਨਹੀਂ। ਦੇਖੋ, ਹੋ ਸਕਦੀ ਨਹੀਂ। 400 ਦੀ ਮਿਲਦੀ ਹੈ। ਕਰਨਾ ਕੀ ਹੈ? ਮੈਂ ਲਿਆ ਸੀ ਐਂਟਰਟੇਨਮੈਂਟ ਟੈਕਸ। ਇੱਥੇ ਪ੍ਰੈਸ ਵਾਲੇ ਬੈਠੇ ਆ ਸਾਰੇ, ਪੁੱਛੋ। ਮੈਂ ਕਹਿੰਦੀ 1 ਰੁਪਈਆ ਟੈਕਸ ਲਾਉਂ ਲੋਕਾਂ ਦੇ ਉੱਤੇ, ਲੇਕਿਨ ਇਹ ਜਿਹੜਾ MSO ਹੈ, ਜਿਹਨੇ ਮੋਨੋਪੋਲੀ ਬਣਾਈ ਹੈ, ਜਿਹੜਾ ਸਰਕਾਰ ਦਾ ਦਲਾਲ ਹੈ, ਇਹਨੂੰ ਹੱਥ ਪਾਉਂ। ਹਜ਼ਾਰਾਂ ਲੱਖਾਂ ਕਰੋੜ ਰੁਪਏ ਦਾ ਸਰਵਿਸ ਟੈਕਸ ਚੋਰੀ ਕਰਦਾ, ਵਿੱਚ ਹੀ ਪੰਜਾਬ ਦਾ। ਇਹਨੂੰ ਹੱਥ ਪਾਉਂ, ਇਹਦੀ ਮੋਨੋਪੋਲੀ ਤੋੜੂ, ਇਹਨੂੰ ਅੰਦਰ ਸਿੱਟੂ ਤੇ ਨਾਲ ਕੰਪੀਟੀਸ਼ਨ ਕ੍ਰੀਏਟ ਕਰੂੰ। 8 ਬੰਦੇ ਜਦੋਂ ਕੰਪੀਟੀਸ਼ਨ ਚਾਹਣਗੇ, ਕੇਬਲ ਦਾ ਰੇਟ ਠਾਂ ਕਰਦਾ 200 ਆਊਗਾ ਮੈਡਮ। ਉਹਦੇ ਨਾਲ ਅੱਜ 2 ਕਰੋੜ ਦੇ ਕਰੀਬ 2 ਕਰੋੜ, ਮੇਰੀ ਗੱਲ ਯਾਦ ਰੱਖਣਾ, 2 ਕਰੋੜ ਟੈਲੀਵਿਜ਼ਨ ਸੈੱਟ ਨੇ, ਝੁੱਗੀਆਂ 'ਚ ਵੀ ਲੱਗੇ। ਤੇ ਉਹਨਾਂ ਤੋਂ ਤੁਸੀਂ 50 ਰੁਪਏ ਟੈਕਸ ਲਾਓ ਨਾ, ਤੇ ਮਹੀਨੇ ਦਾ 200 ਕਰੋੜ ਰੁਪਈਆ ਮੈਡਮ। ਸਮਝੋ ਮੇਰੀ ਗੱਲ। 60 ਲੈ ਲਓ
ਤੇ ਉਹਨਾਂ ਸਰਕਾਰ ਕੋਲ ਆਵੇ, ਠੀਕ ਹੈ ਜੀ, ਤੇ ਕੇਬਲ ਦਾ ਰੇਟ ਠਾਂ ਕਰਦਾ ਅੱਧਾ ਆਵੇ। ਇਹ ਸਿਸਟਮ ਹੈ। ਇਸ ਤਰੀਕੇ ਦੇ ਨਾਲ ਤੁਸੀਂ ਕੇਬਲ ਨੂੰ ਪ੍ਰੋਪਰ ਤਰੀਕੇ ਨਾਲ ਚੈਨਲਾਈਜ਼ ਕਰ ਸਕਦੇ ਹੋ। ਹੁਣ ਉਹ ਜਿਹੜਾ ਮੋਨੋਪੋਲਾਈਜ਼ ਕਰਦਾ ਹੈ, ਉਹਨੇ ਵੱਡੀਆਂ ਕੰਪਨੀਆਂ ਦੇ ਨਾਲ ਆਪਣੀਆਂ ਫਰੀ ਤਾਰਾਂ ਪਵਾਈਆਂ ਹੋਈਆਂ, ਜਿੱਥੇ ਦੇਖਦੇ ਕਰ ਪੱਟਦੇ ਨੇ ਕੇਬਲ, ਜਿੱਥੇ ਦੇਖਦੇ ਕਰ, ਕੋਈ ਉਹ ਨਹੀਂ। ਉਹਨੇ ਪੰਜੀ ਨਹੀਂ ਦਿੱਤੀ। ਜਦੋਂ ਮੈਂ ਮੰਤਰੀ ਸੀ, ਤੇ ਮੰਤਰੀ ਕਾਹਦਾ ਲੜਦਾ ਸੀ? ਇਹੀ ਲੜਦਾ ਸੀ ਨਾ। ਤੇ ਉੱਤੇ ਉਹ ਚੋਰਾਂ ਦਾ ਸਰਤਾਜ ਬਾਦਸ਼ਾਹ ਕੀ ਕਹਿੰਦਾ ਸੀ, ਨਾ ਮੈਨੂੰ ਆਉਂਦਾ ਰੋਕੜਾ ਆਉਂਦਾ, ਇਹਨੂੰ ਨਹੀਂ ਦੇਣਾ। ਕੌਣ ਲੈ ਕੇ ਜਾਂਦੇ ਸੀ? ਸਾਰਿਆਂ ਨੂੰ ਪਤਾ। ਇਹ ਨਹੀਂ ਕੋਈ ਲੁਕਿਆ ਗੱਲ ਹੈ, ਸਮਝ ਲਓ। ਇਸੇ ਤਰ੍ਹਾਂ ਰੇਤਾ, ਮੈਡਮ, ਰੇਤਾ ਤੇਲੰਗਾਨਾ, ਇਹ ਧਿਆਨ ਨਾਲ ਸੁਣੋ। ਇਹ ਸਾਰਾ ਤੁਸੀਂ ਪੰਜਾਬ ਜੇ ਬੋਲਦਾ ਨਾ ਤੇ ਇਹ ਬੋਲੋ। 47 ਕਰੋੜ ਰੁਪਈਆ ਮੈਡਮ ਇੱਕ ਹਫ਼ਤੇ ਚ ਕਮਾਉਂਦਾ ਤੇਲੰਗਾਨਾ। 300 ਕਿਲੋਮੀਟਰ ਦਰਿਆ ਹੈ। ਕਿੰਨਾ? 300 ਕਿਲੋਮੀਟਰ ਪੀਲਾ ਦਰਿਆ ਹੈ, ਪੱਸਰ ਸੈਂਡ। ਸਾਡੇ ਕੋਲ 1300 ਕਿਲੋਮੀਟਰ ਦਰਿਆ ਹੈ, ਚਿੱਟਾ ਰੇਤਾ, ਕੱਕਾ ਰੇਤਾ, 3 ਗੁਣਾ ਕੀਮਤ ਵਾਲਾ। ਉਹ 47 ਕਰੋੜ ਰੁਪਈਆ ਇੱਕ ਹਫ਼ਤੇ ਚ ਮੈਡਮ, ਤੇ ਅਕਾਲੀ ਸਰਕਾਰ ਚ ਹਰ ਸਾਲ 40 ਕਰੋੜ ਰੁਪਈਆ ਜਮ੍ਹਾਂ ਕੀਤਾ। ਤੁਸੀਂ ਚੋਰੀ ਦੀ ਇੰਤਹਾ ਤੇ ਦੇਖੋ। ਜਿਨ੍ਹਾਂ ਦੀਆਂ ਮਿੱਲਾਂ ਵਿਕਦੀਆਂ ਸੀ, ਪਲਾਟ ਕੱਟਦੇ ਸੀ, ਮੇਰੇ ਵਰਗੇ ਲੈਣ ਨੂੰ ਫਿਰਦੇ ਸੀ, ਜਿਹੜੇ ਟੁੱਟੀਆਂ ਕੁਆਲਸਾਂ ਚ ਫਿਰਦੇ ਸੀ। ਹੋ ਅਮਰੀਕਾ ਫਲਾਨਾ ਹਰ ਥਾਂ ਦੇ ਉੱਤੇ ਅੱਜ ਪਾਰਕਿੰਗ ਲੋਟ ਲਈ ਫਿਰਦੇ ਹੈ। ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਹੈ? ਇਹਨਾਂ ਕੋਲ ਕੀ ਸੀ? ਤੇ ਅੱਜ ਤੇ ਇਹ ਫੜਨ ਵੀ ਨਹੀਂ ਦਿੰਦੇ ਆਪਣੇ ਆਪ ਨੂੰ। ਇਹ ਮਾਸਟਰ ਨੇ। ਇਹ 75-25 ਇਹੀ ਹੈ ਮੈਡਮ। ਇਹ ਮਾਫੀਆ ਇਹੀ ਹੈ। ਯੂ ਸਕ੍ਰੈਚ ਮਾਈ ਬੈਕ, ਆਈ ਵਿਲ ਸਕ੍ਰੈਚ ਯੋਰ ਬੈਕ। ਸਮਝੋ, ਕਿਤੇ 75-25 ਹੁੰਦਾ ਤੇ ਕਿਤੇ 60-40। ਸਮਝੋ, ਇਹਨੂੰ ਸਾਰਾ ਪੰਜਾਬ ਸਮਝਦਾ। ਮੈਨੂੰ ਕਿਸੇ ਦਾ ਨਾਂ ਲੈਣ ਦੀ ਲੋੜ ਨਹੀਂ, ਕਿਉਂਕਿ ਮਸ਼ੀਨਰੀਆਂ ਵੀ ਬਦਲੀਆਂ ਜਾਂਦੀਆਂ। ਟੱਕ ਦੇਣੇ ਐਨੂੰ, ਇਧਰੋਂ ਮਸ਼ੀਨਰੀ, ਇਧਰੋਂ ਇੱਧਰ। ਸ਼ਰਾਬ ਮੈਂ ਹੱਕ 'ਚ ਨਹੀਂ ਮੈਡਮ, ਮੈਂ ਸ਼ਰਾਬ ਦੇ ਹੱਕ 'ਚ ਨਹੀਂ ਨਾ। ਮੈਂ ਪੀਵਾਂ, ਮੇਰੇ ਪਾਪੇ ਨੇ ਮੇਰਾ ਕੋਟਾ ਪੂਰਾ ਕਰਤਾ। ਸਮਝਦੇ ਹੋ? ਇਸ ਕਰਕੇ ਮੈਨੂੰ ਨਫ਼ਰਤ ਹੈ। ਸੱਚ ਮੈਂ ਬੋਲਦਾ, ਝੂਠ ਮੈਨੂੰ ਬੋਲਣਾ ਸਿਖਾਇਆ ਹੀ ਨਹੀਂ ਮੇਰੇ ਮਾਂ ਪਿਓ ਨੇ। ਸਮਝੇ? ਮੈਂ ਉਸੇ ਬੁਨਿਆਦ ਤੇ ਖੜਾ। ਇਸੇ ਕਰਕੇ ਚੀਫ ਮਿਨਿਸਟਰ ਆਏ, ਚੀਫ ਮਿਨਿਸਟਰ ਗਏ, ਤੇ ਸਿੱਧੂ ਦੇ ਉੱਤੇ ਉਂਗਲ ਨਹੀਂ ਉੱਠੀ। ਕਿਉਂ? ਕਿਉਂਕਿ ਮੇਰੇ ਕੋਲ ਮੋਰਲ ਅਥਾਰਟੀ ਹੈ, ਇਹ ਗੱਲ ਕਰਨ ਦੀ ਤਾਕਤ ਹੈ। ਹੋਰ ਕੋਈ ਕਿ ਫੱਟ ਬਾਂਹ ਰੋਡ ਕੇ ਅੰਦਰ ਮਾਰਨਗੇ, ਫੱਟ ਦੇਣੇ, ਕੋਈ ਨਾ ਕੋਈ ਸਕੈਮ ਕਰ ਦੇਣਗੇ। ਮੈਨੂੰ ਡਰਾਉਂਦਾ ਸੀ, ਮੈਨੂੰ ਕਹਿੰਦਾ ਬਿਜ਼ਨਸ ਲਾ ਦੂੰ। ਮੈਂ ਕਿਹਾ ਮੋਸਟ ਵੈਲਕਮ, ਜ਼ੋਰ ਲਾ, ਅੱਡੀ ਚੋਟੀ ਦਾ ਮਿੱਤਰਾ। ਤੇ ਆ ਸਿੱਧੂ ਦੇ ਕੋਲ ਇਦੋਂ ਅੱਗੇ ਆਓ ਮੈਡਮ, ਸਭ ਤੋਂ ਵੱਡੀ ਚੀਜ਼ ਸ਼ਰਾਬ। ਤਾਮਿਲਨਾਡੂ 2002 ਦੇ ਵਿੱਚ, 2002 ਦੇ ਵਿੱਚ, ਇਹਨੂੰ ਧਿਆਨ ਨਾਲ ਸੁਣੋ, ਉਹ 3000 ਕਰੋੜ ਕਮਾਉਂਦੇ ਸੀ ਤੇ ਪੰਜਾਬ 2500 ਕਰੋੜ ਕਮਾਉਂਦਾ ਸੀ। ਅੱਜ ਤਾਮਿਲਨਾਡੂ ਵੈਟ ਲਾ ਕੇ ਸਟੇਟ ਦੀ ਸ਼ਰਾਬ ਪ੍ਰੋਡਿਊਸ ਕਰਕੇ 40-50 ਹਜ਼ਾਰ ਬੰਦਿਆਂ ਨੂੰ ਨੌਕਰੀ ਦਿੰਦਾ, 300 ਕਰੋੜ ਰੁਪਏ। ਠੀਕ ਹੈ ਜੀ। ਤੇ ਅਸੀਂ 3.5 ਕਰੋੜ ਕਮਾਉਂਦੇ ਆ, ਉਹ 35,000 ਕਰੋੜ ਰੁਪਏ ਕਮਾਉਂਦੇ। ਕਿੰਨਾ? 35,000 ਕਰੋੜ ਰੁਪਈਆ। ਤੁਹਾਨੂੰ ਸਮਝਣਾ ਚਾਹੀਦਾ ਇਹਨਾਂ ਗੱਲਾਂ। ਇੱਥੇ ਜਿਹੜਾ ਜਣਾ ਖਣਾ ਡਿਸਟਿਲਰੀਆਂ ਲਾਈ ਫਿਰਦਾ, 200 ਦੀ ਸ਼ਰਾਬ ਦੇ ਉੱਤੇ ਕੁੱਪੀਆਂ ਲਾ ਕੇ 1000 ਦੀ ਵੇਚਦਾ। ਸਮਗਲਿੰਗ ਹੁੰਦੀ ਹੈ, ਉਧਰੋਂ ਫਿਰ ਸਸਤੀ ਸ਼ਰਾਬ ਆਉਂਦੀ ਹੈ, ਫਿਰ ਵੇਚੀ ਜਾਂਦੀ ਹੈ। ਕੌਣ ਕੌਣ ਵੇਚਦਾ ਤੁਹਾਨੂੰ ਪਤਾ ਹੈ। L1 ਦੇ ਲਾਇਸੈਂਸ ਕਢਾ ਲਓ, ਕਢਾਓ L1 ਦੇ ਲਾਇਸੈਂਸ। ਉਹਦੇ ਪਿੱਛੇ ਕੌਣ ਖੜਾ ਤੁਹਾਨੂੰ ਪਤਾ ਲੱਗ ਜਾਊਗਾ। 10 ਤੋਂ 15,000 ਕਰੋੜ ਰੁਪਏ ਦੀ ਉਹ ਗੇਮ ਹੈ ਮੈਡਮ। ਤੇ ਰੇਤੇ ਦੇ ਠੇਕੇ ਤੁਹਾਨੂੰ ਪਤਾ ਹੀ ਹੈ। ਇਹ ਠੇਕੇਦਾਰੀ ਸਿਸਟਮ ਨੇ ਮਾਰਿਆ। ਅਗਰ ਤੁਸੀਂ ਇਸ ਠੇਕੇਦਾਰੀ ਸਿਸਟਮ ਨੂੰ ਤੋੜੋਗੇ ਤੇ ਕਾਰਟਲ ਟੁੱਟੇਗਾ। ਕਾਰਟਲ ਟੁੱਟੇਗਾ। ਉਹ ਖੜ ਕੇ ਇਕੱਠੇ ਹੋ ਕੇ ਬੋਲੀਆਂ ਲਾਉਂਦੇ ਆ, ਔਰ ਜਦੋਂ ਇਕੱਠੇ ਹੋ ਕੇ ਬੋਲੀਆਂ ਲਾਉਂਦੇ ਆ ਤੇ ਸਟੇਟ ਨੂੰ ਪੰਜੀ ਨਹੀਂ ਮਿਲਦੀ। ਤੇਲੰਗਾਨਾ ਨੇ ਪਹਿਲੇ ਸਾਲ ਠੇਕੇਦਾਰੀ ਸਿਸਟਮ ਦੇ ਵਿੱਚ ਰੇਤਾ ਵੇਚਿਆ ਸੀ, 10 ਕਰੋੜ ਕਮਾਏ। ਦੂਜੇ ਸਾਲ ਠੇਕੇਦਾਰੀ ਸਿਸਟਮ ਪਾਸੇ ਕਰਕੇ ਰੇਤਾ ਆਪ ਰੱਖਿਆ, ਸਟਾਕ ਯਾਰਡ ਬਣਾਏ, ਲੋਕਾਂ ਨੂੰ ਨੌਕਰੀ ਦਿੱਤੀ, 1 ਲੱਖ ਲੋਕਾਂ ਨੂੰ ਨੌਕਰੀ। ਸਮਝੋ, ਜੇ ਸ਼ਰਾਬ ਆਉਂਗੇ 40,000 ਤੋਂ 50,000 ਬੰਦਿਆਂ ਨੂੰ ਨੌਕਰੀ, ਇੱਥੇ 70,000 ਕਿਉਂਕਿ ਠੇਕੇ ਜ਼ਿਆਦੇ ਆ। 1 ਲੱਖ ਰੇਤੇ ਤੇ। ਸਮਝੋ ਮੈਡਮ। ਤੇ ਇਹ 35,000 ਕਰੋੜ ਦਾ ਫਰਕ ਹੈ। ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ ਤੇ ਇਹ ਪੈਸੇ ਨਿੱਜੀ ਜੇਬਾਂ ਜਾ ਰਹੇ ਆ। ਜੇ ਇਹ ਪੈਸੇ ਨਿੱਜੀ ਜੇਬਾਂ ਚੋਂ ਕੱਢ ਕੇ ਪੰਜਾਬ ਦੇ ਖਜ਼ਾਨੇ 'ਚ ਪਾ ਲਈਏ ਨਾ ਮੈਡਮ, ਤੇ ਇਹ 40,000 ਕਰੋੜ ਨਹੀਂ ਹੈ,
ਇਹ 80,000 ਕਰੋੜ ਹੈ, ਕਿਉਂਕਿ ਤੁਸੀਂ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਾਂ 'ਚ ਪਾਓ, ਇਹ ਡਬਲ ਹੈ। ਇਹ ਡਬਲ ਹੈ। 40 ਦਾ 40 ਪੈਸੇ ਪਾ ਕੇ 60 ਮਿਲਦੇ ਆ, ਡਬਲ ਤੋਂ ਵੀ ਉੱਤੇ। ਤੇ ਪਹਿਲਾਂ ਸਾਨੂੰ 10 ਪਾ ਕੇ ਬਾਰਡਰ ਫੰਡ ਜਿਹੜਾ ਸੀਗਾ, ਬਾਰਡਰ ਏਰੀਆ ਫੰਡ 10 ਪਾ ਕੇ 90 ਮਿਲਦੇ ਹੁੰਦੇ ਸੀ। ਤੇ ਅੱਜ ਉਹਨਾਂ ਨੇ ਬਾਰਡਰ ਫੰਡਾਂ ਦਾ ਜਿਹੜਾ ਪੈਸਾ ਹੈਗਾ ਉਹ 40-60 ਕਰਤਾ, ਤੇ 60 ਤੋਂ 40 ਪੈਂਦੇ ਨਹੀਂ ਮੈਡਮ। ਹੁਣ ਕੌਣ ਬੇਵਕੂਫ, ਮੈਨੂੰ ਦੱਸੋ। ਰੁਪਈਆ ਦੇ ਕੇ 2 ਨਹੀਂ ਲਓ, 1000 ਕਰੋੜ ਦੇ ਕੇ 2000 ਕਰੋੜ ਨਹੀਂ ਲਓ। ਤੇ ਕੌਣ ਬੇਵਕੂਫ ਇਹ ਪੈਸੇ ਆਪਣੀ ਜੇਬ 'ਚ ਪਾ ਕੇ ਤੇ ਕਰਜ਼ਾ ਲੈ ਕੇ ਤੇ ਕਰਜ਼ਾ ਚਲਾਓ। 6 ਲੱਖ ਕਰੋੜ ਦਾ ਕਰਜ਼ਾ, ਸੌਫਟ ਲੋਨ, ਜਿਹੜੀਆਂ ਬਿਲਡਿੰਗਾਂ ਗਿਰਵੀ ਧਰੀਆਂ, ਰੈਸਟ ਹਾਊਸ ਗਿਰਵੀ ਧੜੇ ਆ, ਕਿਸੇ ਨੂੰ ਦਿੱਕਤ ਪਰੇਸ਼ਾਨੀ ਹੈ, ਇਹ ਤੁਸੀਂ ਮੋੜ ਰਹੇ ਹੋ ਮੈਡਮ, ਸਮਝੇ। ਤੇ ਜਿਹੜਾ ਇਹ 12-14 ਕਰੋੜ ਬਚਦਾ ਨਾ 5 ਸਾਲਾਂ ਬਾਅਦ, ਜੇ ਮਾੜਾ ਬੰਦਾ ਆ ਗਿਆ ਉੱਤੇ, ਇਹ ਵੀ ਨਹੀਂ ਬਚਣਾ, ਇਹ ਵੀ ਨਹੀਂ ਬਚਣਾ। ਮੇਰੀ ਗੱਲ ਯਾਦ ਰੱਖਿਓ, ਤੁਸੀਂ ਫਾਈਨੈਂਸ਼ੀਅਲ ਬੈਂਕਰਪਸੀ ਦੀ ਕਗਾਰ ਦੇ ਉੱਤੇ ਖੜੇ ਹੋਵੋਗੇ। ਇਹ ਭੁੱਲ ਜਾਓ। ਇਹ ਸਰਕਾਰਾਂ ਐਂ ਚੱਲਦੀਆਂ ਨੇ, ਬਿਲਕੁਲ ਨਹੀਂ ਚੱਲਦੀਆਂ ਏਦਾਂ ਸਰਕਾਰਾਂ। ਤਾਮਿਲਨਾਡੂ ਦੇਖੋ, ਸਮਰਿੱਧ ਜਿੰਨੇ ਵੀ ਨੇ, ਇਹਨਾਂ ਨੇ ਸਾਰਿਆਂ ਨੇ ਪੈਸੇ ਪਾ ਕੇ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਸ ਨੂੰ ਯੂਟਿਲਾਈਜ਼ ਕਰਕੇ, ਡਬਲ ਕਰਕੇ ਆਪਣੇ ਪੈਸੇ ਇਹਨਾਂ ਨੇ ਆਪਣੀ ਡਿਵੈਲਪਮੈਂਟ ਕਰਾਈ ਹੈ। ਲੱਖਾਂ ਕਰੋੜ ਸਰਪਲਸ ਫੰਡ ਨੇ। ਆ ਕੇਜਰੀਵਾਲ ਗੱਲ ਕਰਦਾ ਹੈ, ਇਹਨੂੰ 2002 ਚ ਮੈਡਮ ਸ਼ੀਲਾ ਦੀਕਸ਼ਿਤ ਨੇ ਦਿੱਤਾ ਇਹ ਸਰਪਲਸ ਸਟੇਟ। ਇੱਥੇ 1,10,000 ਕਰੋੜ ਰੁਪਇਆ ਅਨਾਉਂਸ ਕਰ ਗਿਆ ਇਹ ਪੱਟੂ। ਇਹਨੂੰ ਪੁੱਛੋ ਕਿਹੜਾ ਬਰੋਟਾ ਲੱਗਿਆ ਤੇਰੇ ਕੋਲ। ਦੂਜੀ ਗੱਲ, ਇਹਨੂੰ ਪੁੱਛੋ, ਮੇਰੇ ਨਾਲ ਬਿਠਾਓ ਇੱਥੇ, ਜੇ ਨਵਜੋਤ ਸਿੰਘ ਸਿੱਧੂ ਭੱਜੇ ਤੇ ਮਾਂ ਦਾ ਜਣਿਆ ਨਾ ਕਹੀਓ, ਇਹਨੂੰ ਪੁੱਛੋ ਪ੍ਰਾਈਵੇਟਾਈਜ਼ ਕੀਤੇ ਕਿ ਨਹੀਂ ਠੇਕੇ। ਤੂੰ ਠੇਕੇ ਪ੍ਰਾਈਵੇਟਾਈਜ਼ ਕੀਤੇ ਕਿ ਨਹੀਂ। ਜਿਹੜੀ 2 ਜ਼ੋਨ ਦੀ ਪਾਲਿਸੀ ਸੀ, ਤੂੰ ਇੱਥੇ ਦੇ ਬਲੈਕ ਲਿਸਟਡ ਦੀਪ ਮਲਹੋਤਰੇ ਨੂੰ 4 ਜ਼ੋਨ ਦਿੱਤੇ ਕਿ ਨਹੀਂ ਦਿੱਤੇ। ਹਰ ਗਲੀ ਦੇ ਵਿੱਚ ਠੇਕੇ ਖੋਲਦਾ ਕਿ ਨਹੀਂ ਖੋਲਦਾ। ਤੇ ਤੂੰ ਕਹਿੰਦਾ ਕਿ ਮੈਂ 26 ਲੱਖ ਨੌਕਰੀ ਦਊਂ। ਮੈਡਮ ਪਿਛਲਾ ਮੈਨੀਫੈਸਟੋ ਕਢਾਓ, ਸਪੀਚਾਂ ਕਢਾਓ। ਇਹਨੇ ਪਿਛਲੇ ਸਪੀਚਾਂ ਦੇ ਵਿੱਚ ਕਿਹਾ ਮੈਂ ਸਾਰਾ ਕਰਜ਼ਾ ਮਾਫ ਕਰੂੰ, 1 ਲੱਖ ਕਰੋੜ ਦਾ ਕਿਸਾਨਾਂ। ਇਹਨੇ ਪਿਛਲੇ ਉਸ 'ਚ ਕਿਹਾ 26 ਲੱਖ ਨੌਕਰੀ ਦਊਂ। ਕਿੱਥੋਂ ਦਿਓਗੇ। ਇਹਨੇ ਸਵਾਲ ਕੀਤਾ ਤੁਹਾਡੇ ਚੋਂ ਕਿ ਮੈਂ ਕਰਨ ਲਾਇਆ ਸਵਾਲ ਹੈ ਵੀ ਕਿੱਥੋਂ ਦਿਓਗੇ ਓਏ। ਤੁਹਾਡੇ ਕੋਲ ਕਿੱਥੋਂ ਦਿਓਗੇ। ਤੁਸੀਂ ਨੋਟ ਛਾਪਣ ਦੀ ਮਸ਼ੀਨ ਹੈ ਜਾਂ ਬਰੋਟਾ ਲੱਗਿਆ। ਮੈਡਮ ਇਹ ਸਮਰਿੱਧੀ ਦੇ ਨਾਲ ਹੀ ਪੰਜਾਬ ਸਮਰਿੱਧ ਹੋਣਾ। ਇਹ ਨੌਜਵਾਨ ਕਿਉਂ ਜਾਂਦਾ ਭਾਈ ਬਾਹਰ, ਇਹਨੇ ਸਵਾਲ ਕੀਤਾ। ਇਸ ਕਰਕੇ ਜਾਂਦਾ, there are no opportunities. Talent is nothing without opportunity. There are no skills. ਅੱਜ ਇੰਡਸਟਰੀ ਜਿਹੜੀ ਹੈ ਮਰੀ ਪਈ ਹੈ, ਉਹ ਕਹਿੰਦੇ ਵੀ ਸਾਨੂੰ ਸਕਿਲਡ ਲੇਬਰ ਚਾਹੀਦੀ ਹੈ। ਕਿੱਥੇ ਹੈ ਸਕਿੱਲ। ਦੇਖੋ ਨਾ ਲੁਧਿਆਣੇ ਜਾ ਕੇ ਪੁੱਛੋ ਸਾਰਿਆਂ ਨੂੰ। ਤੇ ਕੀ ਲੱਗਦਾ ਸਰਕਾਰਾਂ ਦਾ ਭਾਈ ਹੈ ਸਕਿੱਲ। ਮੈਡਮ ਹੀਲੀ ਨੇ ਉੱਥੋਂ ਮੰਗਾਏ ਅਮਰੀਕਾ ਤੋਂ 4000 ਕਾਰਪੈਂਟਰ, ਅਸੀਂ ਇੱਕ ਨਹੀਂ ਦੇ ਸਕੇ ਬਾਦਲ ਸਰਕਾਰ ਤੋਂ। ਇਸ ਸਕਿੱਲ ਹੋਣੀ ਚਾਹੀਦੀ ਹੈ ਮੈਡਮ। ਡਿਗਰੀਆਂ ਦਾ ਕੋਈ ਫਾਇਦਾ ਨਹੀਂ ਜਿਹੜੀਆਂ ਨੌਕਰੀਆਂ ਨਹੀਂ ਦੇ ਸਕਣ। ਕੁਆਲਿਟੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਕੁਆਲਿਟੀ ਐਜੂਕੇਸ਼ਨ ਇਹੀ ਹੈ ਮੈਡਮ। ਇਸ ਸਕਿੱਲ ਡਿਵੈਲਪਮੈਂਟ ਕਰੋ। ਜਿੰਨੀਆਂ ਸਕਿੱਲ ਡਿਵੈਲਪਮੈਂਟ ਦੀਆਂ ਇੱਥੇ ਯੂਨੀਵਰਸਿਟੀਆਂ ਖੋਲੀਆਂ ਨੇ, ਉਹ ਪੈਸੇ ਕਮਾਉਣ ਦੀ ਤਜਾਰਤ ਹੈ। 4000 ਤੋਂ ਵੱਧ ਨੌਕਰੀ ਨਹੀਂ ਦਿੰਦੇ, ਸਮਝਦੇ ਹੋ। ਤੇ ਕੌਣ ਫੜੂ, ਕੌਣ ਕਰੂ। ਭਰਮ ਹੈ ਤੁਹਾਡਾ ਮੈਡਮ ਕਿ ਸਵਾਏ ਚੀਫ ਮਿਨਿਸਟਰ ਤੇ ਕੁਝ ਚਲਾ ਰਿਹਾ ਸਰਕਾਰ। ਭਰਮ ਹੈ, ਕੱਢ ਦਿਓ ਇਹਨੂੰ। ਗੁਲਾਮ ਬਣਾਤੀਆਂ ਮਿਨਿਸਟਰੀਆਂ। ਅਫਸਰਸ਼ਾਹੀ ਕੀ ਹੈ। ਅਫਸਰਸ਼ਾਹੀ ਇਹੀ ਹੈ ਮੈਡਮ ਕਿ IAS ਅਫਸਰ ਸਿਰਫ ਚੀਫ ਮਿਨਿਸਟਰ ਨੂੰ ਜਵਾਬ ਦੇ, ਕਿਉਂਕਿ ਚੀਫ ਮਿਨਿਸਟਰ ਹੀ ਉਹਨੂੰ ਪੋਸਟਿੰਗ ਦਿੰਦਾ ਹੈ ਤੇ ਚੀਫ ਮਿਨਿਸਟਰ ਹੀ ਉਹਨੂੰ ਢੱਕ ਸਕਦਾ ਸਾਈਡਾਂ ਸੂਡਾਂ ਦੇ ਉੱਤੇ, ਤੇ ਚੀਫ ਮਿਨਿਸਟਰ ਹੀ ਉਹਨੂੰ ਪਨਿਸ਼ ਕਰ ਸਕਦਾ। ਤੇ ਫਿਰ ਜਿਹੜੇ ਕਮਾਊ ਪੁੱਤ ਨੇ, ਮੁੱਖ ਮੰਤਰੀ ਉਹਨਾਂ ਦੀ ਕੰਮ ਹੋਣ ਦਿੰਦਾ। ਤੇ ਜਿਹੜਾ ਕਮਾਊ ਪੁੱਤ ਨਹੀਂ ਹੈ, ਉਹਨੂੰ ਸਿਸਟਮ ਦੇ ਵਿੱਚ ਲਿਆਉਣ ਦੇ ਲਈ, ਜਿਵੇਂ ਪਹਿਲਾਂ ਗੈਂਗਾਂ ਨਹੀਂ ਹੁੰਦੀਆਂ ਸੀ, ਚਲੋ ਉਹ ਫਲਾਣਾ ਉਹ ਕਰਮ ਕਰ ਸ਼ੁਰੂ, ਫਿਰ ਜਦੋਂ ਉਹ ਕਰ ਦਿੰਦਾ ਫਿਰ ਕਹੇ ਸ਼ਾਮਲ ਹੋ ਗਿਆ। ਏਦਾਂ ਹੀ ਹੈ। ਇਹ ਮਾਫੀਆ ਇਹੀ ਹੈ। ਇਸੇ ਮਾਫੀਆ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਲੜਦਾ, ਕਿਉਂਕਿ ਇੱਕ ਸੁਤੰਤਰਤਾ ਸੈਨਾਨੀ ਦਾ ਪੁੱਤ। ਮੈਂ ਜਾਣਦਾ ਕਿ ਇਹ ਲੜਾਈ ਹਰਾਮ ਔਰ ਈਮਾਨ ਦੀ ਹੈ। ਹਰਾਮ ਉਹ ਜਿਹੜਾ ਪੰਜਾਬ ਦੇ ਪੈਸੇ ਗਿਰਵੀ ਰੱਖ ਕੇ ਆਪਣੀਆਂ ਜੇਬਾਂ ਭਰੇ, ਆਪਣੇ ਘਰ ਨੂੰ ਭਰੇ, ਪ੍ਰਫੁੱਲਿਤ ਕਰੇ, ਆਪਦੇ ਬੀਵੀ ਬੱਚੇ ਅਮਰੀਕਾ 'ਚ ਭੇਜੇ। ਇੱਥੇ ਪਤਾ ਕਰ ਲਓ ਨਾ ਕਿਹਦੀਆਂ ਕਿਹਦੀਆਂ ਕੋਠੀਆਂ ਨੇ, ਕਿਹਦੀਆਂ ਜ਼ਮੀਨਾਂ ਨੇ, ਤੁਹਾਨੂੰ ਆਪੇ ਪਤਾ ਲੱਗ ਜੂ ਕਿਹੜਾ ਨੈਕਸਸ। ਸਮਝੋ ਮੇਰੀ ਗੱਲ। ਤੇ ਈਮਾਨ ਉਹ ਜਿਹੜਾ ਕਵੇ ਭਾਈ ਮੇਰੇ ਕੋਲ ਕਿਰਦਾਰ ਹੈ ਵੀ ਮੈਂ ਆਪਣੇ ਬਾਰੇ ਸੋਚੂ, ਮੈਂ ਸ਼ਾਸਕ ਭਾਵ ਸਿੱਟੂਗਾ, ਮੈਂ ਪੰਜਾਬ ਦੇ ਪੁੱਤਾਂ ਦਾ ਪਹਿਲਾਂ ਸੋਚੂ। ਇਹੀ ਕਿਰਦਾਰ ਹੈ।
ਸੋ ਤੁਹਾਡੇ ਸਵਾਲ ਦਾ ਜਵਾਬ ਮੈਂ ਵਿਸਤਾਰ 'ਚ ਦਿੱਤਾ ਹੈ। ਜੇ ਤੁਸੀਂ ਹੋਰ ਚਾਹੁੰਦੇ ਹੋ ਤਾਂ ਮੇਰੇ ਨਾਲ ਆ ਕੇ ਬੈਠਿਓ, ਅੱਧਾ ਘੰਟਾ ਕਰੂੰ, ਤਬੀਅਤ ਕਰੂੰ ਸਾਫ਼। ਬਿੱਲੀ ਦੇ ਗੱਲ ਟੱਲੀ ਮੈਂ ਬੰਨ ਰਿਹਾ, ਕਰੂੰਗਾ ਬੰਦਾ। ਮੈਂ ਤੇ ਜਿਹੜੇ ਆਪਦੇ ਆਪ ਨੂੰ ਪਾਤੇ ਖਾਂ ਕਹਿੰਦੇ ਸੀ, ਸ਼ੇਰ ਕਹਿੰਦੇ ਸੀ, ਮੈਂ ਤੇ ਉਹਨਾਂ ਦੇ ਗੱਲ 'ਚ ਟੱਲ ਬੰਨਤਾ। ਚੋਰ ਹੈ ਜਦੋਂ ਤੁਰਦਾ ਸੀ, ਚੋਰ ਨਹੀਂ ਬੰਨੇ, ਦੱਸੋ ਨਹੀਂ ਬੰਨੇ। ਇਸੇ ਕਰਕੇ ਆਵਾਜ਼ ਆਉਂਦੀ ਹੈ ਮੈਡਮ, ਇਸੇ ਕਰਕੇ ਅੱਖ ਜਿਹੜੀ ਹੈ ਸਿੱਧੀ ਐ ਦੇਖਦੀ ਹੈ, ਧੌਣ ਕਦੇ ਝੁਕੀ ਨਹੀਂ। ਸਮਝਦੇ ਹੋ ਜੀ? ਅਗਲਾ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਰ ਮੈਂ ਧਰਮਿੰਦਰ ਸਿੰਘ ਰਾਹੀ, ਸੀਟੀਯੂ ਵਰਕਰ ਯੂਨੀਅਨ ਚੰਡੀਗੜ੍ਹ ਤੋਂ। ਸਰ ਜਦ ਮਾਫੀਆ ਦੀ ਗੱਲ ਕਰਦੇ ਆ ਤਾਂ ਟਰਾਂਸਪੋਰਟ ਮਾਫੀਆ ਵੀ ਉਹਦੇ ਵਿੱਚ ਬਹੁਤ ਵੱਡਾ ਹੈਗਾ ਪੰਜਾਬ ਦੇ ਵਿੱਚ, ਜਿਹੜਾ ਲਗਾਤਾਰ ਪੰਜਾਬ ਨੂੰ ਲੁੱਟ ਰਿਹਾ ਹੈ। ਪੰਜਾਬ ਸਰਕਾਰ ਨੇ 2018 ਦੇ ਵਿੱਚ ਟਰਾਂਸਪੋਰਟ ਸਟੇਜ ਕੈਚ ਪਾਲਿਸੀ ਬਣਾਈ ਹੈ ਔਰ 2012 ਦੇ ਵਿੱਚ ਜਸਟਿਸ ਸੂਰਿਆਕਾਂਤ ਜੀ ਨੇ ਫੈਸਲਾ ਦੇ ਦਿੱਤਾ ਕਿ ਐਕਸਟੈਂਸ਼ਨ ਡਿਵਰਸ਼ਨ ਤੇ ਜਿਹੜੇ ਇੰਟਰਸਟੇਟ ਪ੍ਰਾਈਵੇਟ ਜਿਹੜਾ ਮਾਫੀਆ ਚੱਲ ਰਿਹਾ ਇਹਨੂੰ ਬੰਦ ਕਰਤਾ, ਨਲ ਐਂਡ ਵਾਈਡ ਦੇ ਪਰਮਿਟ ਕਰਤੇ। ਉਸ ਤੋਂ ਲੈ ਕੇ ਅੱਜ ਤੱਕ ਸਰ ਇਹ ਪਰਮਿਟ ਰਿਨਿਊ ਵੀ ਹੋਏ ਆ, ਧੱਕੇ ਨਾਲ ਇਹਨਾਂ ਨੇ ਚਲਾਈਆਂ ਵੀ ਨੇ। ਪਰ ਹੁਣ ਚਲੋ ਵੜਿੰਗ ਸਾਹਿਬ ਕੰਮ ਕਰ ਰਹੇ ਆ, ਉਹਨਾਂ ਦਾ ਥੈਂਕਸ ਕਰਨਾ ਬਣਦਾ ਵੀ ਉਹ ਚੰਗਾ ਕੰਮ ਕਰ ਰਹੇ ਆ। ਪਰ ਅਸਲੀ ਜਿਹੜਾ ਹੈ ਸਰ ਇੰਟਰਸਟੇਟ ਦਾ ਜਿਹੜਾ ਮਸਲਾ ਸਾਡੇ ਵਾਸਤੇ, ਅਸੀਂ ਕੇਸ ਲੜ ਰਹੇ ਹਾਂ ਸਰ ਜਸਟਿਸ ਆਪਣਾ ਚੀਫ ਜਸਟਿਸ ਦੀ ਕੋਰਟ ਦੇ ਵਿੱਚ, ਪੰਜਾਬ ਤੇ ਹਰਿਆਣਾ ਦੀ ਕੋਰਟ ਦੇ ਵਿੱਚ। ਉਹਦਾ ਮਸਲਾ ਸਰ ਇਹ ਛੇਤੀ ਹੱਲ ਹੋ ਸਕਦਾ ਹੈ। ਇਹਦਾ ਜਿਹੜਾ ਰੈਸੀਪ੍ਰੋਕਲ ਐਗਰੀਮੈਂਟ ਗਲਤ ਤਰੀਕੇ ਨਾਲ ਕੀਤਾ ਹੋਇਆ ਸਰ, ਉਹ ਰੱਦ ਕਰਨਾ ਬਣਦਾ ਹੈ ਸਰਕਾਰ ਤੋਂ। ਸਰ ਇਹ ਕਿਉਂ ਨਹੀਂ ਕੀਤਾ ਜਾ ਰਿਹਾ? ਤੁਹਾਡਾ ਸਵਾਲ ਇੰਨਾ ਕੁ ਵਧੀਆ ਔਰ ਇਹਦਾ ਜਵਾਬ ਵੀ ਠੋਕ ਕੇ ਦਿਓ। ਤੁਸੀਂ ਪਿਛਲੇ ਐਡਵੋਕੇਟ ਜਨਰਲ ਨੂੰ ਪੁੱਛੋ, 4.5 ਸਾਲ ਚ ਉਹਨੇ ਪੰਜਾਬ ਨੂੰ ਕਿੰਨੇ ਕੇ ਪੁੱਛੋ, ਤੁਹਾਨੂੰ ਪੈਸੇ ਲੈ ਲੈ ਹਰਾਏ, ਸਾਂਠ ਗਾਂਠ ਨਾ ਹਰਾਏ, ਮਾਫੀਆ ਪੂਰਾ ਚੱਲਦਾ ਹਰਾਏ। ਪੰਜਾਬ ਦੇ ਪ੍ਰਧਾਨ ਨੇ ਉਂਗਲਾਂ ਚੱਕੀਆਂ, ਮੈਂ ਚੱਕਦਾ, ਸਾਰੇ ਚੱਕਦੇ, ਲੇਕਿਨ ਉਹ ਪੱਟੂ ਐਡਾ ਢੀਠ ਸੀ, ਉਹਨੂੰ ਲਾਇਆ ਇਹੋ ਜਿਹੇ ਬੰਦੇ ਨਹੀਂ ਸੀ ਜਿਹੜਾ ਮੁੱਖ ਮੰਤਰੀ ਕੁੰਡੀਆਂ ਮੁੱਛਾਂ ਕਰਕੇ ਕਹਿੰਦਾ ਚੱਲ ਕਰ, ਸਾਡੀ ਆੜੀ ਸਿੱਧੀ ਹੈ, ਸਾਡੀ ਦੁਬਈ 'ਚ ਡੀਲ ਹੋ ਗਈ, ਅਸੀਂ ਤੇ ਐਂ ਕਰਾਂ, ਚਲੋ ਕਰ ਲਓ, ਸਾਡਾ ਕੀ ਕਰ। ਕੀ ਗੱਲ ਹੈ ਕਿ ਨਹੀਂ? ਜਦੋਂ ਤੁਸੀਂ ਕਰਪਸ਼ਨ ਰੋਕਣੀ ਹੈ ਸਾਹਿਬ, 3000 ਪਰਮਿਟ ਸੀ ਤੇ 6000 ਬੱਸ ਚੱਲਦੀ ਸੀ, ਸਭ ਤੋਂ ਜ਼ਿਆਦਾ। ਕਿਉਂ? 25 ਕਿਲੋਮੀਟਰ ਤੋਂ ਵੱਧ ਨਹੀਂ ਜਾ ਸਕਦੇ, 50 ਨਹੀਂ, ਗਲਤ ਉਹ ਨੰਬਰ ਪਲੇਟਾਂ ਲਾ ਕੇ ਪਤਾ ਨਹੀਂ ਕਿੰਨੀਆਂ। ਜਿਹੜੇ ਵੀ ਲਿਊਕਰੇਟਿਵ ਰੂਟ ਸੀ ਸਾਹਿਬ, ਕਿਹੜਾ ਲਿਊਕਰੇਟਿਵ ਰੂਟ ਹੁੰਦਾ? ਲਿਊਕਰੇਟਿਵ ਰੂਟ ਹੁੰਦਾ ਜਿੱਥੋਂ ਸਭ ਤੋਂ ਵੱਧ ਪੈਸੇ ਆਉਂਦੇ, ਉਹ ਸੀ 에ਅਰਪੋਰਟਾਂ ਨੂੰ। ਜਾਓ ਦੇਖੋ ਕਿ 에ਅਰਪੋਰਟਾਂ ਨੂੰ ਜਿਹੜੀ ਬੱਸ ਜਾਂਦੀ ਹੈ ਉਹ ਕਿਹੜੀ ਹੈ? ਹਾਂ, ਕਿਹਦੀ ਹੈ? ਹਾਂ, ਉਹ ਪ੍ਰਕਾਰ ਲੈ ਕੇ ਵਾਇਆ ਹੋ ਜਿਹੜਾ ਖਾ ਫੁੱਲਿਆ ਹੈ। ਤੇ ਕੌਣ ਉਹਨੂੰ ਉੱਥੇ ਅੰਦਰ ਐਂਟਰ ਕਰਨ ਦਿੰਦਾ ਦਿੱਲੀ 'ਚ? ਹਾਂ, ਇਹ ਮਹਾਰਾਜ ਇਹਨੂੰ ਸਮਝੋ, ਇਹ ਖੇਡ ਸਮਝੋ। ਤੇ ਮੈਨੂੰ ਇੱਕ ਗੱਲ ਦੱਸੋ, ਪੀਆਰਟੀਸੀ ਟੁੱਟੀਆਂ ਖੜਕਦੀਆਂ ਨੌਨ ਏਸੀ ਬੱਸਾਂ, ਹਾਂਜੀ, ਉਹ ਨੌਨ ਏਸੀ ਖੜਕਦੀਆਂ ਬੱਸਾਂ ਦੇ ਉੱਤੇ ਪਰ ਕਿਲੋਮੀਟਰ 1.5 ਰੁਪਈਆ ਟੈਕਸ ਜ਼ਿਆਦਾ ਜੀ। 1 ਰੁਪਈਆ 50 ਤੇ ਏਸੀ ਬੱਸਾਂ ਵੋਲਵੋ ਇਹਦੀਆਂ, ਜਿਹੜਾ ਫੁੱਟਬਾਲ ਖੇਡਦਾ ਜੋ ਐ ਲੱਗਦਾ ਫੁੱਟਬਾਲ ਨਾ ਖੇਡਦੀ, ਸਮਝਿਆ ਨਹੀਂ? ਇਹ ਜਿਹੜੀ 1.5 ਰੁਪਈਆ ਇਹਦੀਆਂ ਬੱਸਾਂ ਤੇ ਘੱਟ ਕਿਉਂ ਬਈ? ਹਨੇਰ ਹੈ, ਹਨੇਰ ਨਗਰੀ ਚੌਪਟ ਰਾਜਾ, ਟਕੇ ਸਿਰ ਭਾਜੀ ਟਕੇ ਸਿਰ ਖਾਜਾ। ਇਹ ਕੀਤਾ ਇਹਨਾਂ ਲੋਕਾਂ ਨੇ, ਐ ਫਾਇਦੇ ਦਿੱਤੇ ਇਹਨਾਂ ਨੇ। ਬਲੇਟੈਂਟ ਮਿਸਯੂਜ਼ of the chief minister's chair, blatant misuse of policy, blatant misuse। ਲੱਖੀ ਬਣਾਉਂਦਾ ਸੀ ਟਾਈਮ ਟੇਬਲ ਸਾਹਿਬ, ਜਾਣਦੇ ਹੋ ਕੌਣ ਲੱਖੀ? ਉਹ ਜਾਣਦੇ ਆ, ਮੁੰਡੀ ਹਿਲਦੀ ਹੈ ਭਾਜੀ। ਲੱਖੀ ਬਾਦਲ ਦਾ ਜਿਹੜਾ ਸਰਮੌਰ, ਉਹਦਾ ਸਭ ਤੋਂ ਵੱਡਾ ਚੇਲਾ। ਤੇ ਪੀਆਰਟੀਸੀ ਦੀ ਬੱਸ ਜਿਹੜੀ ਸੀ 3 ਸਕਿੰਟ ਨਹੀਂ ਸੀ ਕੱਢ ਦਿੰਦੇ ਅੱਡਿਆਂ ਤੇ ਇਹਦੀਆਂ ਬੱਸਾਂ 5-5 ਮਿੰਟ। ਹੈ ਨਾ ਨੇਰ? ਇਹ ਹੋ ਰਿਹਾ ਪੰਜਾਬ। ਤੇ ਮੈਂ ਤੁਹਾਨੂੰ ਕਹਿਣਾ ਕਿ ਜੇ ਕਰਪਸ਼ਨ ਦੂਰ ਕਰਨੀ ਹੈ, ਭੁੱਲ ਜੋ ਕਰਪਸ਼ਨ ਦੂਰ ਹੋਊਗਾ,
ਮੈਂ ਕਹਿੰਦਾ ਮੈਂ 7 ਜਨਮ ਲੱਗਿਆ ਰਹਿਣਾ, ਕਰਪਸ਼ਨ ਦੂਰ ਨਹੀਂ ਹੁੰਦੀ। ਤੇ ਜੇ ਕਰਪਸ਼ਨ ਦੂਰ ਹੋਣੀ ਹੈ ਨਾ ਤੇ ਪਿਰਾਮਿਡ ਦੇ ਉੱਤੇ ਜਿਹੜਾ ਬੰਦਾ ਬੈਠਾ ਇੱਕ ਇਮਾਨਦਾਰ ਪਾ ਦਿਓ ਤੇ ਭਜਾ ਦੂ ਸਾਰਿਆਂ ਨੂੰ, ਭਜਾ ਦੂ ਸਾਰਿਆਂ ਨੂੰ। ਯਾਦ ਰੱਖਿਓ ਮੇਰੀ ਗੱਲ। ਲੀ ਵੌਨ ਕੂ ਸਿੰਗਾਪੁਰ ਸਟੋਰੀ ਪੜਿਓ, ਮੇਰੇ ਹੱਥ ਦਿੱਤੀ ਸੀ ਮੇਰੇ ਪਿਓ ਨੇ। ਸਿੰਗਾਪੁਰ ਸਟੋਰੀ, ਮੱਛੀ ਮਾਰਕੀਟ ਸੀ ਸਾਹਿਬ, ਸਿੰਗਾਪੁਰ ਮੱਛੀ ਮਾਰਕੀਟ। ਉਸ ਮੱਛੀ ਮਾਰਕੀਟ ਨੂੰ ਜਿੱਥੇ ਮੱਛੀਆਂ ਦੀ ਬੋ ਮਾਰਦੀ ਹੁੰਦੀ ਸੀ, ਇੰਡੋਨੇਸ਼ੀਆ ਨੇ ਵੱਢ ਕੇ ਸਿੱਟਦਾ ਸੀ ਜਿਵੇਂ ਗਲਿਆ ਹੁੰਦਾ। ਲੀ ਵੌਨ ਕੂ ਨੇ ਅੱਜ ਵਰਲਡ ਦੀ ਨੰਬਰ 1 ਇਕਨੋਮੀ ਬਣਾਤਾ। ਬੰਦੇ ਆਪਣੀਆਂ ਕੁੜੀਆਂ ਨੂੰ ਉੱਥੇ ਪੜ੍ਹਨ ਭੇਜਦੇ ਕਿ ਨਹੀਂ ਭੇਜਦੇ? ਪੁੱਛੋ। ਇਟ ਇਜ਼ ਦੀ ਸਟਰੋਂਗੈਸਟ ਇਕਨੋਮੀ ਇਨ ਦ ਹੋਲ ਵਰਲਡ। ਕੀ ਕਿਹਾ ਉਹਨੂੰ ਲੀ ਵੌਨ ਕੂ ਨੂੰ? ਹਾਊ ਵਿਲ ਯੂ ਇਰੈਡੀਕੇਟ ਕਰਪਸ਼ਨ? ਕਹਿੰਦਾ ਆਈ ਵਿਲ ਪਨਿਸ਼ ਪੀਪਲ ਐਟ ਦੀ ਟਾਪ। ਫਿਸ਼ ਸਟਾਰਟ ਟੂ ਸਟਿੰਕ ਐਟ ਦੀ ਹੈਡ। ਮੱਛੀ ਸਿਰ ਤੇ ਗਲਦੀ ਹੈ ਤੇ ਜਦੋਂ ਹੁਕਮਰਾਨ ਉਹਨਾਂ ਦੇ ਉੱਪਰ ਬੈਠੇ ਸਿਰਮੌ ਭੁੱਖੇ ਨਹੀਂ ਭੁੱਖੜ ਹੋਣ। ਭੁੱਖਾ ਰਾਜਦਾ ਮਹਾਰਾਜ, ਭੁੱਖੜ ਨਹੀਂ ਰਾਜਦਾ। ਸੋਨੇ ਦੀਆਂ ਰੋਟੀਆਂ ਖਾਣੀਆਂ ਸੀ, ਗੋਲੀਆਂ ਤੇ 8-8 ਖਾਣੇ। ਹੱਥ ਐਂ ਕਰਦਾ, ਤੁਰਿਆ ਜਾਂਦਾ ਨਹੀਂ। ਇੱਥੇ ਨਹੀਂ, ਇੱਥੇ ਨਹੀਂ ਲੋਕ ਕੀ ਇੱਜ਼ਤ ਹੈ ਨਾ ਪਿੱਛ ਪਿੱਛੇ ਹੈ ਕੋਈ ਇੱਜ਼ਤ। ਕਿਉਂਕਿ ਤੁਸੀਂ ਜਦੋਂ ਚੋਰੀ ਕਰਦੇ ਹੋ ਸਾਹਿਬ, ਕਰਮ ਉਸ ਬੱਚੇ ਵਾਂਗ ਹੈ ਜਿਹੜਾ 100 ਗਊਆਂ ਚੋਂ ਆਪਣੀ ਮਾਂ ਲੱਭ ਲੈਂਦਾ। ਰਾਜੇ ਵੜਿੰਗ ਨੇ ਜ਼ੋਰ ਲਾਇਆ, ਪਰ ਦੇਖੋ ਕਾਨੂੰਨੀ ਦਾ ਪੇਚ। ਇਹਨਾਂ ਕੋਲ ਹਰਾਮ ਦਾ ਪੈਸਾ ਪੰਡ ਬਣੀ ਹੋਈ, ਕੋਠੀਆਂ ਭਰੀਆਂ ਹੋਈਆਂ, ਵਿੱਚੋਂ ਕੱਢਦੇ ਆ ਸਭ ਤੋਂ ਵਧੀਆ ਵਕੀਲ ਲਿਆ ਕੇ ਪੇਸ਼ ਕਰਦੇ ਨੇ। ਜਦੋਂ ਪੋਲੀਟੀਕਲ ਸੈਕਟਰੀ ਬਦਲਿਆ ਜਾਵੇ ਇਹੋ ਜਿਹੇ ਬੰਦੇ ਦਾ, ਤੇ ਜਨਾਬਰਮ ਆ ਕੇ ਖੜਦੇ। ਤੇ ਜਦੋਂ ਗੁਰੂ ਦੀ ਬੇਅਦਬੀ ਹੋ, ਇਹ ਡੇਟਾ ਨਹੀਂ ਲੈਂਦੇ। ਸ਼ਰਮ ਆਉਂਦੀ ਹੈ ਮੈਨੂੰ ਮਹਾਰਾਜ, ਸ਼ਰਮ ਆਉਂਦੀ। ਕਾਇਰ ਆਦਮੀ ਰੋਜ਼ 50 ਵਾਰ ਮਰਦਾ, ਰੋਜ਼। ਲੇਕਿਨ ਸਿੱਧੂ ਵਰਗਾ ਬਹਾਦਰ ਸੁਤੰਤਰਤਾ ਦੀ ਸੈਨਾਨੀ ਨਵਜੋਤ ਸਿੰਘ ਸਿੱਧੂ, ਭਗਵੰਤ ਸਿੰਘ ਸਿੱਧੂ ਦਾ ਪੁੱਤਰ, ਜ਼ਿੰਦਗੀ 'ਚ 1 ਵਾਰ ਮਰੂ। 1 ਵਾਰ ਠੋਕ ਕੇ ਕਹਿੰਦਾ ਸੀ, ਠੋਕ ਕੇ ਕਹਿੰਦਾ ਹਾਂ, ਤੇ ਠੋਕ ਕੇ ਕਹਿੰਦਾ ਰਹੂੰ। ਮੈਂ ਜਾਣਦਾ ਲੜਾਈ ਕਿਹਦੇ ਨਾਲ, ਲੇਕਿਨ ਮੈਂ ਲੋਕਾਂ ਦੀਆਂ ਅੱਖਾਂ ਖੋਲੂ। ਤੁਸੀਂ ਕੀ ਸੋਚਦੇ ਹੋ ਕਿ ਗੁਰੂ ਦੀ ਬੇਅਦਬੀ ਦਾ ਇਨਸਾਫ ਸਿਰਫ ਅਦਾਲਤਾਂ ਨੇ ਕਰਨਾ? ਭਾਜੀ, ਅਦਾਲਤ ਉਹ ਇਨਸਾਫ ਕਰਦੀ ਹੈ ਜਿਹੜਾ ਤੁਸੀਂ ਪ੍ਰੂਫ ਤੇ ਐਵੀਡੈਂਸ ਸਬਮਿਟ ਕਰੋ। ਜਦੋਂ ਤੁਸੀਂ ਜਾਣ ਬੁੱਝ ਕੇ ਉਹਨੂੰ ਵੀਕਨ ਕਰ ਦਿਓਗੇ ਤੇ ਡਿਫੈਂਸ ਵੀਕ ਹੋ ਜੂਗੀ। ਲੇਕਿਨ ਇਹ ਇਨਸਾਫ ਕੱਲੇ ਅਦਾਲਤਾਂ 'ਚ ਨਹੀਂ ਹੋਣੇ, ਪੰਜਾਬ ਦੀ ਲੋਕਾਂ ਦੀ ਅਦਾਲਤ 'ਚ ਇਨਸਾਫ ਹੋਣੇ ਆ ਸਾਹਿਬ। ਲੋਕ ਕਰਨਗੇ ਇਨਸਾਫ। ਪਹਿਲਾਂ ਵੀ ਕੀਤਾ ਸੀ, ਅੱਜ ਵੀ ਕਰ। ਉਹ ਪੰਥ ਜਿਹਦੇ ਸਿਰ ਦੇ ਉੱਤੇ 40 ਸਾਲ ਰਾਜ ਕੀਤਾ, ਇਹਨਾਂ ਦੇ ਅੱਗੇ ਡਟ ਕੇ ਖੜਾ, ਠੋਕ ਕੇ ਠੋਕ। ਇਹਦੇ ਉਹ ਲੋਕ ਨੇ ਜਿਹੜੇ ਕ੍ਰੈਡਿਟ ਦੇ ਵਾਸਤੇ ਕਿਸੇ ਨੂੰ ਵੀ ਮਾਰਦੇ। ਜਦੋਂ ਕਰਤਾਰਪੁਰ ਸਾਹਿਬ ਖੁੱਲਿਆ, ਸਭ ਤੋਂ ਵੱਧ ਵਿਰੋਧ ਕੌਣ ਕਰਦਾ ਸੀ? ਤੇ ਸਿੱਧੂ ਨੇ ਸਿਆਸਤ ਕੀਤੀ। ਮੈਂ ਇਹਨੂੰ ਕਿਹਾ, ਮੈਂ ਕਿਹਾ ਤੂੰ ਖੁਲਾ ਹੋਏ, ਤੇਰੇ ਪਿੱਛੇ ਤੁਰੂ, ਤੇਰੀ ਜੈ ਜੈਕਾਰ ਕਰੂ, ਤੇਰੇ ਪੈਰ ਤੋਂ। ਇਹ ਸਿਆਸਤ ਕ੍ਰੈਡਿਟ ਵਾਰਫੇਅਰ ਬਣ ਗਿਆ ਵੀ ਫਲਾਣੇ ਨੂੰ ਕ੍ਰੈਡਿਟ ਲੈਣ ਨਹੀਂ ਦੇਣਾ, ਇੱਕੋ ਹੀ ਬੰਦਾ ਕ੍ਰੈਡਿਟ ਲਊ, ਮੁੱਖ ਮੰਤਰੀ। ਉਹੀ ਫੋਟੋ ਲਾਊ, ਚਾਹੇ ਝੂਠ ਹੈ ਸੱਚ ਹੈ, ਤੇ ਫੋਟੋ ਦੇ ਨਾਲ ਬੰਦੇ ਭਰਮਾਊ। ਇਹ ਨਹੀਂ ਹੋਣਾ, ਕਿਉਂਕਿ ਜੇ ਫੋਟੋ ਲਾਉਣੀ ਹੈ ਲੋਕਾਂ ਦੇ ਦਿਲਾਂ 'ਚ ਲਾਓ, ਦਿਲਾਂ 'ਚ। ਉਹ ਕੰਮ ਕਰੋ ਕਿ ਤੁਹਾਨੂੰ ਪ੍ਰੂਫ ਦੇਣ ਦੀ ਲੋੜ ਨਾ ਪਵੇ ਸਾਹਿਬ। ਸੂਰਜ ਪ੍ਰਮਾਣ ਨਹੀਂ ਦਿੰਦਾ ਉਹਦੇ ਵਿੱਚ ਪ੍ਰਕਾਸ਼, ਉਹ ਤਾਂ ਤੇਜ ਪ੍ਰਮਾਣ ਹੈ, ਉਹਦੇ ਵਿੱਚ ਪ੍ਰਕਾਸ਼। that which needs to be proven is not worth a toss। ਇਹ ਬੋਰਡਾਂ ਨਾਲ ਨਹੀਂ ਜਿੱਤਣਾ ਕਿਸੇ ਨੇ। ਜਿਹਨੇ ਵੱਧ ਤੋਂ ਵੱਧ ਬੋਰਡ ਅੰਮ੍ਰਿਤਸਰ ਚ ਲਾਏ ਉਹ ਹਰਿਆ 25,000। ਲੋਕ ਇੰਨੇ ਸਿਆਣੇ ਆ ਸਾਹਿਬ, ਕੋਈ 20,000 ਰੁਪਇਆ ਲੈ ਲਵੇ ਕਿਸੇ ਤੋਂ, ਯਾਨੀ ਦੀ ਚਾਹ ਦੀ ਦੁਕਾਨ ਦੇ ਉੱਤੇ ਪੋਤੜੇ ਖੋਲ ਦਿੰਦੇ ਆ ਲੋਕ। 20,000 ਨੂੰ ਦੱਸਦੇ, ਸਮਝੇ ਨਹੀਂ? ਇਹ ਕੋਈ ਇਮਾਨਦਾਰੀ ਨਿਭਾਵੇ ਤੇ ਉਹਨੂੰ ਇਮਾਨਦਾਰੀ ਨਾਲ ਜਿਤਾਉਂਦੇ ਵੀ ਆ ਲੋਕ। ਮੈਂ ਸਰਦਾਰ ਸਾਹਿਬ ਤੁਹਾਨੂੰ ਪੁੱਛਦਾ, ਮੈਂ 5 ਇਲੈਕਸ਼ਨ ਜਿੱਤਿਆ, ਕਿੰਨੇ ਪੈਸੇ ਲੱਗੇ ਹੋਣੇ ਸਿੱਧੂ?
ਲੋਕ ਤੇ ਆਂਦੇ ਆ 5 ਕਰੋੜ 8 ਕਰੋੜ 20 ਕਰੋੜ ਚ ਇਲੈਕਸ਼ਨ ਲੜਿਆ ਜਾਂਦਾ, ਕਿਉਂ ਸੁਣਦੇ ਹੋ ਨਾ? ਤੇ ਫਿਰ ਮੈਨੂੰ ਵੀ ਦੱਸ ਦਿਓ ਉਸਤਾਦ ਸਾਹਿਬ, ਮੈਂ ਕਿੰਨੇ ਪੈਸੇ ਲਾਏ ਆਪਣੇ? ਕੋਈ ਗੈਸ? ਇੱਕ 5 ਇਲੈਕਸ਼ਨਾਂ ਦੇ 5 ਕਰੋੜ ਲਾਤਾ ਹੋਊ। ਹਾਂਜੀ 5 ਇਲੈਕਸ਼ਨ ਤੇ 5 ਕਰੋੜ 45 ਲੱਖ। ਇਮਾਨਦਾਰੀ ਦੀ ਕਦਰ ਹੈ, ਇਹ ਠੀਕ ਹੈ ਬਈ ਕਿਸੇ ਨੂੰ ਫੜ ਕੇ ਮੋਦੀ ਮੀਡੀਆ ਵਾਲੇ ਨੂੰ ਪੁੱਠੀ ਖਬਰ ਚਲਾ ਦਿਓ, ਇਹ ਠੀਕ ਹੈ। ਇਹ ਭਾਈ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵੀ ਗਾਲਾਂ ਹੀ ਕੱਢੀ ਜਾਓ, ਫਲਾਨਾ ਬੰਦਾ ਫਲਾਨਾ, ਇਹਦਾ ਕੀ ਹੋ ਜਾਣਾ ਵੀ? ਵੀ ਨੀਤੀਗਤ ਤਰੀਕੇ ਨਾਲ ਕੋਈ ਗੱਲ ਦੱਸੋ ਯਾਰ, ਵੀ ਐਂ ਬਿਹਤਰ ਹੋ ਜੂ। ਮੈਂ ਲਕੀਰ ਐ ਲੰਬੀ ਕਰਦਾ। ਤੁਹਾਡੇ ਸਵਾਲ ਦਾ ਵੀ ਮੈਂ ਬੜੇ ਵਿਸਤਾਰ ਨਾਲ ਜਵਾਬ ਦਿੱਤਾ, ਠੋਕ ਕੇ ਦਿੱਤਾ। ਭਾਜੀ ਤੀਜਾ ਸਵਾਲ। ਹਾਂਜੀ ਵੀਰ ਜੀ। ਭਾਜੀ ਤੁਸੀਂ ਲਓ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਰ ਮੇਰਾ ਨਾਮ ਰਫਤਾਰ ਸਿੰਘ ਹੈ ਤੇ ਸਰ ਤੁਹਾਡਾ ਇਹ ਕਦਮ ਹੈ ਜਿਹੜਾ ਲੋਕਾਂ ਦੀਆਂ ਗੱਲਾਂ ਲੋਕਾਂ 'ਚ ਆ ਕੇ ਸੁਣਨ ਦਾ, ਇਹ ਬਿਲਕੁਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੈ। ਜਿਵੇਂ ਉਹ ਜਾਇਆ ਕਰਦੇ ਸੀ ਲੋਕਾਂ 'ਚ ਉਹਨਾਂ ਦੀਆਂ ਗੱਲਾਂ ਸੁਣਨ, ਪਰ ਉਹ ਅੱਗੇ ਉਹਦੇ ਤੇ ਅਮਲ ਵੀ ਕਰਦੇ ਸੀ, ਉਹਨੂੰ ਗੱਲ ਨੂੰ ਦਿਲ 'ਚ ਲੈ ਕੇ ਵੀ ਜਾਂਦੇ ਸੀ। ਸੋ ਮੇਰੀ ਇੱਕ ਤੁਹਾਨੂੰ ਧਿਆਨ ਇੱਕ ਛੋਟੇ ਜਿਹੇ ਮੁੱਦੇ ਵੱਲ ਦਿਵਾਉਣ ਦਾ ਹੈ ਕਿ ਰਿਜ਼ਰਵੇਸ਼ਨ ਆਪਣੇ ਸਮਾਜ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕੁਝ ਲੋਕ ਪਿੱਛੇ ਰਹਿ ਗਏ। ਪਰ ਇਹ ਇੰਨੀ ਵੱਧ ਗਈ ਕਿ ਹੁਣੇ ਐਕਸਾਈਜ਼ ਇੰਸਪੈਕਟਰ ਦੀਆਂ ਵੈਕੈਂਸੀਆਂ ਨਿਕਲੀਆਂ ਤਾਂ ਰਿਜ਼ਰਵੇਸ਼ਨ ਸੀ 83%। ਹੁਣੇ ਕਲਰਕ ਦੀਆਂ ਵੈਕੈਂਸੀਆਂ ਨਿਕਲੀਆਂ, ਰਿਜ਼ਰਵੇਸ਼ਨ ਸੀ 86%। 14% ਜਗ੍ਹਾ ਬਚੀ ਹੈ ਸਿਰਫ ਸਾਡੇ ਵਾਸਤੇ। ਇੱਕ ਦੂਜਾ ਸਰ, ਅਸੀਂ ਮਿਹਨਤ ਨਾਲ ਜ਼ਮੀਨਾਂ ਕਮਾਈਆਂ, ਮੇਰੇ ਦਾਦਾ ਜੀ ਨੇ ਢੂਈ ਰਗੜ ਕੇ ਜ਼ਮੀਨਾਂ ਬਣਾਈਆਂ, ਮੇਰੇ ਪਿਤਾ ਨੇ ਮਿਹਨਤ ਕੀਤੀ, ਅੱਜ ਸਾਡੇ ਕੋਲ ਜ਼ਮੀਨ ਲੈਂਡ ਸੀਲਿੰਗ ਤੋਂ ਜ਼ਿਆਦਾ ਹੈ। ਤੇ ਅੱਜ ਇੱਕ ਨੌਨ ਕਿਸਾਨੀ ਬੈਕਗ੍ਰਾਉਂਡ ਤੋਂ ਸੀਐਮ ਚੁਣਨ ਦਾ ਸਾਡੇ ਸਾਹਮਣੇ ਨਤੀਜਾ ਹੈ ਕਿ ਸਾਡੇ ਡਾਟੇ ਇਕੱਠੇ ਕੀਤੇ ਜਾ ਰਹੇ ਆ, ਸਾਡੀਆਂ ਲਿਸਟਾਂ ਬਣਾਈਆਂ ਜਾ ਰਹੀਆਂ। ਜਦੋਂ ਹਿਟਲਰ ਨੇ ਜਿਊਜ਼ ਨੂੰ ਮਾਰਨਾ ਸੀ, ਸਭ ਤੋਂ ਪਹਿਲਾਂ ਲਿਸਟਾਂ ਹੀ ਇਕੱਠੀਆਂ ਕੀਤੀਆਂ ਗਈਆਂ ਸੀ। ਤੇ ਇਹ ਵੀ ਇੱਕ ਲਿਸਟ ਹੈ, ਅਸੀਂ ਇਹਨੂੰ ਛੋਟੇ ਜਾਂ ਇਹਨੂੰ ਇਗਨੋਰ ਨਹੀਂ ਕਰ ਸਕਦੇ। ਅਗਲੇ ਦਿਨ ਜਦੋਂ ਰੌਲਾ ਪੈਂਦਾ ਤਾਂ ਕਦਮ ਵਾਪਸ ਲੈ ਜਾਂਦੇ ਆ, ਪਰ ਇੰਨੇ ਚੋਂ ਆਪਣੀ ਸੋਚ ਵਿਖਾ ਗਏ ਕਿ ਉਹ ਸਾਡੇ ਬਾਰੇ ਕੀ ਸੋਚਦੇ ਆ, ਸਾਡੀਆਂ ਜ਼ਮੀਨਾਂ ਬਾਰੇ ਕੀ ਸੋਚਦੇ ਆ ਤੇ ਸਾਡੇ ਭਵਿੱਖ ਬਾਰੇ ਕੀ ਸੋਚਦੇ ਆ। ਗੱਲ ਮਾਈਗ੍ਰੇਸ਼ਨ ਦੀ ਹੋਈ, ਅਸੀਂ ਇੱਥੇ ਕਿਉਂ ਰਹੀਏ? ਜਦੋਂ ਅਸੀਂ ਮਿਹਨਤ ਕਰਾਂਗੇ ਤਾਂ ਕਮਾਈ ਕਰਾਂਗੇ ਨਾ, ਗਰੋ ਕਰਾਂਗੇ ਤਾਂ ਜ਼ਮੀਨ ਲਵਾਂਗੇ, ਪ੍ਰਾਪਰਟੀ ਲਵਾਂਗੇ, ਬਾਅਦ ਚੋਂ ਜਿੰਨੀ ਸਰਕਾਰ ਲੈ ਸਕਦੀ ਹੈ, ਤਾਂ ਅਸੀਂ ਕਿਉਂ ਇੱਥੇ ਰਵਾਂਗੇ? ਇੱਕ ਦੂਜਾ ਸਰ, ਜਿਹੜਾ ਇਹ 32% ਕਹਿ ਕੇ ਤੁਸੀਂ ਗੱਲ ਕਰ ਰਹੇ ਹੋ, ਇਹ ਸਭ ਤੋਂ ਵੱਡਾ ਮਿੱਥ ਤੇ ਸਭ ਤੋਂ ਵੱਡਾ ਝੂਠ ਹੈ ਪੰਜਾਬ ਦਾ। ਕਿਉਂਕਿ ਜੇ ਆਪਾਂ ਇਹ ਕਵਾਂਗੇ ਕਿ 32% ਚੋਂ ਬਣਾਉਣਾ ਹੈ ਤਾਂ ਫਿਰ 68% ਚੋਂ ਕਿਉਂ ਨਹੀਂ? ਇੱਕ ਦੂਜਾ ਸਰ, ਜਿਹੜੀ ਉਹ 32 ਵੀ ਹੈ ਤਾਂ ਉਹ ਬਹੁਤ ਜ਼ਿਆਦਾ 5-6 ਕਮਿਊਨਿਟੀ ਚੋਂ ਰਲਾ ਕੇ ਮਿਲਿਆ, ਸਿੰਗਲ ਯੂਨਿਟ ਨਹੀਂ ਹੈ। ਤੇ ਜੇ ਆਪਾਂ ਸਿੰਗਲ ਯੂਨਿਟ ਦੇਖਣਾ ਤਾਂ ਉਹ ਤਾਂ ਫਿਰ ਜੱਟ ਹੈ 20%, ਫਿਰ ਉਹ ਕਿਉਂ ਨਹੀਂ? ਦੂਜਾ ਸਰ, ਸੱਤਾ ਤੇ ਉਹ ਕਾਬਜ਼ ਹੁੰਦਾ ਜੋ ਸੱਤਾ ਪਰਿਵਰਤਨ ਕਰਦਾ ਹੈ। ਸੱਤਾ ਪਰਿਵਰਤਨ ਤੁਸੀਂ ਕੀਤਾ, ਇਹ ਤਾਂ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਜੇ ਅੱਜ ਕੈਪਟਨ ਟਾਰਗੇਟ ਕਰ ਰਹੇ ਆ ਤਾਂ ਸਿਰਫ ਤੇ ਸਿਰਫ ਤੁਹਾਨੂੰ। ਜੇ ਕਿਸੇ ਹੋਰ ਨੇ ਕੀਤਾ ਹੁੰਦਾ ਤਾਂ ਉਹਨਾਂ ਦਾ ਨਾਮ ਲੈਂਦੇ। ਤੇ ਫਿਰ ਜਿਹਨੇ ਲਾਇਆ ਉਹ ਕਿਉਂ ਨਾ ਬੈਠੇ? ਲੀਡਰ ਉਹ ਬਣੇ ਜਿਹਨੂੰ ਲੋਕ ਸੁਣ ਜਾਂਦੇ ਆ। ਤੇ ਜੇ ਇਸੇ ਤਰੀਕੇ ਨਾਲ ਹੀ ਲੀਡਰ ਬਣਾਉਣੇ ਆ, ਉਸ ਸਵਾਲ ਇਹ ਹੈ ਸਰ, ਲੈਂਡ ਸੀਲਿੰਗ ਰਿਜ਼ਰਵੇਸ਼ਨ ਕਿੰਨੀ ਵਧਾਉਣੀ ਹੈ? ਕੀ ਇਹ 98% ਤੱਕ ਲੈ ਕੇ ਜਾਣੀ ਹੈ? ਤੇ ਕੀ ਸਾਡੀਆਂ ਜ਼ਮੀਨਾਂ ਕਮਾਈਆਂ ਵੀਆਂ ਖੋ ਕੇ ਛੱਡਣੀਆਂ? ਕੀ ਇਹਦੇ ਤੇ ਤੁਹਾਡਾ ਜਵਾਬ ਹੈ ਸਰ? ਇਸ ਜਵਾਬ 'ਚ ਬੜੇ ਲੋਕ ਉਲਝ ਜਾਂਦੇ ਆ ਤੇ ਬੜੇ ਲੋਕ ਪੋਲੀਟੀਕਲੀ ਗਲਤ ਜਵਾਬ ਦੇ ਕੇ ਫਸ ਵੀ ਜਾਂਦੇ ਆ, ਫਿਰ ਨਾਰੇ ਵੀ ਲੱਗਦੇ ਆ, ਬੜਾ ਹੰਗਾਮਾ ਹੁੰਦਾ। ਦੇਖੋ ਛੋਟੇ ਭਾਈ, ਦੀ ਬੇਨ ਆਫ ਇੰਡੀਅਨ ਸੋਸਾਇਟੀ ਇਜ਼ ਇਹ ਮੈਰਿਟ ਇਗਨੋਰ ਹੋ ਜਾਂਦਾ। ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਮੈਰਿਟ ਨੂੰ ਆਨਰ, ਕੋਈ ਮੈਨੂੰ 100 ਗਾਲ ਕੱਢੇ, ਜੇ ਪੰਜਾਬ ਲਈ ਚੰਗਾ ਹੈ, ਚੰਗੀ ਮਿਹਨਤ ਕਰਨ ਵਾਲਾ ਬੰਦਾ ਹੈ ਔਰ ਡਿਜ਼ਰਵ ਕਰਦਾ, ਮੈਂ ਉਹਨੂੰ ਪਹਿਲ ਦਊਂਗਾ। ਮੇਰੀ ਉਹਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ। ਸਵਾਲ ਇੰਨਾ ਹੀ ਹੈ ਕਿ ਕੌਣ ਡਿਜ਼ਰਵ ਕਰਦਾ ਕੌਣ ਨਹੀਂ। ਵੇਖੋ ਸਬਸਿਡੀਆਂ ਜ਼ਰੂਰੀ ਨੇ ਕਿਉਂਕਿ ਕਈ ਪਛੜੇ ਲੋਕ ਨੇ, ਲੇਕਿਨ ਅਗਰ ਉਹ ਪਛੜੇ ਲੋਕ 3-3 ਪੀੜ੍ਹੀਆਂ ਦੇ ਅਫਸਰ ਨੇ IAS ਤੇ ਫਿਰ ਉਹਨਾਂ ਨੂੰ ਕੋਈ ਉਹ ਫਾਇਦਾ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਜਿਹੜੀਆਂ ਸਬਸਿਡੀਆਂ ਬਿਜਲੀ ਦੀਆਂ ਨੇ, ਜਿਹੜਾ ਜੱਟ 100 ਕਿੱਲੇ ਲਈ ਬੈਠਾ, ਬਾਦਲ ਨੂੰ ਹੁਣ ਕੀ ਬਿਜਲੀ ਫ੍ਰੀ ਦੇਵੋਗੇ ਵੀ ਤੁਸੀਂ? ਹੈ ਇਹ ਤੇ 5000 ਏਕੜ ਲਈ ਫਿਰਦਾ। ਇਹਨਾਂ ਨੂੰ ਕਦੇ ਰੋਕਿਆ?
ਸੋ ਮੇਰਾ ਬੜਾ ਸਿੰਪਲ ਜਿਹਾ ਆਨਸਰ ਹੈ ਛੋਟੇ ਵੀ, ਕਿ ਜਿੱਦਣ ਤੁਸੀਂ ਮੈਰਿਟ ਨੂੰ ਆਨਰ ਕਰਨ ਲੱਗ ਜਾਓਗੇ, ਤੇਰੇ ਵਰਗੇ ਮਿਹਨਤੀ ਬੰਦਿਆਂ ਦੀ ਜਿਹੜੀ ਮਿਹਨਤ ਹੈ ਉਹਦਾ ਮੁੱਲ ਪਾਉਣ ਲੱਗ ਜਾਓਗੇ, ਤੇ ਤੁਸੀਂ ਪ੍ਰੋਪਰ ਸਰਵੇ ਕਰਾ ਕੇ ਇਕਨੋਮਿਕ ਬੈਕਗ੍ਰਾਉਂਡ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖੋ। ਮੈਂ ਕਹਿੰਦਾ ਭਾਰਤ ਸਰਕਾਰ ਨੂੰ ਇਹ ਪਤਾ ਹੋਵੇ ਵੀ ਗਰੀਬ ਹੈਗੇ ਨੇ ਤੇ ਮੈਨੂੰ ਦੱਸ ਦੇ ਭਾਈ, ਬੀਪੀਐਲ ਦਾ ਸਰਵੇ ਕਦ ਹੋਇਆ ਸੀ ਉਹ ਦੱਸ ਦਿਓ, ਤੇ ਗਰੀਬ ਕੌਣ ਹੈ ਇਹ ਕਿਸੇ ਨੂੰ ਪਤਾ ਹੈ? ਤੇ ਜੇ ਕਿਸੇ ਨੂੰ ਇਹ ਨਹੀਂ ਪਤਾ ਵੀ ਗਰੀਬ ਕੌਣ, ਉਹਦਾ ਭਲਾ ਕਿਵੇਂ ਕਰੂ? ਮੇਰਾ ਸਵਾਲ ਹੈ, ਮੈਂ ਤੁਹਾਡੀ ਗੱਲ ਦਾ ਹੀ ਸਵਾਲ ਦੇ ਰਿਹਾ, ਜਵਾਬ ਦੇ ਰਿਹਾ ਬੇਟਾ, ਕਿ ਕਿਸ ਹਾਲਤ ਤੇ ਅਸੀਂ ਇਸ ਦੇਸ਼ ਨੂੰ ਲਿਆ ਕੇ ਖੜਾ ਕਰਤਾ, ਅੰਕੜਿਆਂ ਤੇ ਖੜਾ ਕਰਤਾ। ਅਸੀਂ ਇੱਕ ਭ੍ਰਮ, ਮਾਇਆ ਜਾਲ, ਮਿਰਾਜਸ ਆਫ ਇਲੂਜ਼ਨ, ਜਦੋਂ ਰੇਗਿਸਤਾਨ ਚ ਜਾਂਦਾ ਨਾ ਬੰਦਾ ਪੈਦਾ, ਉਹ ਪਾਣੀ ਪਾਣੀ ਪਾਣੀ, ਉੱਥੇ ਜਾਂਦਾ ਉਹ ਪਾਣੀ ਹੈ ਨਹੀਂ, ਇਹ ਮਿਰਾਜ ਖੜੇ ਕਰਤੇ ਅਸੀਂ। ਅੱਜ ਕਿਸੇ ਨੂੰ ਇਹ ਪਤਾ ਹੈ ਕਿ ਜਿਹੜਾ ਪੀਡੀਐਸ ਸਿਸਟਮ ਕਾਂਗਰਸ ਲਿਆਈ ਸੀ, ਐਫਸੀਆਈ ਹੋਵੇ, ਪੀਡੀਐਸ ਹੋਵੇ, ਐਮਐਸਪੀ ਹੋਵੇ, ਕਾਂਗਰਸ ਲਿਆਈ, ਉਸ ਪੀਡੀਐਸ ਸਿਸਟਮ ਚ 70 ਕਰੋੜ ਗਰੀਬਾਂ ਨੂੰ ਸਸਤਾ ਅਨਾਜ ਦਿੱਤਾ ਜਾਂਦਾ ਸੀ। ਸ਼ਾਂਤਾ ਕੁਮਾਰ ਕਮੇਟੀ ਆਈ ਤੇ ਕਹਿਤਾ ਵੀ ਹੁਣ ਗਰੀਬ ਘਟ ਗਿਆ 40 ਕਰੋੜ, 30 ਕਰੋੜ ਗਰੀਬਾਂ ਨੂੰ ਉਹਦੇ ਚੋਂ ਕੱਟ ਕੇ ਪਰੇ ਮਾਰਿਆ। ਕਿ ਸੰਕੜੇ ਤੇ, ਕਿਹੜੇ ਸਰਵੇ ਤੇ, ਜਿਹੜੀ ਗਿੱਦੜ ਸੰਗੀ ਸੀ ਜਿਹੜੀ ਤੁਹਾਨੂੰ ਪਤਾ ਲੱਗ ਗਿਆ? ਜਦੋਂ ਤੁਹਾਨੂੰ ਇਹੀ ਨਹੀਂ ਪਤਾ ਕਿ ਬੀਪੀਐਲ ਹੈ ਕੌਣ, ਤੁਹਾਡੇ ਕੋਲ ਕੋਈ ਬੈਂਚਮਾਰਕ ਹੈ ਕਿ ਭਾਈ ਫਲਾਨਾ ਬੀਪੀਐਲ ਸੀ, ਅਸੀਂ ਉਹਦੀ 3 ਸਾਲ 5 ਸਾਲ ਸਰਕਾਰ ਨੇ ਮਦਦ ਕੀਤੀ ਔਰ ਉਹ ਬੀਪੀਐਲ ਕੋਟੇ ਚੋਂ ਬਾਹਰ ਆ ਗਿਆ, ਅਸੀਂ ਉਹਨੂੰ ਬਿਹਤਰ ਕਰਤਾ, ਜਾਂ ਉਹ ਥੱਲੇ ਚਲਿਆ ਗਿਆ, ਹੈ ਕੋਈ ਬੈਂਚਮਾਰਕ? ਮਤਲਬ ਫਰੇਬ, ਝੂਠ, ਕੱਪੜੇ ਢਕਣ ਨੂੰ। ਇਸ ਕਰਕੇ ਮੈਂ ਕਹਿਣਾ ਕਿ ਸੱਚ ਦੀ ਪਹਿਰੇਦਾਰੀ ਅਗਰ ਕਰੋਗੇ, ਤੁਹਾਨੂੰ ਬੰਦਾ ਸਹੀ ਲਿਆਉਣਾ ਪਊ। ਮੇਰੀ ਗੱਲ ਯਾਦ ਰੱਖਿਓ, ਮੈਂ ਫੇਰ ਕਹਿ ਰਿਹਾ, ਆਖਰੀ ਮੌਕਾ ਹੈ ਪੰਜਾਬ ਦਾ, ਅਰਾਜਕਤਾ ਫੈਲ ਜੂ। ਕਿਉਂਕਿ ਜੇ ਹੁਣ ਅਸੀਂ ਉਹ ਜਿਹੜਾ ਬਾਕੀ ਦਾ 12-14 ਹਜ਼ਾਰ ਕਰੋੜ ਬਚਦਾ ਉਹ ਵੀ ਗਵਾ ਲਿਆ, ਤੇ ਇਸੇ ਤਰ੍ਹਾਂ 5-5 ਸਾਲਾਂ ਦੇ ਵਿੱਚ 1 ਲੱਖ ਕਰੋੜ ਕਰਜ਼ਾ ਵੱਧਦਾ ਗਿਆ, ਤੇ ਫਿਰ ਇਹ ਉੱਠੀ ਰਾਹ ਤੇ ਤੁਰੇ ਜਿਹੜੇ ਲੋਕ ਨੇ, ਸਿੱਧੀ ਰਾਹ ਤੇ ਆਉਣਾ ਮੁਸ਼ਕਿਲ ਹੋ ਜੂ ਬੇਟਾ। ਕਿਉਂਕਿ ਇਹ ਜਿਹੜਾ ਵਿਤਕਰਾ ਹੈ ਨਾ, ਲੱਗਦਾ ਬੰਦੇ ਨੂੰ ਵੀ ਯਾਰ ਮੇਰੇ ਨਾਲ ਆਹ ਹੋ ਗਿਆ, ਮੇਰੇ ਨਾਲ ਤਾਂ ਵਿਤਕਰਾ ਹੋ ਗਿਆ। ਸਰਕਾਰਾਂ ਮਾਂ-ਬਾਪ ਹੁੰਦੀਆਂ ਨੇ ਬੇਟਾ, ਸਰਕਾਰ ਦਾ ਇੱਕ ਵਕਾਰ ਹੁੰਦਾ, ਵਕਾਰ ਦਾ ਮਤਲਬ ਹੈ ਸਰਕਾਰ ਦੇ ਭਰੋਸੇਯੋਗਤਾ, ਉਹਦਾ ਵਕਾਰ ਹੈ। ਨਵਜੋਤ ਸਿੰਘ ਸਿੱਧੂ ਕੁਛ ਕਹੇ, ਵਿਰੋਧੀ ਵੀ ਆ ਕੇ ਕਹੂਗਾ ਵੀ ਸਿੱਧੂ ਇਮਾਨਦਾਰ, ਇਦੋਂ ਵੱਡੀ ਕਿਹੜੀ ਚੀਜ਼ ਹੈ? ਇਹੀ ਵਕਾਰ। ਇਸੇ ਕਰਕੇ ਆਵਾਜ਼ ਨਿਕਲਦੀ ਹੈ, ਇਸੇ ਕਰਕੇ ਕਦੇ ਡਰਿਆ ਨਹੀਂ। ਇਸ ਕਰਕੇ ਸਰਕਾਰਾਂ ਨੂੰ ਇਹ ਚਾਹੀਦਾ ਮਾਂ-ਬਾਪ ਹਨ ਤੇ ਸ਼ਾਸਕ ਭਾਵ ਸਿੱਟ ਕੇ ਪਰਿਵਾਰਕ ਏਕਤਾ ਜਗਾਉਣ ਪੰਜਾਬ 'ਚ। ਇਹ ਕਿਉਂ? ਇਹ ਇੱਕ ਦੂਜੇ ਦੇ ਨਾਲ ਈਰਖਾ ਕਿਉਂ? ਇਹ ਅੰਬੇਡਕਰ ਸਾਹਿਬ ਨੇ ਰਚੀ ਫਰੈਟਰਨਿਟੀ। ਸਾਡੀਆਂ ਜ਼ਾਤਾਂ ਅੱਡ ਹੋ ਸਕਦੀਆਂ, ਸਾਡੀਆਂ ਭਾਸ਼ਾਵਾਂ ਅੱਡ ਹੋ ਸਕਦੀਆਂ, ਅਸੀਂ ਵੱਖ-ਵੱਖ ਕਲਚਰਾਂ ਦੇ ਹੋ ਸਕਦੇ ਹਾਂ, ਲੇਕਿਨ ਅਸੀਂ ਪਰਿਵਾਰਕ ਏਕਤਾ ਦੇ ਵਿੱਚ ਬੰਨੇ ਹੋਏ ਹਾਂ। ਜੇਲ੍ਹ ਦੀ ਵੀ ਏਕਤਾ ਹੁੰਦੀ ਹੈ, ਲੇਕਿਨ ਅਸੀਂ ਪਰਿਵਾਰਕ ਏਕਤਾ ਦੇ ਵਿੱਚ ਬੰਨੇ ਹੋਏ ਹਾਂ। ਹਿੰਦੁਸਤਾਨ ਅਖੰਡ ਹੈ, ਇਹ ਏਕਤਾ ਇੱਥੇ ਸਿਰਜ ਲੋ ਨਾ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਵੇਂ ਗੁਰਾਂ ਦੇ ਨਾਮ। ਤੇ ਕੀ ਕਿਹਾ ਦਸਮ ਪਾਤਸ਼ਾਹ ਨੇ? ਹੰਡਾ ਕਮਾਇਆ, ਖਾਲਸਾ ਰਚਿਆ, ਕਿਸੇ ਦੀ ਜ਼ਾਤ ਨੇ ਕੀ ਹੈ? ਸਿੱਧਾ ਸੰਪਰਕ ਰੱਬ ਨਾਲ, ना जात ना पात, एकस पिता एकस के हम बारक, मानस की जात सब है एक ही पहचान वो। क्यों ना मनीए? इसे करके जो सेंटर की सरकार किसी एक धर्म को पहल दिंदी है, पंजाब नहीं मनता, पंजाब पुठा तुरदा है। क्योंकि पंजाब मनता अव्वल अल्लाह नूर पाया कुदरत के सब बंदे, एक नूर ते सब जग उपजा कौन भले को मंदे। सिद्धू तो कहा के दिखाई कोई कहावे। इस करके असी वंड ते पोलराइजेशन करती, सानू गुरुओं तो दूर ले गए, साडी पहचान मिटाती। महाराजा रणजीत सिंह का नाम लिया बेटा तू, महाराजा रणजीत सिंह का सूबा देख की सी, आओ उथों चक के अज तक अफगानिस्तान फतेह किया कि नलवा उत्थे जा चढ़िया सी, हैं?
ਉਹ ਚਾਈਨਾ ਤੋਂ ਲੈ ਕੇ ਕੱਚ ਪਨਿਨਸੂਲੇ ਤੱਕ ਪੰਜਾਬ ਸੀ। ਹੰਗਾਰਾ ਮਾਰਦਾ ਸੀ, ਗੋਰੇ ਸਤਲੁਜ ਨਹੀਂ ਸੀ ਟੱਪਦੇ। ਵੱਡਿਆ 10 ਲੱਖ ਲੋਕਾਂ ਦੀ ਮੌਤ ਹੋਈ ਬੇਟਾ, ਮੇਰੇ ਦਾਦੇ ਪੜਦਾਦੇ ਝੇਲਿਆ। ਹਿੰਦ ਦੀ ਚਾਦਰ, ਨੌਵੀਂ ਪਾਤਸ਼ਾਹੀ, ਕੀ ਬਲਿਦਾਨ ਦਿੱਤੇ ਉਹਨਾਂ ਨੇ ਹੈ। ਤੇ ਵੇਖੋ ਪੰਜਾਬ ਦੀਆਂ 1 ਲੱਖ ਬੇਟੀਆਂ ਬੇਆਬਰੂ ਹੋਈਆਂ ਬੇਟਾ, ਕੋਈ ਸਮਝਦਾ ਹੋ ਹੈ। ਹਿਮਾਚਲ ਬਣਾ ਦਿਆ, ਹਰਿਆਣਾ ਬਣਾ ਦਿਆ ਹੈ। ਕੀ ਰਹਿ ਗਿਆ? ਇੱਕ ਸੂਬੀ, ਉਹਨੂੰ ਵੀ ਮਾਰਨ ਤੇ ਤੁਲੇ। ਮੈਰਿਟ ਕਿੱਥੇ ਹੈ? ਮੈਰਿਟ ਨੂੰ ਤੋਲਣ ਵਾਲਾ ਇੱਕ ਖੜਾ ਕਰ ਦਿਓ ਨਾ, ਸ਼ੇਰ ਬੱਬਰ। 100 ਭੇਡਾਂ ਮੂਹਰੇ ਇੱਕ ਸ਼ੇਰ ਲਾਓ ਨਾ ਤੇ ਭੇਡਾਂ ਸ਼ੇਰ ਹੋ ਜਾਂਦੀਆਂ, ਤੇ 100 ਸ਼ੇਰਾਂ ਦੇ ਮੂਹਰੇ ਇੱਕ ਭੇਡ ਲਾ ਦਿਓ ਤੇ ਸ਼ੇਰ ਢੇਰ ਹੋ ਜਾਂਦੇ ਆ। ਇੱਥੇ ਤੇ ਪੰਜਾਬ ਹੈ, ਮੱਸੇ ਰੰਗੜ ਨਾਲ ਲੜਨ ਵਾਲੇ, ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਵਾਲੇ। ਇਹਨਾਂ ਸ਼ੇਰਾਂ ਦੇ ਅੱਗੇ ਇੱਕ ਬੱਬਰ ਸ਼ੇਰ ਦੀ ਲੋੜ ਹੈ। ਪੰਜਾਬ ਨੂੰ ਨਹੀਂ ਸਾਰੇ ਠੋਕ ਕੇ। ਮੈਂ ਤੇਰੇ ਸਵਾਲ ਪੁੱਛ। ਹੈਲੋ ਹਾਂਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ, ਸਾਡੇ ਦਾ ਜਿਨ੍ਹਾਂ ਨੇ ਤੁਹਾਨੂੰ ਦਰਸ਼ਨ ਕਰਾਏ। ਪਰ ਅਸੀਂ ਤਾਂ 2019 ਦੀਆਂ ਚਿੱਠੀਆਂ ਤੁਹਾਡੇ ਨਾਂ ਦੀਆਂ ਚੱਕੀ ਫਿਰਦੇ ਹਾਂ, ਜਦੋਂ ਸਥਾਨਕ ਸਰਕਾਰਾਂ ਤੁਹਾਡੇ ਕੋਲ ਸੀ। ਅਸੀਂ 22 ਨੇ ਚਿੱਠੀਆਂ ਲਿਖੀਆਂ ਨਜਾਇਜ਼ ਕਬਜ਼ਿਆਂ ਦੀ, ਜਿਹੜੀਆਂ ਮੋਹਾਲੀ 'ਚ ਗੱਲ ਕਰੀ ਹੈ, ਬਹੁ ਮੰਜ਼ਲੀਆਂ ਇਮਾਰਤਾਂ ਦੀ ਗੱਲ ਕਰੀ ਹੈ, ਤੇ ਅਸੀਂ ਤਕਰੀਬਨ 20 ਲੈਟਰ ਤੁਹਾਡੇ ਨਾਂ ਦੇ ਆ, ਜਿਨ੍ਹਾਂ ਦਾ ਆਰਟੀਆਈ 'ਚ ਰਿਕਾਰਡ 'ਚ ਕੋਈ ਜਵਾਬ ਨਹੀਂ ਕਿਸੇ ਮਹਿਕਮੇ ਦਾ ਆਇਆ। ਸਾਡੇ ਕੋਲੇ ਸਾਰੀਆਂ ਚਿੱਠੀਆਂ ਤੁਹਾਡੇ ਨਾਂ ਦੀਆਂ ਲਿਖੀਆਂ ਪਈਆਂ, ਰਜਿਸਟਰੀਆਂ ਕਰੀਆਂ, ਸਾਰਾ ਕੁਝ ਲਿਖਿਆ, ਪਰ ਅੱਜ ਤੱਕ 2018 ਤੋਂ ਲੈ ਕੇ 19 ਤੱਕ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਆ ਲੈਟਰ ਬਹੁਤ ਹੀ ਉਹਦੀ ਮੈਂ ਲਿਖੇ ਤੁਹਾਡੇ ਕੋਲ ਦੇ ਜੋ, ਤੇ ਜਿਹੜਾ ਲੈਟਰ ਹੈ ਜੀ, ਐਸੇ ਤਰ੍ਹਾਂ ਸਾਡੇ 5 ਪਿੰਡਾਂ ਦੀ ਜ਼ਮੀਨ ਅਕਵਾਇਰ ਹੋਈ 1995 ਚ ਮੋਹਾਲੀ ਚ, ਸੈਕਟਰ 68 69 70 ਤੇ 76 ਤੋਂ 80। ਅਸੀਂ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ ਆਰਡਰ ਕਰਾ ਕੇ ਥੱਕ ਚੁੱਕੇ। ਸਰਕਾਰ 10 ਸਾਲ ਪਹਿਲਾਂ ਕਾਂਗਰਸ ਦੀ 5 ਸਾਲ ਰਹੀ, ਫਿਰ ਦੁਬਾਰੇ ਕਾਂਗਰਸ ਆ ਗਈ ਜੀ, 10 ਸਾਲ ਵਿੱਚ ਅਕਾਲੀ ਦਲ ਰਹੀ। ਸਾਨੂੰ ਦੋਵੇਂ ਸਰਕਾਰਾਂ ਨੇ, ਅਸੀਂ ਕਰੋੜਾਂ ਰੁਪਏ ਦਾ ਮੁਆਵਜ਼ਾ ਲੈ ਕੇ ਉਹਨਾਂ ਦੇ ਪਿੱਛੇ ਚੱਕਰ ਕੱਢਦੇ। ਤੇ ਸਾਡਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਜਦੋਂ ਅਸੀਂ ਉਹਦੇ ਕੋਲ 50 ਵਾਰੀ ਚੱਕਰ ਲਾਏ ਤਾਂ ਕਿਸੇ ਮੰਤਰੀ ਨੇ ਆਪਣੀ ਪ੍ਰਾਪਰਟੀ ਦਾ ਬਣਾਉਂਦੇ ਰਹੇ, ਨਜਾਇਜ਼ ਕਬਜ਼ੇ ਦਾ ਕਰਦੇ ਰਹੇ, ਪਰ ਲੋਕਾਂ ਦਾ ਕੋਈ ਉਹ ਨਹੀਂ ਅੱਜ ਤੱਕ ਮੁਆਵਜ਼ਾ ਦਵਾਇਆ। ਆ ਵੀ ਤੁਹਾਡੇ ਆਪਣੇ ਕੋਲੇ ਰੱਖ ਲਿਓ, ਦੇਖ ਲਿਓ, ਕੱਲਾ ਕੇਸ ਪੜ੍ਹ ਕੇ ਦੇਖ ਲਿਓ ਜੀ, ਜੋ ਸਾਡੇ ਦੋਵੇਂ ਸਰਕਾਰਾਂ ਦੀ ਦੇਣ ਹੈ। ਅਗਲੀਆਂ ਜਿਹੜੀਆਂ ਸਰਕਾਰਾਂ ਨਹੀਂ, ਤੁਹਾਡੀ ਬਹੁਤ ਉਮੀਦ ਕਰਦੇ ਆ, ਪਰ ਤੁਸੀਂ ਆ ਗੱਲਾਂ ਦਾ ਖਿਆਲ ਰੱਖੋ। ਜਿਹੜੇ ਪਿੰਡ ਵਾਲੇ ਲੋਕ ਨੇ, ਲਤਾੜੇ ਹੋਏ ਲੋਕ ਨੇ, ਗੱਲ ਕਰੀ ਆਪਾਂ ਨੇ BPL ਦੀ, 1 ਅਰਬ ਰੁਪਏ ਦਾ ਘਟਾਲਾ ਸੀ ਕਢਾਇਆ ਸੀ ਸਨ 2011 ਤੇ 12 ਚ, ਜਿਹਦਾ ਰਿਕਾਰਡ ਆਰਟੀਆਈ ਚ ਸਾਡੇ ਕੋਲ ਪੂਰੇ ਪੰਜਾਬ ਦਾ ਹੈ ਜੀ। ਜਿਵੇਂ ਨਰੇਗਾ ਸਕੀਮ ਹੋਈ, ਮਨਰੇਗਾ ਹੋਈ, ਤੇ BPL ਚ ਕੱਚੇ ਮਕਾਨਾਂ ਨੂੰ ਪੱਕੇ ਮਕਾਨ ਬਣਾਉਣ ਲਈ ਜੀ ਹਾਈ ਕੋਰਟ ਤੱਕ ਗਏ, ਪਰ ਲੇਕਿਨ ਕੋਈ ਨਿਆਂ ਇਨਸਾਫ ਨਹੀਂ ਮਿਲਿਆ, ਨਾ ਹੀ ਕਿਸੇ ਸਰਕਾਰ ਨੇ ਨਿਆਂ ਇਨਸਾਫ ਦਿੱਤਾ। ਤੇ ਹਾਈ ਕੋਰਟ ਨੇ 10 ਦਿਨ ਸੁਣਾਈ ਕੀਤੀ, ਬਹਿਸ ਹੋਈ, ਤੇ 2.5 ਲੱਖ ਰੁਪਏ ਚ ਅਸੀਂ ਵਕੀਲ ਕੀਤਾ, ਤੇ ਉਹਨੇ ਜਾ ਕੇ ਕਹਿੰਦਾ ਥੱਲੇ ਚਲੇ ਜਾਓ, 156(3) ਚ ਪ੍ਰਾਈਵੇਟ ਕੰਪਲੇਂਟ ਪਾਓ ਜੀ, ਐਵੀਡੈਂਸ ਕਰਾਓ। ਦੱਸੋ ਸਰਕਾਰਾਂ ਤੋਂ ਤੁਸੀਂ ਜਿਹੜੀ BPL ਦੀ ਗੱਲ ਕਰਦੇ, ਨਰੇਗਾ ਸਕੀਮ ਦੀ ਗੱਲ ਹੋਊਗੀ, BPL ਦੀ ਗੱਲ ਹੋਊਗੀ, ਤੇ ਕਿੱਥੇ ਜਾਣਗੇ ਲੋਕ ਇਹ? ਤੇ ਸਾਡਾ मेरी गुजारिश है कि सवाल बड़े छोटे रखो, लंबी स्पीच ना करो, क्योंकि बहुत सारे सवाल पूछने वाले साथी है। सवाल एक लाइन 2 लाइन के सवाल रखो प्लीज। ਇਸ ਤਰ੍ਹਾਂ ਭਾਜੀ ਕਿ ਤੁਸੀਂ ਜਿਹੜੀਆਂ ਚਿੱਠੀਆਂ ਮੈਨੂੰ ਪਹੁੰਚਾਈਆਂ, ਅਗਰ ਤੁਹਾਨੂੰ ਆਰਟੀਆਈ 'ਚ ਜਵਾਬ ਆਇਆ ਹੁੰਦਾ ਤੇ ਉਹ ਚਿੱਠੀਆਂ ਮੇਰੇ ਕੋਲ ਪਹੁੰਚਦੀਆਂ। ਤੁਹਾਨੂੰ ਨਹੀਂ ਆਇਆ ਨਾ, ਤੁਸੀਂ ਕਿਹਾ ਮੈਨੂੰ ਭੇਜੀਆਂ ਵੀ। ਇਹ ਸਿਸਟਮ ਹੈ ਇੱਕ ਬਹੁਤ ਤਕੜਾ। ਮੈਂ 2.5 ਸਾਲ ਇੱਕ ਚੀਜ਼ ਦੇ ਮਗਰ ਪਿਆ ਰਿਹਾ, ਔਰ ਉਹ ਧਿਆਨ ਨਾਲ ਸੁਣਨਾ, ਉਹ ਕਰਪਸ਼ਨ ਦਾ ਹੱਲ ਹੈ। ਦੇਖੋ ਕਿੰਨੀ ਵੱਡੀ ਗੱਲ ਕਹਿ ਰਿਹਾ ਮੈਂ, ਉਹ ਕਰਪਸ਼ਨ ਦਾ ਹੱਲ ਹੈ, ਪੂਰਨ ਹੱਲ, ਸੰਪੂਰਨ ਹੱਲ। ਉਹਦੇ ਚ ਕੋਈ ਨਾ ਕੋਈ ਸ਼ਾਰਟਕਟ ਹੈ, ਨਾ ਕੁਝ ਹੋਰ ਹੈ। ਇੱਕ ਚੀਜ਼ ਕਰਨੀ ਹੈ ਔਰ ਉਹਦੇ ਨਾਲ ਤੁਹਾਨੂੰ ਸੰਪੂਰਨ ਹੱਲ ਮਿਲੇਗਾ। ਕੀ ਹੈ ਉਹ? ਮੈਂ ਕਹਿੰਦਾ ਸੀ ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ। ਸਰਕਾਰ ਤੁਹਾਡੇ ਦੁਆਰ। ਕਿੱਦਾਂ ਬਈ? ਅਫਸਰ ਜਾਊਗਾ ਨਾ, ਪੋਰਟਲ। ਦੁਨੀਆ ਦੇ ਜਿੰਨੇ ਵਿਕਸਿਤ ਮੁਲਕ ਨੇ ਦੇਖ ਲਓ, ਕਿਸੇ ਨੇ ਸਰਟੀਫਿਕੇਟ ਲੈਣਾ, ਘਰੇ ਮਾਰਦਾ 5 ਟਕ 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 ਟਕ, ਬਰਥ ਸਰਟੀਫਿਕੇਟ ਘਰੇ ਪਹੁੰਚ ਜਾਂਦਾ, ਟਕ 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 ਟਕ,
ਲਾਇਸੈਂਸ ਘਰੇ ਪਹੁੰਚ ਜਾਂਦਾ। ਆ ਅਪਲਾਈ ਆ ਰੱਖਿਆ, ਪਾਸਪੋਰਟ ਘਰੇ ਪਹੁੰਚ ਜਾਂਦਾ। ਇੱਥੋਂ ਤੱਕ ਕਿ ਜਿਹੜੀ ਸਿੰਗਲ ਵਿੰਡੋ ਸਿਸਟਮ ਹੈ, ਜਿਹਦਾ ਮੈਂ ਰੌਲਾ ਪਾਉਂਦਾ ਰਿਹਾ, ਜਿਹੜੀ ਬਿਊਰੋਕਰੈਟਿਕ ਹੱਥਾਂ ਦੇ ਵਿੱਚ ਖੇਡਦੀ ਹੈ, ਇੱਕ ਸਿੰਗਲ ਵਿੰਡੋ ਕਹਿੰਦੇ ਆ ਤੇ ਪਿੱਛੇ 25 ਸਿੰਗਲ ਵਿੰਡੋਆਂ ਨਾਲ ਖੁੱਲ ਜਾਂਦੀਆਂ ਨੇ। ਉਹ ਕਹਿੰਦਾ ਲਿਆ ਵੀ ਸਾਡੇ ਕੋਲ ਲਿਆ ਸਾਡੇ ਕੋਲ ਲਿਆ ਸਾਨੂੰ ਦੇ। ਮਿੱਤਰ ਪਿਆਰੇ, ਅਗਰ ਈ ਗਵਰਨੈਂਸ ਕੋਈ ਕਰ ਦਵੇ ਤੇ ਇਹ ਅਫਸਰਸ਼ਾਹੀ ਦਾ ਇੰਟਰਫੇਸ ਮੁੱਕ ਜਾਂਦਾ ਹੈ। ਭਾਵੇਂ ਸਿੰਗਲ ਵਿੰਡੋ ਸਿਸਟਮ ਹੋਵੇ, ਭਾਵੇਂ ਤੁਹਾਡਾ ਕੋਈ ਸਰਟੀਫਿਕੇਟ ਹੋਵੇ, ਭਾਵੇਂ ਤੁਹਾਡਾ ਕੋਈ ਕੰਮ ਹੋਵੇ, ਇੱਥੇ ਤੱਕ ਕਿ ਤੁਹਾਡੇ ਨਕਸ਼ੇ 45 ਦਿਨ ਤੁਸੀਂ ਆਪਣੇ ਆਰਕੀਟੈਕਟ ਤੋਂ ਬਣਾ ਕੇ ਭੇਜੋ ਤੇ ਜੇ 45 ਦਿਨ ਅਫਸਰ ਦਾ ਜਵਾਬ ਨਾ ਆਵੇ, ਡੀਮ ਟੂ ਬੀ ਪਾਸ ਹੋ ਜਾਊਗਾ। ਇਹ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਹੋਰ ਸੂਬਿਆਂ 'ਚ ਹੈਨ। ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਵਿਕਸਿਤ ਮੁਲਕਾਂ ਦੇ ਵਿੱਚ ਹੈਨ। ਅੱਜ ਵੀ ਮਿਊਨਿਸਪਲ ਕਮੇਟੀਆਂ 'ਚ ਜਾ ਕੇ ਲੋਕੀ ਖੱਜਲ ਖਰਾਬ ਹੁੰਦੇ ਆ ਤੇ ਕਿੰਨੇ ਪੈਸੇ ਦੇ ਕੇ ਉਹ ਕੰਮ ਕਰਾਉਂਦੇ ਆ। ਉਹਨਾਂ ਦੀ ਆਦਤ ਬਣ ਗਈ ਉਹ ਕਰਨਾ। ਜਾਓ ਪਤਾ ਕਰੋ। ਤੇ ਜਿਹੜੇ ਲੋਕ ਉਹ ਕਰਾਉਂਦੇ ਆ, ਉਹਨਾਂ ਦੀ ਵੀ ਆਦਤ ਬਣ ਗਈ ਹੈ ਵੀ ਜੇ ਕੋਈ ਮੰਤਰੀ ਆ ਕੇ ਇਹ ਜਿਹਾ ਸਿਸਟਮ ਲਿਆਉਣ ਦੀ ਕੋਸ਼ਿਸ਼ ਕਰਦਾ, ਉਹ ਸਾਰੇ ਚਟਾਨ ਵਾਂਗ ਖੜੇ ਹੋ ਜਾਂਦੇ ਨੇ, ਦੁਕਾਨਦਾਰੀ ਬੰਦ ਹੋ ਜਾਂਦੀ ਹੈ। ਹਾਈ ਕੋਰਟ ਕਹਿੰਦਾ ਇਹ ਜੇ 5-10 ਅਫਸਰ ਟੰਗ ਦਿਓ। ਆ ਬਿਲਡਿੰਗਾਂ ਜਿਹੜੀਆਂ ਤੁਸੀਂ ਗੱਲ ਕੀਤੀ ਹੈ ਮਹਾਰਾਜ ਜੀ, ਇਹ ਬਿਲਡਿੰਗ ਕੋਈ ਪਿੰਨ ਨਹੀਂ ਹੈ। ਇਸ ਗੱਲ ਨੂੰ ਸਮਝੋ, ਇਹ ਕੋਈ ਪਿੰਨ ਨਹੀਂ ਹੈ ਜਿਹੜੀ ਤੂੜੀ ਦੇ ਕੁੱਪ 'ਚ ਪਾਤੀ ਔਰ ਲੱਭਣੀ ਨਹੀਂ। ਇੱਕ ਇੰਸਪੈਕਟਰ ਅੱਧੇ ਕਿਲੋਮੀਟਰ ਦੇ ਏਰੀਆ ਦਾ ਇੰਚਾਰਜ ਹੈ, ਉੱਥੇ ਇੱਕ 4 ਮੰਜ਼ਲਾ ਬਿਲਡਿੰਗ ਖੜੀ ਹੋ ਰਹੀ ਹੈ ਔਰ ਉਹ ਰਿਪੋਰਟ ਨਹੀਂ ਕਰਦਾ। ਉਹ ਮਹੀਨਾ ਲੈਂਦਾ, ਉਹਨੂੰ ਕੋਈ ਪੁੱਛਣ ਵਾਲਾ ਨਹੀਂ, ਉਹ ਮਹੀਨਾ ਲੈ ਕੇ ਉੱਤੇ ਦਿੰਦਾ। ਤੇ ਫਿਰ ਕਿੱਦਾਂ ਸੰਭਰੂ ਸਿਸਟਮ? ਸਿਮਰਨ, ਜੇ ਸਮਾਰਨਾ ਹੈ ਉੱਤੇ ਲਿਆ ਦੋ ਬੰਦਾ, ਉਹੀ ਲਿਆਓ ਜੀ ਤੇ ਭਰੋਸਾ ਹੋਵੇ। ਫਿਰ ਇਹ ਨਾ ਕਹੋ ਜੋ ਭਾਜੀ ਕਹਿ ਰਹੇ ਨੇ, ਫਿਰ ਇਹ ਨਾ ਕਹੋ ਜੀ ਵੀ ਲਿਖਤੀ ਦਿਓ। ਕਰਨਾਟਕਾ ਨੇ ਲਿਖਤੀ ਦਿਆ ਸੀ ਵੀ ਜੀ ਅਸੀਂ ਇਹਨੂੰ ਰਿਟਨ ਡਾਕੂਮੈਂਟ ਬਣਾਉਣੇ ਆ ਲੀਗਲ। ਫਿਰ ਕੀ ਪੁੱਛ ਫੜ ਲਈ ਕਿਸੇ ਨੇ? 100 ਵਾਅਦਿਆਂ ਤੋਂ ਮੁੱਕਰ ਗਏ। ਉਹ ਲਿਖਤੀ ਲੈਣ ਨਾਲੋਂ ਬੰਦੇ ਦਾ ਇਤਿਹਾਸ ਦੇਖੋ 20 ਸਾਲ ਦਾ, ਪੋਤੜੇ ਖੋਲ ਦਿੰਦੇ ਲੋਕ। ਉਹਦਾ ਕਿਰਦਾਰ ਦੇਖੋ 20 ਸਾਲ ਦਾ। 20 ਦਾ ਨਹੀਂ ਦੇਖਣਾ, 15 ਦਾ ਹੀ ਦੇਖ ਲਓ, 10 ਦਾ ਹੀ ਦੇਖ ਲਓ ਤੇ ਦੇਖੋ ਬੰਦਾ ਕਰਦਾ ਕੀ ਰਿਹਾ। ਤੇ ਜੇ ਉਹ ਭਰੋਸੇਯੋਗ ਹੈ, ਜਿਹੜਾ ਵਾਅਦੇ ਕਰੇ ਸੌਹਾਂ ਖਾਏ, ਸਮਝ ਲੈਣਾ ਝੂਠਾ ਹੈ। ਤੇ ਗੁਰੂ ਗੋਬਿੰਦ ਸਿੰਘ ਦੇ ਵਾਕ ਨੇ, ਜਿਹੜਾ ਜ਼ਬਾਨ ਤੇ ਖੜੇ ਸਮਝ ਲੈਣਾ ਸੱਚਾ ਹੈ। ਇਹੀ ਭਗਵਾਨ ਰਾਮ ਕਹਿ ਗਏ, ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 52 ਆਦੇਸ਼ ਕੀ ਹੈ? ਉਹਦੇ ਚ ਬੰਦਾ ਉਹ ਚੰਗਾ ਜਿਹੜਾ ਜ਼ਬਾਨ ਦਾ ਪੱਕਾ, ਔਰਤ ਉਹ ਚੰਗੀ ਜਿਹਦੀ ਅੱਖ 'ਚ ਸ਼ਰਮ ਤੇ ਹਯਾ। ਇਹ ਕੀ ਨੇ? ਇਹ ਕੋਈ ਫਲਸਫੇ ਨਹੀਂ ਸਾਹਿਬ, ਇਹ ਸੰਸਥਾ ਸਰੂਪ ਪੀੜ੍ਹੀ ਦਰ ਪੀੜ੍ਹੀ ਸਾਨੂੰ ਉਪਦੇਸ਼ ਦੇ ਰਹੇ ਨੇ। ਇਸ ਕਰਕੇ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ। ਮੈਂ ਲੋਕਾਂ ਦੀ ਅਦਾਲਤ 'ਚ ਲੜਦਾ, ਲੋਕਾਂ ਦੇ ਮਨਾਂ 'ਚ ਲੜਦਾ। ਅੱਤਵਾਦ ਉਦੋਂ ਤੱਕ ਨਹੀਂ ਗਿਆ ਜਦ ਤੱਕ ਪੰਜਾਬ ਦੇ ਲੋਕ ਨਹੀਂ ਉੱਠੇ। ਇਹ ਲੋਕਾਂ ਦੇ ਮਨਾਂ 'ਚ ਲੜਨ ਵਾਲੀ ਲੜਾਈ ਹੈ ਮਹਾਰਾਜ। ਮੇਰੇ ਨਿੱਜੀ ਸਵਾਰਥ ਦੀ ਕੋਈ ਲੜਾਈ ਨਹੀਂ। ਮੇਰੀ ਘਰ ਵਾਲੀ ਨੇ ਭਗਾ ਕੇ ਮਾਰੀ ਵੇਅਰ ਹਾਊਸਿੰਗ। ਮੇਰੇ ਪੁੱਤਰ ਨੂੰ ਜਾਣ ਕੇ ਮੈਨੂੰ ਕਾਣਾ ਕਰਨ ਦੇ ਲਈ ਅਸਿਸਟੈਂਟ ਐਡਵੋਕੇਟ ਜਨਰਲ ਬਣਾਇਆ ਗਿਆ, ਭਗਾ ਕੇ ਮਾਰਿਆ ਉਹਨੂੰ। ਸਮਝਿਆ ਨਹੀਂ? ਇਹ ਅਹੁਦਿਆਂ ਦੀ ਲੜਾਈ ਨਹੀਂ, ਇਹ ਅਗਲੇ ਇਲੈਕਸ਼ਨ ਦੀ ਲੜਾਈ ਨਹੀਂ, ਇਹ ਪੰਜਾਬ ਦੀ ਅਗਲੀ ਪੀੜ੍ਹੀ ਦੀ ਲੜਾਈ ਹੈ ਸਰਦਾਰ ਸਾਹਿਬ, ਅਗਲੀ ਪੀੜ੍ਹੀ ਦੀ। ਅਗਲਾ ਸਵਾਲ। मैं जीके सिंह 86 बैच सिविल अफसर, कई ਜ਼ਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਰਿਹਾ ਮੈਂ। ਜਦ ਵੀ ਕਦੀ ਦੇਸ਼ ਵਿੱਚ ਸਾਡੇ 'ਚ ਸੰਭਾਵਨਾ ਬਣੀ ਹੈ ਤਬਦੀਲੀ ਦੀ, ਉਹ ਪੰਜਾਬ ਤੋਂ ਸ਼ੁਰੂਆਤ ਹੋਈ। ਤੋ ਹੁਣ ਪੰਜਾਬੀਆਂ ਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਅਗਵਾਈ ਮਿਲੀ ਹੈ ਤੇ ਹੁਣ ਨਵੀਂ ਸੰਭਾਵਨਾ ਬਣੂ। ਦੇਸ਼ ਵਿੱਚ ਚੰਗੀ ਸਿਆਸਤ ਦੀ, ਇਮਾਨਦਾਰ ਸਿਆਸਤ ਦੀ ਸ਼ੁਰੂਆਤ ਹੋਈ। ਮੇਰੇ ਸਵਾਲ ਨਹੀਂ ਹੈ, ਮੇਰੀਆਂ ਚਿੰਤਾਵਾਂ ਹੀ ਨੇ ਦੋ, ਜਿਹੜੀਆਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਜ਼ਿਕਰ ਕੀਤਾ ਸੀ। ਪੰਜਾਬ ਦੇ ਵਿੱਚੋਂ ਹਰ ਸਾਲ 1 ਲੱਖ ਨੌਜਵਾਨ ਛੱਡ ਰਿਹਾ।
ਪਿਛਲੇ 5-7-10 ਸਾਲਾਂ 'ਚ ਪਹਿਲੀ ਵਾਰੀ ਹੋਇਆ ਕਿ ਜੱਟ ਜ਼ਮੀਨ ਵੇਚ ਕੇ ਕੈਨੇਡਾ ਜਾ ਰਹੇ। ਜੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ, ਕੁੱਲ ਮਿਲਾ ਕੇ 1 ਲੱਖ ਜਾ ਰਿਹਾ, ਉਹਨਾਂ ਦੇ ਪੇਰੈਂਟਸ ਜਾ ਰਹੇ ਨੇ, 1.5-2 ਲੱਖ ਦੀ ਬਣ ਜਾਂਦੀ ਹੈ ਗਿਣਤੀ। ਅਗਲੇ 10 ਸਾਲਾਂ 'ਚ 25 ਲੱਖ ਲੋਕ ਪੰਜਾਬ ਛੱਡ ਜਾਣਗੇ। ਇਹ ਜਿਹੜਾ ਪੰਜਾਬ ਉੱਜੜ ਰਿਹਾ ਹੈ ਤੇ ਜਿਹੜਾ ਪੰਜਾਬ ਅਸੀਂ ਬਣਾਇਆ ਸੀ, ਤੇ ਇਹ ਵੀ ਸੰਭਾਵਨਾ ਹੈ ਕਿ ਅਗਲੇ 10 ਸਾਲਾਂ 'ਚ ਇਹ ਸਿੱਖ ਮਿਨੋਰਿਟੀ ਸਟੇਟ ਹੋ ਜਾਊਗਾ, ਜਿਹੜਾ ਦੇਸ਼ ਦੀ ਡਾਇਵਰਸਿਟੀ ਲਈ ਵੀ ਖਤਰਨਾਕ ਹੈ। ਇੱਕ ਕਸ਼ਮੀਰ ਆ ਜਿੱਥੇ ਮੁਸਲਮਾਨ ਮੈਜੋਰਿਟੀ 'ਚ ਨੇ, ਇੱਕ ਪੰਜਾਬ ਆ। ਕਸ਼ਮੀਰ 'ਚ ਤਾਂ ਕੋਈ ਬਾਹਰ ਨਹੀਂ ਜਾ ਰਿਹਾ, ਪੰਜਾਬ 'ਚੋਂ ਸਾਰੇ ਬਾਹਰ ਜਾ ਰਹੇ ਨੇ। ਇਹ ਸਾਡੀ ਚਿੰਤਾ ਦਾ ਵਿਸ਼ਾ। ਇਹਦੇ ਲਈ ਕੀ ਰੋਡ ਮੈਪ ਹੈ, ਕਿਵੇਂ ਨੌਜਵਾਨਾਂ ਨੂੰ, ਇਹ ਜਿਹੜੇ ਜਾ ਰਹੇ ਨੇ ਬਾਹਰ, ਜਿਹੜੀ ਆਈਲੈਟਸ ਦੀ ਗੱਲ ਹੋਈ ਹੈ, ਬਠਿੰਡੇ ਖੁੱਲੇ ਨੇ, ਮੈਂ ਬਠਿੰਡੇ ਪੜ੍ਹਿਆ ਰਜਿੰਦਰਾ ਕਾਲਜ 'ਚ। ਕਦੀ ਜਦੋਂ ਉੱਥੇ ਬਾਹਰ ਜਾਣ ਦੀ ਗੱਲ ਕਰਦੇ ਸੀ, ਉਹ ਕਹਿੰਦੇ ਸੀ ਯਾਰ ਕਮਾਲ ਆ, ਤੁਸੀਂ ਬਾਹਰ ਜਾ ਰਹੇ ਹੋ 20 ਸਾਲ ਪਹਿਲਾਂ। ਇਹ ਇੱਕ ਚਿੰਤਾ ਦਾ ਵਿਸ਼ਾ, ਇਹਦਾ ਰੋਡ ਮੈਪ ਤੁਹਾਨੂੰ ਸੋਚਣਾ ਪਊ। ਸੈਕੰਡ ਹੈਗਾ ਸਿਹਤ ਤੇ ਸਿੱਖਿਆ ਦਾ। ਬਠਿੰਡੇ ਵੱਲ ਕਹਿੰਦੇ ਸੀ ਜੇ ਕੋਈ ਕਚਹਿਰੀ ਤੋਂ ਬਚ ਜੇ ਜੱਟ ਬਚ ਜੂ। ਹੁਣ ਕਚਹਿਰੀ ਤਾਂ ਸਸਤੀ ਹੈ, ਡਾਕਟਰ ਮਹਿੰਗੇ ਨੇ। ਹੁਣ ਇਹ ਕਹਿੰਦੇ ਕਿ ਜੇ ਕੋਈ ਡਾਕਟਰ ਤੋਂ ਬਚ ਜੇ ਉਹਦੀ ਬੱਚਤ ਹੈਗੀ। ਇੰਨਾ ਮਹਿੰਗਾ ਇਲਾਜ ਆ, ਸੋਚ ਨਹੀਂ ਸਕਦੇ। ਦਵਾਈਆਂ ਇੰਨੀਆਂ ਮਹਿੰਗੀਆਂ ਨੇ, ਹੈਰਾਨੀ ਹੁੰਦੀ ਆ ਵੀ ਦਵਾਈਆਂ ਦੀਆਂ ਦੁਕਾਨਾਂ ਤੇ ਲਾਈਨਾਂ ਲੱਗੀਆਂ। ਹੱਥ ਨੂੰ ਸਵੇਰ ਦੇਖੋ। ਸਿਹਤ ਤੇ ਸਿੱਖਿਆ, ਇਹਦੇ ਵਿੱਚ ਸਾਡਾ ਪਿੱਛੇ ਜਦ ਹਿਊਮਨ ਰਿਸੋਰਸ ਮਿਨਿਸਟਰ ਸੀਗੇ ਅਰਜਨ ਸਿੰਘ ਜੀ, ਉਹਨਾਂ ਨੇ ਸ਼ਾਰਟ ਕਰ ਰਹੇ, ਉਹਨਾਂ ਨੇ ਇੱਕ ਸਰਵੇ ਕਰਾਇਆ ਸੀ। ਉਹ ਸਰਵੇ ਦੇ ਵਿੱਚ ਗ੍ਰੋਸ ਇਨਰੋਲਮੈਂਟ ਰੇਸ਼ੋ ਕੱਢੀ ਸੀ ਕਿ 11ਵੀਂ 12ਵੀਂ ਤੋਂ ਬਾਅਦ ਕਿੰਨੇ ਨੌਜਵਾਨ ਹੈ ਜਿਹੜੇ ਹਾਇਰ ਐਜੂਕੇਸ਼ਨ ਲਈ ਜਾਂਦੇ ਨੇ। ਉਹਦਾ ਆਇਆ ਸੀ ਕਿ 12 ਨੌਜਵਾਨ ਜਾਂਦੇ 100 ਚੋਂ। ਤੁਹਾਨੂੰ ਹੈਰਾਨੀ ਹੋਏਗੀ, ਪੰਜਾਬ ਦੇ 18 ਜ਼ਿਲ੍ਹੇ, ਮੈਂ ਸਪੈਸ਼ਲ ਸੈਕਟਰੀ ਰਿਹਾ ਹਾਇਰ ਐਜੂਕੇਸ਼ਨ ਦਾ, 18 ਜ਼ਿਲ੍ਹੇ 12 ਤੋਂ ਘੱਟ ਸੀ। ਕਈ ਜ਼ਿਲ੍ਹਿਆਂ ਤੋਂ 7 ਹੀ ਜਾਂਦੇ ਸੀ। ਤਾਂ ਸਾਡੀ ਸਿੱਖਿਆ ਜਿਹੜੀ ਹੈਗੀ, ਫਿਰ ਉਹ ਭਾਰਤ ਸਰਕਾਰ ਨੇ ਕਾਲਜ ਕੇ ਖੋਲੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ, ਸਰਕਾਰੀ ਕਾਲਜ, ਉਹ ਮਾੜਾ ਹੀ ਹਾਲ ਹੈਗਾ। ਤਾਂ ਸਾਡਾ ਰੋਡ ਮੈਪ ਕੀ ਹੈ, ਅੱਗੋਂ ਅਸੀਂ ਕੀ ਕਰਨਾ ਚਾਹੁੰਦੇ ਹਾਂ। ਡਿਸਪੈਂਸਰੀਆਂ 'ਚ ਡਾਕਟਰ ਨਹੀਂ ਹੈ। ਇਹ ਦੋ ਗੱਲਾਂ ਜਿਹੜੀਆਂ, ਦੋ ਚਿੰਤਾਵਾਂ ਮੇਰੀਆਂ ਤੁਹਾਡੀਆਂ ਸਾਰਿਆਂ ਦੀਆਂ ਸਾਂਝੀਆਂ ਨੇ ਚਿੰਤਾਵਾਂ। ਇਹਨਾਂ ਚਿੰਤਾਵਾਂ ਦੇ ਉੱਤੇ ਸਾਨੂੰ ਅਮਲ ਕਰਨਾ ਪਊ, ਇਹਦਾ ਰੋਡ ਮੈਪ ਬਣਾਉਣਾ ਪਊ। ਇਹ ਹਾਂਜੀ, ਹਾਂ, ਇਹ ਸਾਡਾ ਬਹੁਤ ਹੀ ਵਧੀਆ ਸਵਾਲ ਹੈ, ਬਹੁਤ ਹੀ ਅਹਿਮ, ਸਭ ਤੋਂ ਵੱਡਾ ਸਵਾਲ ਹੈ ਅੱਜ। ਮੈਂ ਇਹਦੇ ਨਾਲ ਹੀ ਐਡ ਕਰ ਦਿੰਦਾ। ਸਾਰੀ ਜੀ ਸਵਾਲ ਬੜੇ ਛੋਟੇ ਰੱਖੋ ਤਾਂ ਕਿ ਜਵਾਬ ਦੇਣ 'ਚ ਟਾਈਮ ਮਿਲੇ, ਨਹੀਂ ਤੇ ਲੰਬੀ ਸਪੀਚ ਸਾਡੀ ਚੱਲਣੀ। ਇੱਕ ਸੈਂਟੈਂਸ ਸਿੱਧੂ ਸਾਹਿਬ, ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਇੱਕ ਗੱਲ ਕਹੀ ਸੀ, ਪੰਜਾਬ ਦੇ ਤੇ ਚੰਡੀਗੜ੍ਹ ਦੇ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਬੰਦ ਪਏ ਆ ਇਸ ਵੇਲੇ। ਉਹ ਇਸ ਲਈ ਬੰਦ ਹੈ ਵੀ ਜਿਹੜਾ 7th ਪੇ ਕਮਿਸ਼ਨ ਹੈ ਉਹ ਕਾਲਜਾਂ ਨੂੰ ਮਿਲਣਾ ਚਾਹੀਦਾ, ਟੀਚਰਸ ਨੂੰ ਮਿਲਣਾ ਚਾਹੀਦਾ, ਤੇ UGC ਨੇ ਪੈਸੇ ਦੇਣੇ ਆ ਉਹਦੇ 'ਚੋਂ ਬਹੁਤ ਸਾਰੇ, ਅਸੀਂ ਉਹ ਵੀ ਲੂਜ਼ ਕਰ ਰਹੇ ਹਾਂ। ਤੇ ਦੂਜਾ, ਅਸੀਂ ਡੀ-ਲਿੰਕ ਕਰਨ ਲੱਗੇ ਹੋਏ ਆ UGC ਨਾਲੋਂ। ਸਾਡੇ ਬੱਚੇ ਜਿਹੜੇ ਇੱਥੋਂ ਪੜ੍ਹਨਗੇ ਉਹਨਾਂ ਦੀ ਡਿਗਰੀ ਪੰਜਾਬ ਦੇ ਅੰਦਰ ਹੀ ਰਹੂਗੀ, ਬਾਹਰ ਕਿਤੇ ਨਹੀਂ ਹੋਣੀ। ਇਹਦੇ ਬਾਰੇ ਵੀ ਅੱਗੇ ਮੇਰਾ ਖਿਆਲ ਇਹ ਹੈ ਵੀ ਪੰਜਾਬ ਸਰਕਾਰ ਨੇ ਵੀ ਤੁਹਾਡੀ ਨਹੀਂ ਸੁਣੀ, ਕਿਉਂਕਿ ਮੁੱਖ ਮੰਤਰੀ ਸਾਹਿਬ ਉੱਥੇ ਬੈਠੇ ਸੀ। ਮੈਂ ਤੁਹਾਨੂੰ ਸ਼ੁਰੂ 'ਚ ਹੀ ਕਿਹਾ ਸੀ, ਔਰ ਬੜਾ ਛਾਤੀ ਠੋਕ ਕੇ ਕਿਹਾ ਸੀ ਭਾਜੀ, ਕਿ ਲਾਅ ਐਂਡ ਆਰਡਰ ਨੂੰ ਛੱਡ ਕੇ, ਡਰੱਗਸ ਤੇ ਬੇਅਦਬੀ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਪੰਜਾਬ ਦੀ ਇਨਕਮ 'ਚ ਛੁਪਿਆ। ਕਿਹਾ ਸੀ। ਲਓ ਹੁਣ ਮੈਂ ਤੁਹਾਨੂੰ ਇਹ ਦੱਸਦਾ। ਵੇਖੋ, ਇੱਥੇ ਕਹਾਣੀ ਸੁਣਾਉਣੀ ਬਣਦੀ ਹੈ। ਮਾਓ ਸੇ ਤੁੰਗ ਜਿਹਨੇ ਰੈਡ ਆਰਮੀ ਸਿਰਜੀ, ਉਹਦੀ ਇੱਕ ਛੋਟੀ ਜਿਹੀ ਕਹਾਣੀ ਮੈਨੂੰ ਅੱਜ ਤੱਕ ਬੜੀ ਭਾਉਂਦੀ। ਜਦੋਂ ਛੋਟਾ ਸੀ ਤੇ ਉਹਦੀ ਮਾਂ ਨੇ ਉਹਨੂੰ ਇਹ ਕਿਹਾ ਕਿ ਬੇਟਾ ਮੈਂ 2 ਹਫ਼ਤੇ ਲਈ ਜਾ ਰਹੀ ਹਾਂ, ਤੂੰ ਬਗੀਚੇ ਦਾ ਖਿਆਲ ਰੱਖੀ, ਬਗੀਚੇ ਨੂੰ ਸੀਂਚ ਕੇ ਰੱਖੀ। ਉਹ ਕਹਿੰਦਾ ਠੀਕ ਹੈ ਮਾਂ, ਫਰਮਾ ਬਰਦਾਰ ਸੀ। 2 ਹਫ਼ਤੇ ਬਾਅਦ ਜਦੋਂ ਮਾਂ ਆਈ ਤੇ ਬਗੀਚਾ ਉਜੜਿਆ ਪਿਆ ਸੀ, ਪੇੜ ਸੁੱਕੇ ਪਏ ਸੀ।
ਉਹਨੇ ਕਿਹਾ ਪੁੱਤਰ ਮੈਂ ਤੈਨੂੰ ਕਿਹਾ ਸੀ ਵੀ ਤੂੰ ਪਾਣੀ ਪੂਣੀ ਦਿੰਦਾ ਰਹੀ, ਤੂੰ ਕਿੱਥੇ ਪਾਣੀ ਕੀ ਕੀਤਾ? ਕਹਿੰਦਾ ਮੈਂ ਦਿੱਤਾ ਰੋਜ਼ ਪਾਣੀ। ਕਹਿੰਦੀ ਕਿੱਥੇ ਪਾਣੀ ਦਿੱਤਾ? ਕਹਿੰਦਾ ਮੈਂ ਪੱਤਿਆਂ ਨੂੰ ਪਾਣੀ ਦਿੰਦਾ ਸੀ ਰੋਜ਼। ਮਾਂ ਜੜ ਨੂੰ ਪਾਣੀ ਦਿੱਤਾ ਹੁੰਦਾ ਤੇ ਤਣੇ ਤੱਕ ਜਾਂਦਾ, ਤਣੇ ਤੱਕ ਜਾਂਦਾ ਤੇ ਅੱਗੇ ਹਰ ਸ਼ਾਖ ਤੱਕ ਜਾਂਦਾ, ਪੱਤਿਆਂ ਤੱਕ ਜਾਂਦਾ ਤੇ ਫਲ ਨੂੰ ਵੀ ਜਾਂਦਾ। ਸਮਝੋ ਸਾਹਿਬ, ਸਾਡੀ ਜੜ ਸੁੱਕ ਗਈ। ਜੜ ਨੂੰ ਪਾਣੀ ਕੋਈ ਨਹੀਂ ਦਿੰਦਾ, ਜੜ ਨੂੰ ਪਾਣੀ ਕੋਈ ਨਹੀਂ ਦਿੰਦਾ। ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਹੈਲਥ ਸਿਸਟਮ ਦਾ ਰਿਸਪੌਂਸ ਸਰ ਕਦੋਂ ਆਉਂਦਾ? ਹੈਲਥ ਸਿਸਟਮ ਦਾ ਰਿਸਪੌਂਸ 20 25 ਸਾਲਾਂ ਬਾਅਦ ਆਉਂਦਾ ਹੈ। ਮੁਲਕ ਦੇਖੋ, ਕੋਈ 8%, ਕੋਈ 9%, ਕੋਈ 12%। ਇਹ ਜਿਹੇ ਮੁਲਕ ਨੇ ਜਿਹੜੇ 21% ਹੈਲਥ ਤੇ ਲਾਉਂਦੇ ਆ। ਤੇ ਪੰਜਾਬ ਦਾ ਵੇਖੋ, ਇਹ ਨਾ ਦੇਖੋ ਪਤਾ ਲੱਗੂ ਤੁਹਾਨੂੰ। ਹਾਂਜੀ ਵੇਖੋ, ਸਵਾਲ ਇਹ ਹੈ ਕਿ ਸਿੱਖਿਆ ਦਾ ਮਿਆਰ ਉੱਚਾ ਆ ਸਕਦਾ ਹੈ, ਪਰ ਜਦੋਂ ਤੁਹਾਡਾ ਸਿੱਖਿਅਕ ਹੀ ਸੜਕਾਂ ਤੇ ਬੈਠਾ ਹੈ, ਉਹ ਕੀ ਸਿੱਖਿਆ ਦਊ? ਤੇ ਤੁਹਾਡੀ ਫੈਕਲਟੀ ਦੀ ਕੁਆਲਿਟੀ ਕੀ ਹੈ? ਮਹਾਰਾਜ, ਪੰਜਾਬ ਦਾ ਅਗਰ ਕੋਈ ਮਾਪਦੰਡ ਹੋਣਾ ਚਾਹੀਦਾ ਹੈ ਕਿ ਜਿੱਦਨ ਰਿਕਸ਼ੇ ਵਾਲੇ ਦਾ ਜਵਾਕ ਸਰਕਾਰੀ ਸਕੂਲ ਚ ਪੜ੍ਹ ਕੇ ਆਈਐਸ ਅਫਸਰ ਬਣ ਜੂ, ਤੇ ਜਿੱਦਨ ਕਿਸੇ ਗਰੀਬ ਦਾ ਬੱਚਾ ਜਾ ਕੇ ਫ੍ਰੀ ਇਲਾਜ ਕੈਂਸਰ ਦਾ ਕਰਾ ਲੂ, ਉਧਰ ਪੰਜਾਬ ਸਿਰਜਿਆ ਜਾਊ। ਲੇਕਿਨ ਤੁਸੀਂ ਦੇਖੋ, ਆਕਸੀਜਨ ਸਿਲੰਡਰਾਂ ਕਰਕੇ ਲੋਕ ਮਰ ਰਹੇ ਆ। ਟਰਾਮਾ ਸੈਂਟਰ ਨਹੀਂ, ਸੈਸ ਲੱਗ ਰਹੇ ਹੈ, ਲੇਕਿਨ ਟਰਾਮਾ ਸੈਂਟਰ ਹੈ ਨਹੀਂ ਸੜਕਾਂ ਤੇ। ਲੋਕ ਸ਼ੌਕ ਚ ਮਰ ਜਾਂਦੇ ਆ। ਮੈਂ ਪਿੱਛੇ ਜੇ ਇੱਕ ਮੁੰਡਾ ਚੁੱਕ ਕੇ ਲੈ ਕੇ ਗਿਆ ਸੀ ਹਸਪਤਾਲ ਚ, ਤੇ ਉਹ ਗੱਡੀ 'ਚ ਬੈਠਾ ਸੀ, ਸ਼ੌਕ 'ਚ ਸੀ। ਉਹਦੇ ਐਕਸੀਡੈਂਟ ਹੋਇਆ, ਕੱਲਾ ਆਇਆ, ਉਹ ਫੋਨ ਚੱਕਣ ਦੀ ਕੋਈ ਫੋਨ, 6 ਬੰਦੇ ਉਹਦੇ ਆਲੇ ਦੁਆਲੇ ਖੜ ਕੇ ਵੀਡੀਓ ਬਣਾ ਲਏ ਸੀ। ਚੁੱਕ ਕੇ ਲੈ ਕੇ ਗਿਆ, ਪਤਾ ਕਰ ਲਓ। ਉਹ ਕਹਿੰਦੇ ਸੀ ਸਾਹਿਬ ਕੋਈ ਨਹੀਂ, ਇਹ ਸ਼ੌਕ 'ਚ ਗਿਆ, ਇਹਨੂੰ ਸ਼ੌਕ 'ਚੋਂ ਕੱਢ ਲਾਂਗੇ, ਜੇ 2-4 ਘੰਟੇ ਹੋਰ ਹੋਏ ਦੇ ਇਹਨੇ ਖਤਮ ਹੋ ਜਾਣਾ ਸੀ। ਸਵਾਲ ਇਹ ਹੈ ਸਾਹਿਬ ਕਿ ਅਸੀਂ ਨਿੱਜੀ ਮਫਾਦ ਦੇ ਲਈ, ਸੈਲਫਿਸ਼ ਵੈਸਟਡ ਇੰਟਰਸਟ ਦੇ ਲਈ ਅਸੀਂ ਪੰਜਾਬ ਦੇ ਹਰ ਰਿਸੋਰਸ ਨੂੰ ਖਾ ਰਹੇ ਹਾਂ ਤੇ ਕਰਜ਼ਾ ਲੈ ਕੇ ਕਰਜ਼ਾ ਚਲਾ ਰਹੇ। ਇਹ ਕੱਲੀ ਹੈਲਥ ਹੋ ਨਹੀਂ, ਹੈਲਥ ਔਰ ਐਜੂਕੇਸ਼ਨ ਇਹਦੇ ਨਾਲੋਂ ਵੀ ਇੰਪੋਰਟੈਂਟ ਇੱਕ 60% ਆਬਾਦੀ ਹੈ ਸਾਹਿਬ, ਕਿਸਾਨੀ। 60% ਆਬਾਦੀ ਹੈ ਕਿਸਾਨੀ, ਤੇ ਬਜਟ ਹੈ 13,000 ਕਰੋੜ। ਲੱਗਦਾ ਕਿੰਨਾ ਵਧੀਆ ਜੀ? 13,000 ਕਰੋੜ ਰੁਪਏ ਦਾ ਬਜਟ ਹੈ, ਬੜਾ ਜ਼ਬਰਦਸਤ ਹੈ। 13,000 ਕਰੋੜ ਰੁਪਏ ਚੋਂ 7,000 ਕਰੋੜ ਸਬਸਿਡੀ ਜਾਂਦਾ ਜਨਾਬ, ਤੇ 7,000 ਕਰੋੜ ਤੋਂ ਬਾਅਦ 5,000 ਕਰੋੜ ਦੇ ਲਾਗੇ ਤਾਗੇ ਤਨਖਾਹ ਨੇ, ਤੇ ਬਚਿਆ ਕੀ? ਹਾਂਜੀ, ਸ਼ਿੱਕੂ, ਜਿਹੜਾ ਉਹ ਬਾਹਰ ਖੜਕਾਉਂਦੇ ਹੁੰਦੇ ਵਿਧਾਨ ਸਭਾ ਦੇ ਬਾਹਰ, ਉਹ ਵੀ ਸ਼ਿੱਕੂ ਹੀ ਨੇ। ਸਮਝਦੇ ਹੋ? ਇਹ ਸਮਝੋ ਇਸ ਗੱਲ ਨੂੰ। ਮੈਂ ਤਾਂ ਬਾਰ-ਬਾਰ ਰੁਲਦਾ ਰਿਹਾ, ਤਾਂ ਮੈਂ ਲੋਕਾਂ ਨੂੰ ਲੱਗਦਾ ਯਾਰ ਖਬਰੀ ਇਹ ਰੇਤੇ ਦੀ ਗੱਲ ਕਿਉਂ ਕਰਦਾ, ਖਬਰੀ ਇਹ ਫਲਾਨੀ ਗੱਲ ਕਿਉਂ ਕਰਦਾ, ਮੈਨੂੰ ਦੱਸ ਦੇਣ ਨਾ। ਇਹ ਕਹਿੰਦਾ ਕੇਜਰੀਵਾਲ ਕੇ ਜੀ ਇੱਥੇ ਨਕਲੀ ਕੇਜਰੀਵਾਲ ਫਿਰਦੇ ਆ, ਨਕਲੀ ਕੇਜਰੀਵਾਲ ਫਿਰਦੇ ਆ, ਮੇਰੀਆਂ ਕਾਪੀਆਂ ਕਰਦੇ। ਮੈਂ ਕਹਿੰਦਾ ਇੱਥੇ ਨਕਲੀ ਸਿੱਧੂ ਫਿਰਦੇ ਆ, ਜਾਂਦੇ ਆ ਫੋਟੋ ਸਟੇਟ ਦੀ ਦੁਕਾਨ ਤੇ ਖੜ ਕੇ ਕਾਪੀ ਮਾਰਦੇ ਆ, ਤੇ ਫਿਰ ਕਹਿੰਦੇ ਹਮ ਰੇਤੇ ਸੇ ਨਿਕਾਲेंगे। ਓਏ ਰੇਤੇ ਤੋਂ ਤਾਂ 2,000 ਨਹੀਂ ਨਿਕਲਦਾ। ਅੱਜ 250 ਕਰੋੜ ਸਾਡੀ ਸਰਕਾਰ ਨੇ ਕਰਾਇਆ, 40 ਉਹ ਕਰਾ ਗਏ 10-10 ਸਾਲ, 1 ਸਾਲ ਦਾ। ਤੇ ਤੂੰ ਕਿੱਥੋਂ ਦੇਂਗਾ? ਸ਼ਰਾਬ ਤਾਂ ਪ੍ਰਾਈਵੇਟਾਈਜ਼ ਕਰਤੀ। ਮੈਂ ਤੁਹਾਨੂੰ ਵੀਡੀਓ ਦਿਖਾਉਂ, ਨੰਗਾ ਕਰਕੇ ਨਾ ਖੜਾ ਕਰ ਦੂੰ ਚੌਕ 'ਚ। ਇਹ 40,000 ਕਰੋੜ ਰੁਪਈਆ ਇਹ 50 ਵੀ ਹੋ ਸਕਦਾ। ਤੁਸੀਂ ਦੇਖੋ ਇਨਵੈਸਟਮੈਂਟ ਦੀ ਗੱਲ ਭਾਜੀ, ਹੈਲਥ ਦੇ ਵਿੱਚ ਇਨਵੈਸਟ ਕਰਨ ਲਈ NRI ਵੀਰ, ਉਹਨਾਂ ਦੇ ਮੈਨੂੰ ਲੱਗਦਾ ਸ਼ਰੀਰ ਉੱਥੇ ਨੇ, ਲੇਕਿਨ ਉਹ ਪਿਛਲੀਆਂ ਪੀੜ੍ਹੀਆਂ ਦੇ ਜਿਹੜੇ ਗਏ ਆ, ਇੱਕ ਪੀੜ੍ਹੀ ਅਸੀਂ ਮਿਸ ਕਰਤੀ। ਉਹਨਾਂ ਦੀ ਰੂਹਾਂ ਇੱਥੇ ਨੇ, ਉਹਨਾਂ ਦੀਆਂ ਰੂਹਾਂ ਪੰਜਾਬ 'ਚ ਨੇ। ਲੱਖ ਕਹੋ, ਉਹ ਕਹਿੰਦੇ ਯਾਰ ਅਸੀਂ ਇੱਥੇ ਪੰਜਾਬ ਦਾ ਕੋਈ ਭਲਾ ਕਰਦੀ। ਜੇ ਉਹਨਾਂ ਦੇ ਬੱਚੇ ਹਾਏ ਬਾਏ ਸੀਆ ਕਰਦੇ, ਉਹਨਾਂ ਨੂੰ ਵੀ ਪੰਜਾਬੀ ਪੜਾਉਣ ਦੀ ਕੋਈ ਗੱਲ, ਪਰ ਪੰਜਾਬੀ ਉਹਨਾਂ ਦੀ ਜਾਲੀ ਜੀ ਹੈ, ਠੀਕ ਹੈ ਕਿ ਨਹੀਂ? ਉਹ ਜੇ ਕਿਤੇ ਵੱਡੇ ਹੋ ਗਏ, ਉਹਨਾਂ ਨੂੰ ਨਹੀਂ ਦਰਦ ਹੋਣਾ, ਲੇਕਿਨ ਤੁਸੀਂ ਉਹਨਾਂ ਨੂੰ ਇਨਵੈਸਟ ਕਰਨ ਦੀ ਥਾਂ ਦਿਓ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਇਸ ਗੱਲ ਨੂੰ ਸੁਣਿਓ ਭਾਜੀ ਧਿਆਨ। ਮੇਰਾ ਇੱਕ ਦੋਸਤ 4,000 ਕਰੋੜ ਰੁਪਏ ਇਨਵੈਸਟ ਕਰਨ ਆਇਆ, ਮੈਨੂੰ ਕਹਿੰਦਾ ਮੈਂ ਪਾਇਲਟ ਪ੍ਰੋਜੈਕਟ ਚਲਾਉਣਾ ਹੈ ਸਿੱਧੂ ਸਾਹਿਬ, ਤੇ ਮੈਂ ਪਹਿਲਾਂ 400 ਕਰੋੜ ਇਨਵੈਸਟ ਕਰੂੰਗਾ ਤੇ ਮੈਂ ਦੇਖੂੰਗਾ ਕਿ ਇਹਦੇ ਚੋਂ ਕੀ ਨਿਕਲਦਾ, ਤੇ ਜੇ ਮੈਨੂੰ ਜ਼ਮੀਨ ਠੀਕ ਲੱਗੀ ਇੱਥੇ ਤੇ ਮੈਂ 4,000 ਕਰੋੜ ਰੁਪਇਆ ਪਾਉਂਗਾ। ਔਰ ਉਹ ਵੱਡੀ ਫੰਡਿੰਗ ਹੈ,
ਜਿਹੜੀ ਨਾਲ ਆਪਣੇ ਹਜ਼ਾਰਾਂ ਨੌਕਰੀਆਂ ਲੈਂਦੀ ਹੈ। ਆ ਸੋਨਾਲਿਕਾ ਦੇਖ ਲਓ ਤੁਸੀਂ, 4-5 ਹਜ਼ਾਰ ਬੰਦਾ ਇੰਪਲੋਇਡ ਹੈ। ਇਹ ਖੇਤੀ ਨੂੰ ਚਾਹੀਦਾ, ਇਹ ਐਗਰੋ ਬੇਸਡ ਇੰਡਸਟਰੀ ਦੇ ਵਿੱਚ ਇਹ ਕਮਾਈ ਚਾਹੀਦੀ। ਉਹਨੇ ਰੀਨਿਊਏਬਲ એનર્ਜੀ ਦੇ ਵਿੱਚ ਪੈਸੇ ਲਾਉਣੇ ਸੀ 4-5 ਹਜ਼ਾਰ ਕੋ ਖਰਬਾਂ ਪਤੀ ਬੰਦਾ। ਇਹ ਨਹੀਂ ਵੀ ਉਹਨੂੰ ਅਮਰੀਕਾ ਦੇ ਵਿੱਚ ਉੱਥੇ ਓਪਰਚੁਨਿਟੀ ਨਹੀਂ ਸੀ, ਉਹਨੂੰ ਬਹੁਤ ਓਪਰਚੁਨਿਟੀ, ਪਰ ਦਿਲ ਇੱਥੇ ਵਸਦਾ ਸੀ। ਗਲੀਆਂ 'ਚ ਸਾਡੇ ਨਾਲ ਖੇਡਿਆ, ਬੰਟੇ ਤੱਕ ਖੇਡਿਆ, ਤੇ ਉਹਨੂੰ ਇਹ ਪਿਆਰ ਸੀ ਇਹਨਾਂ ਗਲੀਆਂ ਦੇ ਨਾਲ। ਮੈਨੂੰ ਕਹਿੰਦਾ ਮੈਨੂੰ ਭੇਜ ਦੇ, ਇੱਕ ਕਿਸੇ ਬੰਦੇ ਕੋ ਭੇਜ ਦੇ। ਮੈਂ ਜੀ ਸਾਡੇ ਡਿਪਟੀ ਸੀਐਮ ਸੀ, ਉਹੀ ਸੀਐਮ ਸੀ, ਮੈਂ ਉਹਨੂੰ ਕੋ ਭੇਜਦਾ। ਹਾਂ ਮੈਨੂੰ ਭੇਜ 2 ਮਹੀਨਿਆਂ 'ਚ ਸਾਫਾ ਗਲ 'ਚ ਪਾਇਆ। ਮੈਨੂੰ ਕਹਿੰਦਾ ਯਾਰ ਜੇ ਮੈਂ 200 ਲਾਉਣ ਨੂੰ ਕਹਿੰਦਾ 100 ਪਹਿਲਾਂ ਮੰਗਦੇ, ਅਫਸਰ ਰੱਖੇ ਆ, ਕਹਿੰਦਾ ਉਹ ਅਫਸਰ ਮੰਗਦੇ, ਕਹਿੰਦਾ ਆਪ ਤੇ ਮੰਗਦੇ ਨਹੀਂ। ਔਰ ਉਹਨਾਂ ਨੂੰ ਕਹਿੰਦੇ ਇੱਥੋਂ ਦੇ ਇਹ ਸਿੰਗਲ ਵਿੰਡੋ ਸਿਸਟਮ, ਕਹਿੰਦਾ ਇਹਦੇ 25 ਵਿੰਡੋਆਂ ਨੇ। ਮੈਂ ਕਿਹਾ ਯਾਰ ਹੁਣ ਫਿਰ ਕੀ ਕਰੀਏ? ਕਹਿੰਦਾ ਮੈਂ ਤਾਂ ਚੱਲਿਆ ਵਾਪਸ। ਮੈਂ ਰੁਕ, ਨਾਲ ਦਾ ਸੂਬਾ ਸੀ, ਮੈਂ ਨਾ ਨਹੀਂ ਲੈਣਾ ਕਿਉਂਕਿ ਫਿਰ ਬਾਤ ਦਾ ਪਤੰਗੜ ਬਣਾ ਦੇ ਲੋਕ, ਸਮਝੇ ਨਹੀਂ। ਮੈਂ ਫੋਨ ਕੀਤਾ ਉੱਥੇ ਚੀਫ ਸੈਕਟਰੀ ਨੂੰ, ਮੈਂ ਕਿਹਾ ਜੀ ਮੇਰਾ ਇੱਕ ਦੋਸਤ ਹੈ, ਹੀ ਵਾਂਟਸ ਟੂ ਇਨਵੈਸਟ। ਕਹਿੰਦੇ ਜੀ ਇਸ ਤਾਂ ਬੰਦੇ ਹੀ ਇਹ ਲੱਭਦੇ, ਭੇਜੋ। ਅਗਲੇ ਦਿਨ ਫੌਗ ਸੀ ਤੇ ਹਵਾਈ ਜਹਾਜ਼ ਉੱਡਿਆ ਨਹੀਂ। ਮੈਂ ਉਹਨੂੰ ਕਿਹਾ ਮਹਾਰਾਜ ਹਵਾਈ ਜਹਾਜ਼ ਨਹੀਂ ਉੱਡਿਆ, ਹੁਣ ਕੀ ਹੋਊ? ਉਹ ਕਹਿੰਦਾ ਜੀ ਅਸੀਂ ਅਗਲੇ ਹਫਤੇ ਦੀ 2 ਵਜੇ ਦੀ ਅਪਾਇੰਟਮੈਂਟ ਰੱਖ, ਜਿੱਦਣ ਆ ਗਿਆ ਉਦੋਂ ਠੀਕ। ਅਗਲੇ ਦਿਨ ਜੀ ਮੈਂ ਕਿਹਾ ਕੋਈ ਏਅਰਪੋਰਟ ਮੈਨੇਜਰ ਨੂੰ ਹਵਾਈ ਜਹਾਜ਼ ਉੱਡ ਖੜਾਇਆ। ਉੱਥੇ ਇੱਕ ਪੁਲਿਸ ਖੜਾ, ਉਹਨਾਂ ਨੇ ਏਅਰਪੋਰਟ ਤੋਂ ਉਹਨੂੰ ਲਿਆ ਅੰਦਰੋਂ, ਜਿਵੇਂ ਕੋਈ VVIP ਹੁੰਦਾ, ਤੇ ਲੈ ਕੇ ਚੀਫ ਸੈਕਟਰੀ ਦੇ ਆਫਿਸ ਦੇ। ਚੀਫ ਸੈਕਟਰੀ ਦੇ ਆਫਿਸ ਕਹਿੰਦਾ ਮੈਨੂੰ ਚਾਹ ਪਿਆਈ। ਮੈਂ ਚਾਹ ਪੀ ਰਿਹਾ ਸੀ, 50-60 ਬੰਦੇ ਨਿਕਲੇ ਚੀਫ ਸੈਕਟਰੀ ਦੇ। ਹਾਂ ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਉਦੋਂ ਹੀ ਨਾਲ ਦੀ ਨਾਲ ਕਿਹਾ ਮਿਸਟਰ ਸੋ ਐਂਡ ਸੋ ਚਲੋ ਜੀ ਅੰਦਰ। ਕਹਿੰਦਾ ਮੈਂ ਅੰਦਰ ਚਲਿਆ ਗਿਆ, ਉਹਦਾ ਲੰਬਾ ਟੇਬਲ ਸੀ, ਮੈਂ ਇੱਧਰ ਬਹਿ ਗਿਆ ਤੇ ਉਹ ਇੱਧਰ ਬਹਿ ਗਿਆ, ਤੇ ਨਾਲ ਹੀ 50-60 ਨਵੇਂ ਬੰਦੇ ਆਏ, ਕੋਈ ਇੱਧਰ ਬਹਿ ਗਿਆ, ਕੋਈ ਇੱਧਰ ਬਹਿ ਗਿਆ, ਕੋਈ ਇੱਧਰ ਬਹਿ ਗਿਆ। ਤੇ ਮੈਨੂੰ ਕਹਿੰਦਾ ਯੈਸ ਮਿਸਟਰ ਸਿੰਘ, we have seen your bank guarantee, we have seen your project, we have cleared it। ਬੰਦਾ ਹਾਲੇ ਕੁਰਸੀ ਤੇ ਬੈਠਾ ਹੈ, ਉਹਨੂੰ ਕਹਿੰਦੇ ਕਲੀਅਰ ਕਰਤਾ ਤੇਰਾ ਪ੍ਰੋਜੈਕਟ। ਆਹ 3 ਥਾਂ ਤੇ ਜ਼ਮੀਨਾਂ ਨੇ, ਇਹ 3 ਥਾਵਾਂ ਤੇ ਜ਼ਮੀਨ ਚੋਂ ਜਿਹੜੀ ਤੈਨੂੰ ਪਸੰਦ ਆਉਂਦੀ ਹੈ ਲੈ ਲੈ। ਆਹ ਬਿਜਲੀ ਕਰੂ ਤੇਰੀ, ਆਹ ਤੈਨੂੰ ਪਾਣੀ ਦਊ, ਆਹ ਫਲਾਨਾ ਤੈਨੂੰ ਆਹ ਦਊ। ਅੱਜ ਉਸ ਸੂਬੇ 'ਚ ਉਸ ਬੰਦੇ ਨੇ 6 ਤੋਂ 7 ਹਜ਼ਾਰ ਕਰੋੜ ਰੁਪਇਆ ਇਨਵੈਸਟ ਕਰ ਚੁੱਕੇ। ਆਪ ਟੈਲੀਵਿਜ਼ਨ ਚੈਨਲ ਵਾਂਗ ਹੈ ਇਹ, ਤੁਸੀਂ ਕਿਸੇ ਨੂੰ ਫੈਸਿਲਿਟੇਟ ਨਹੀਂ ਕਰੋਗੇ ਕਿ ਤੁਹਾਨੂੰ ਚੈਨਲ ਚੰਗਾ ਨਹੀਂ ਨਾ ਟਿਚ ਦੇਣੇ, ਦੂਏ ਤੇ ਜਾਂਦੇ ਹੋ, ਉਸੇ ਤਰ੍ਹਾਂ ਤੁਸੀਂ ਦੂਏ ਤੇ ਜਾਂਦੇ। ਇਨਵੈਸਟ ਪੰਜਾਬ ਕੀਤਾ ਮਹਾਰਾਜ, ਆਹ ਹਾਲ ਹੈ। ਇਨਵੈਸਟ ਪੰਜਾਬ 'ਚ ਗਿਆ 1,20,000 ਕਰੋੜ ਰੁਪਇਆ ਲਿਆਏ। 1,20,000 ਕਰੋੜ, ਉਹ ਚੋਂ ਕਿੰਨਾ ਆਇਆ? 5,000। 1,15,000 ਕਰੋੜ ਆਇਆ ਹੀ ਨਹੀਂ। ਇਹਨਾਂ ਦੇ ਆਪਦੇ ਬੰਦੇ 5 ਆਪਦੇ ਬੰਦੇ 9,000 ਕਰੋੜ ਪਾਵਾਂਗੇ ਜੀ, 9 ਪੈਸੇ ਨਹੀਂ ਪਾਏ। ਮਾਫ ਕਰਨਾ, ਜਿਹੜਾ ਪਲੈਨਿੰਗ ਬੋਰਡ ਦਾ ਤੁਹਾਡਾ ਚੇਅਰਮੈਨ ਹੈ, ਇੰਡਸਟਰੀ ਤਾਂ ਮੱਧ ਪ੍ਰਦੇਸ਼ ਚਲਾਉਂਦਾ, ਕਿਉਂ? ਤੇ ਜਦੋਂ ਉਹ ਭੱਜੀ ਜਾਂਦੇ ਆ ਜਿਹੜਾ ਨੌਕਰੀਆਂ ਦੇਣੀਆਂ, ਜਿਨ੍ਹਾਂ ਨੇ ਐਗਰੋ ਬੇਸਡ ਇੰਡਸਟਰੀ ਦੇ ਨਾਲ ਸਾਡੀ ਕਿਸਾਨੀ, ਕਿਉਂਕਿ ਅਸੀਂ ਇੱਕ ਐਗਰੋ ਬੇਸਡ ਇੰਡਸਟਰੀ ਆ, ਸਾਡੀ ਕਿਸਾਨੀ ਹੈ, ਤੇ ਜਦੋਂ ਉਹ ਭੱਜੀ ਜਾਂਦੇ ਆ, ਉਹਨਾਂ ਤੋਂ ਆਹੀ ਚੱਲਦਾ ਹੈ, ਕਰਪਸ਼ਨ ਦੂਰ ਨਹੀਂ ਹੁੰਦੀ। ਤਾਂ ਮੈਨੂੰ ਤੁਸੀਂ ਦੱਸੋ ਸਹੀ, ਜਵਾਨ ਕਿੱਥੋਂ ਖੜੂ? ਉਹਨੂੰ ਤੇ ਓਪਰਚੁਨਿਟੀ ਚਾਹੀਦੀ ਹੈ, ਉਹਨੂੰ ਤਾਂ ਨੌਕਰੀ ਚਾਹੀਦੀ ਹੈ, ਉਹ ਤੇ ਕੁਆਲਿਟੀ ਐਜੂਕੇਸ਼ਨ ਚਾਹੀਦੀ ਹੈ। ਨਾ ਉਹਨੂੰ ਕੁਆਲਿਟੀ ਐਜੂਕੇਸ਼ਨ ਮਿਲ ਰਹੀ ਹੈ, ਨਾ ਉਹਨੂੰ ਡਿਗਰੀਆਂ ਮਿਲ ਰਹੀਆਂ, ਨੌਕਰੀ ਨਹੀਂ ਹੈ। ਮਹਾਰਾਜ ਅਸੀਂ ਉਹ ਐਂਟਰਪ੍ਰੈਨਰ ਖੜਾ ਕਰੀਏ who is not a job seeker but who is a job giver। ਇਹ ਹੋ ਸਕਦਾ ਜੇ ਤੁਸੀਂ ਉਹਨੂੰ ਸਕਿੱਲ ਦਿਓ। ਮੈਂ ਕਹਿੰਦਾ ਸਕਿੱਲ ਕੋਈ ਮਾੜੀ, ਤੁਸੀਂ ਦਿਓ ਉਹਨੂੰ ਸਕਿੱਲ। ਬਾਜ਼ੀਆਂ ਨਕੰਮੇ ਕਰਦੇ ਲੋਕ, 1000 ਰੁਪਇਆ ਦੇਣਗੇ, ਫਲਾਨਾ ਦੇਣਗੇ, ਉਹ ਕਿਹੜਾ ਬਰੋਟਾ ਲੱਗਾ ਜਿੱਥੋਂ ਪੱਟ ਕੇ ਲਿਆਏਗਾ? ਹੋਵੇ 1000 ਰੁਪਇਆ ਤੂੰ ਕਹਿੰਦਾ ਵੀ ਇੱਥੇ ਜਨਾਨੀਆਂ ਨੂੰ ਦੇਏਗਾ, ਉੱਥੇ ਦਿੱਲੀ 'ਚ ਇੱਕ ਨੂੰ ਦਿੱਤਾ, ਇੱਕ ਨੂੰ। ਹੈ ਕੋਈ ਮਹਿਲਾ ਮੰਤਰੀ ਤੇਰੀ ਕੈਬਨਿਟ 'ਚ? ਹੈ ਜੀ? ਇੱਕ ਸਕੂਲ ਬਣਾਇਆ ਹੋਵੇ, ਤੂੰ ਕਹਿ 20 ਸਕੂਲ ਬਣਾਉਂਗਾ। 8 ਲੱਖ ਨੌਕਰੀ ਕਹੀ ਦਿੱਲੀ 'ਚ, 8 ਲੱਖ ਨੌਕਰੀ ਦਿੱਤੀ। 440 ਆਰਟੀਆਈ ਲਾ ਕੱਢੋ, ਮੇਰੇ ਨਾਲ ਬਿਠਾਓ ਇੱਥੇ, ਗੈਣ ਕਾਈਆਂ ਲਾ ਕੇ ਨਾ ਪੁੰਜੇ ਨਾ ਪਾ ਦਿਆਂ, ਮੇਰਾ ਨਾਮ ਕਰਾ ਦੀ। 440 ਝੂਠੇ ਲੋਕ ਨੇ, ਝੂਠ ਵੇਚਦੇ ਆ, ਝੂਠ ਵੇਚਦੇ। 440 ਨੌਕਰੀ ਦਿੱਤੀ ਹੈ ਮਹਾਰਾਜ। ਕਹਿੰਦਾ ਟੀਚਰ ਪੱਕੇ ਕਰੂ, ਟੰਕੀਆਂ ਤੋਂ ਲਾਉਂ। ਜਦੋਂ ਇਹ ਆਇਆ 2013 'ਚ, ਹਾਂਜੀ 7000 ਵੈਕੈਂਸੀ ਸੀ ਟੀਚਰਾਂ ਦੀ।
ਅੱਜ 19,000 ਵੈਕੈਂਸੀ। ਦਿਹਾੜੀ ਤੇ ਕੰਮ ਕਰਾਉਂਦਾ ਟੀਚਰਾਂ ਤੋਂ, ਇੱਕ ਦਿਨ ਦੇ ਇੰਨੇ ਨੇ ਪੈਸੇ ਦੇ ਤੇ 15 ਦਿਨਾਂ ਦਾ ਕੰਟਰੈਕਟ। ਕਦੇ ਸੁਣਿਆ 15 ਦਿਨਾਂ ਦਾ ਕੰਟਰੈਕਟ? 15 ਦਿਨਾਂ ਦਾ ਕੰਟਰੈਕਟ ਹੈ, 15 ਡੇਜ਼ ਕੰਟਰੈਕਟ ਟੀਚਰਾਂ ਦਾ। ਇਹ ਕਿੱਥੋਂ ਮਿਆਰ ਲਿਆਵਾਂਗੇ ਸਾਹਿਬ? ਗੁਰੂ ਦਾ ਦਰਜਾ ਉਹਦਾ ਟੀਚਰ। ਮੈਂ ਅੱਜ ਵੀ ਆਪਣੇ ਟੀਚਰਾਂ ਨੂੰ ਮਿਲਦਾ, ਅੰਗੂਠੇ ਨੂੰ ਹੱਥ ਲਾਈਦਾ। ਮੈਂ ਪ੍ਰੋਫੈਸਰ ਸਾਹਿਬ ਦੀ ਇੱਜ਼ਤ ਕਰਨਾ, ਅੰਗੂਠੇ ਨੂੰ ਹੱਥ ਲਾਉਣਾ। ਉਹ ਮੈਨੂੰ ਲੱਗਦਾ ਯਾਰ ਪੰਜਾਬ ਦੀ ਆਵਾਜ਼ ਚੁੱਕਦਾ ਕੋਈ ਸਕੀ ਰਿਸ਼ਤੇਦਾਰੀ ਹੋਵੇ ਨਾ ਹੋਵੇ ਮਹਾਰਾਜ। ਅੱਜ ਅਸੀਂ ਵੋਟ ਕਿਸੇ ਸਵਾਰਥ ਨੂੰ ਨਹੀਂ ਪਾਉਣੀ, ਪੰਜਾਬ ਨੂੰ ਪਾਉਣੀ ਹੈ, ਗੁਰੂਆਂ ਦੀ ਚਰਨ ਛੋਹ ਧਰਤੀ ਨੂੰ ਪਾਉਣੀ ਹੈ। ਤੇ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਨਾ, ਕਈ ਵਾਰ ਮਖੌਲ ਕਰ ਜਾਂਦੇ। ਮੇਰਾ ਇੱਕ ਚੰਗਾ ਰਿਸ਼ਤੇਦਾਰ ਮੇਰੇ ਕੋਲ ਆਇਆ, ਕਹਿੰਦਾ ਸਿੱਧੂ ਸਾਹਿਬ ਪੱਟ ਕੇ ਲੈ ਜਾਣੇ ਸਾਰੇ, ਲੱਖ ਤਾਂ ਲੈ ਗਏ ਅਸੀਂ ਕੈਨੇਡਾ ਨੂੰ, ਤੇ ਬਾਕੀ ਵੀ ਅਸੀਂ ਪੱਟ ਕੇ ਲੈ ਜਾਣੇ। ਮੈਂ ਕਿਹਾ ਭਾਜੀ ਜੋ ਮਰਜੀ ਪੱਟ ਕੇ ਲੈ ਜਾਣੇ, ਪਰ ਤੂੰ ਦਰਬਾਰ ਸਾਹਿਬ ਨਹੀਂ ਲਿਜਾ ਸਕਦਾ, ਤੂੰ ਦਮਦਮਾ ਸਾਹਿਬ ਨਹੀਂ ਲਿਜਾ ਸਕਦਾ, ਤੂੰ ਦੁਰਗਿਆਣਾ ਮੰਦਿਰ ਨਹੀਂ ਲਿਜਾ, ਜਿੱਥੋਂ ਅਸੀਂ ਸੇਧ ਲਈ ਹੈ, ਜਿੱਥੋਂ ਅਸੀਂ ਉੱਥੋਂ ਖੜੇ ਹੋਏ ਹਾਂ। ਜਦੋਂ ਸਰੋਵਰ 'ਚ ਘੋੜਿਆਂ ਦੀ ਲੱਤ ਪਾਤੀ, ਉੱਥੋਂ ਜਿੱਥੋਂ ਅਸੀਂ ਖੜੇ ਹੋਏ ਹਾਂ ਲੜ ਕੇ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਤੇ ਅੱਜ ਇਹ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਟਿਕਾਂਗੇ ਨਹੀਂ। ਅੰਮ੍ਰਿਤ ਸ਼ਾਹੇ ਦਾ ਹੋ ਗਿਆ, ਚਲੋ ਜਿਹਦਾ ਵੀ ਹੋਇਆ, ਲੇਕਿਨ ਅਸੀਂ ਪੰਜਾਬੀਆਂ ਦੀ ਕੌਮ ਲੜਨ ਵਾਲੀ ਕੌਮ ਹੈ ਸਾਹਿਬ। ਪਰ ਇਹਨਾਂ ਨੇ ਕਿਹਾ ਕਿ ਨਹੀਂ, ਅਸੀਂ ਲੜਾਂਗੇ। ਬਾਕੀ ਤੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਪਰ ਆਖਰੀ ਦਮ ਤੱਕ ਲੜਾਂਗੇ। ਮੈਂ ਸ਼ੇਰ ਫੇਰ ਨਾ ਕਹਿਣਾ ਸਿੱਧੂ ਆਇਆ ਸੀ, ਸ਼ੇਰ ਨਹੀਂ ਸੁਣਾਇਆ। ਮੇਰੇ ਪਿਓ ਦਾ ਸ਼ੇਰ ਹੈ, ਉਹ ਸੁਣਾਉਂਦਾ ਹੁੰਦਾ ਸੀਗਾ ਲਾਹੌਰ ਦੇ ਵਿੱਚ, ਜਦੋਂ ਉਹਨੂੰ ਸਜਾਏ ਮੌਤ ਸੁਣਾਈ ਸੀ, ਉਹ ਸੁਣਾਉਂਦਾ ਹੁੰਦਾ। ਉਹ ਕਹਿੰਦਾ प्रण करते हैं आजादी की शाम नहीं होने देंगे, वीरों की समाधियों को बदनाम नहीं होने देंगे, जब तक तन में गर्म लहू की एक बूंद भी बाकी है, पंजाब की इस सरजमीन को नीलाम नहीं। सिद्धू का पुराना है साहब, जाता जावे। मैं थोड़ा ना क्या ठोको ताड़ी, आपने ठोकी। वो दसो जी अगर कोई सवाल। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ। कॉपी टू ऑल ਮੈਂ ਚਰਨਜੀਤ ਸਿੱਧੂ। बाजी ਮੇਰਾ ਸਵਾਲ ਸਭ ਤੋਂ ਹਟ ਕੇ ਆ, ਤੇ ਤੁਸੀਂ ਠੋਕ ਕੇ ਜਵਾਬ ਦਿੰਦੇ ਹੋ, ਤੇ ਮੇਰਾ ਸਵਾਲ ਵੀ ਠੋਕ ਕੇ ਹੀ ਆ ਰਿਹਾ। ਇਹ ਚਿੰਤਾ ਹੈ ਇੱਕ ਬੜੀ ਵੱਡੀ, ਤੁਹਾਡੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਜਾ ਸਕਦਾ ਹੈ, ਪਰ ਸਾਡੇ ਦੁੱਖਾਂ ਦੀ, ਜੋ ਸਾਡੇ 700 ਕਿਸਾਨ ਸ਼ਹੀਦ ਹੋਏ ਨੇ, ਜਾਂ ਉਸ ਤੋਂ ਪਹਿਲਾਂ ਦੋ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ, ਔਰ ਸਰਕਾਰ ਦਾ ਫਰਜ਼ ਹੈ ਸਿੱਖਿਆ ਤੇ ਸਵਾਸਥ ਸਾਨੂੰ ਫ੍ਰੀ ਦੇਣਾ, ਤੇ ਬਿਜਲੀ, ਟਰਾਂਸਪੋਰਟ, ਹੋਰ ਚੀਜ਼ਾਂ ਜਿਹੜੀਆਂ ਨੋ ਕੋਸਟ, ਨੋ ਪ੍ਰੋਫਿਟ ਤੇ ਦੇਣਾ। ਚੱਲਦਾ ਸੀ ਬੜਾ ਵਧੀਆ ਦੇਸ਼, ਨਹਿਰੂ ਜੀ ਨੇ ਸਮਾਜਵਾਦੀ ਵਿਵਸਥਾ ਲਿਆਂਦੀ, ਅੱਗੇ ਚੱਲਦਾ ਗਿਆ। ਪਰ ਮਾਣਯੋਗ ਜੀ, ਜਿੱਥੇ ਤੁਸੀਂ ਖਲੋਤੇ ਹੋ, ਤੁਹਾਡੀ ਮੈਂ ਗੱਲ ਕਰਦਾ, ਤੁਸੀਂ ਲਫ਼ਜ਼ ਬੋਲਿਆ ਸੀ ਇੱਕ ਕਿ ਸਰਕਾਰਾਂ ਦੇ ਦਲਾਲ। ਮੈਂ ਉਹ ਲਫ਼ਜ਼ ਨਹੀਂ ਬੋਲਾਂਗਾ। ਸਰਕਾਰ ਦਾ ਵੀ ਮਾਲਕ ਕੋਈ ਹੋਰ ਆਉਂਦਾ, ਕੋਈ ਵੀ ਸਰਕਾਰ ਹੋਵੇ, ਤੇ ਉਹਨਾਂ ਮਾਲਕਾਂ ਨੇ ਕੀ ਕੀਤਾ 1991 ਦੇ ਵਿੱਚ, ਜਦੋਂ ਮਾਣਯੋਗ ਸਾਬਕਾ ਪ੍ਰਧਾਨ ਮੰਤਰੀ ਜੀ ਵਿੱਤ ਮੰਤਰੀ ਸਨ, ਤੇ ਪ੍ਰਧਾਨ ਮੰਤਰੀ ਜੀ ਦਾ ਮੈਨੂੰ ਥੋੜਾ ਨਾਂ ਭੁੱਲ ਗਿਆ, ਨਰਸਿਮਹਾ ਰਾਓ ਜੀ। ਉਦੋਂ ਮੈਂ ਇੱਥੇ, ਹੋ ਸਕਦਾ ਕਈਆਂ ਨੂੰ ਪਤਾ ਹੋਵੇ, ਕਈਆਂ ਦਾ ਨਾਂ ਪਤਾ ਹੋਵੇ, ਕਈਆਂ ਤੇ ਡੰਕਲ ਦਾ ਵੀ ਨਹੀਂ ਪਤਾ। ਮੈਂ ਵੀ ਪ੍ਰੋਫੈਸਰ ਸਾਹਿਬ ਵਰਗੇ, ਮਾਨਯੋਗ ਪ੍ਰੋਫੈਸਰ ਸਾਹਿਬ ਮਨਜੀਤ ਸਿੰਘ ਜੀ ਵਰਗੇ ਕੋਲ ਸਿੱਖ ਕੇ ਇਹ ਚੁਣਿਆ। ਡੰਕਲ ਦਾ ਆਮ ਨੂੰ ਪਤਾ ਹੀ ਨਹੀਂ ਵੀ ਕੀ ਹੈ, ਤੇ ਜਿਹੜੀਆਂ ਉਹ ਤਜਵੀਜ਼ਾਂ ਲੈ ਕੇ ਆਏ ਸੀ ਗੈਟਸ, 1991 ਚ ਦੇਸ਼ ਚ ਆਈਆਂ। ਅਸੀਂ ਦਿੱਲੀ ਬੜੇ ਡਾਂਗਾ ਖਾਧੀਆਂ। 5 ਅਪ੍ਰੈਲ 1995 ਨੂੰ ਸਰਦਾਰ ਮੋਹਨ ਸਿੰਘ ਜੀ ਤੇ ਮੋਹਨ ਸਿੰਘ ਟੇਕੂ ਤੇ ਮਨਮੋਹਨ ਸਿੰਘ ਅਮੋਲ ਟੇਕ ਆਹਲੂਵਾਲੀਆ ਜੀ ਸੈਨ ਕਰਨ ਗਏ ਸੀ ਜਨੇਵਾ ਚ, ਤੇ ਅਸੀਂ ਦਿੱਲੀ ਚ ਸੜਕਾਂ ਤੇ ਡੰਡੇ ਖਾ ਰਹੇ ਸੀ ਵੀ ਨਾ ਕਰੋ। ਹੁਣ ਮੈਂ ਜਿਹੜੀ ਸਵਾਲ ਹੈ ਮੇਰਾ, ਉਹ ਨੀਤੀਆਂ ਮੁੜ ਕੇ ਜਦੋਂ ਵਾਜਪੇਈ ਜੀ ਆਏ, ਉਹਨਾਂ ਨੇ ਲਾਗੂ ਕੀਤੀਆਂ, ਤੇ ਨਾਲ ਸਾਡੀ ਸਮਾਜਿਕ ਏਕਤਾ ਤੋੜੀ। ਮੈਂ ਦੱਸ ਦੇਣਾ ਕਿਵੇਂ। ਉਹਨਾਂ ਨੇ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕੀਤੀ, ਨਾਲ ਬਿਜਲੀ ਬਿੱਲ ਬੰਦ ਕੀਤਾ, ਤੇ ਜਦੋਂ ਦਾ ਵਿਰੋਧ ਹੋਣ ਲੱਗਾ ਸੜਕਾਂ ਤੇ ਜਿਹੜਾ ਪ੍ਰਵੀਨ ਤਗੋੜੀਆ ਤੇ ਜਿਉਂਦਾ ਪੱਟਾਂ ਤੇ ਹੱਥ ਮਾਰ ਮਾਰ ਕੇ ਰੋਂਦਾ ਕਿ ਮੈਨੂੰ PM ਮਰਵਾ ਦੇਗਾ, ਤੇ ਅਸ਼ੋਕ ਸਿੰਘਲ ਜੀ ਮਰ ਗਏ ਆ, ਉਹਨਾਂ ਨੇ ਤਰਸ਼ੂਲ ਦਰਸ਼ਨਾ ਚਲਾਤੀ ਕਿ ਤਰਸ਼ੂਲ ਦਰਸ਼ਨ ਨਾਲੋਂ ਘਰ ਵਾਪਸੀ ਕਰੋ। ਉਹ ਨੀਤੀਆਂ
ਦੂਜੀਆਂ ਵਿੱਚ ਪਾਰਟੀਆਂ ਅਸੀਂ ਲਾਗੂ ਨਹੀਂ ਹੋਣ ਦਿੱਤੀਆਂ। 10 ਸਾਲ ਸਰਕਾਰ ਰਹੀ ਤੁਹਾਡੀ ਪਾਰਟੀ ਦੀ। क्वेश्चन है वीर जी, क्वेश्चन है सर लंबा ना करो, बहुत सारे साथी ने सवाल पूछना चाहिए। हाँ, इतना मैं लंबा करूँ, मेरी रिक्वेस्ट है, सवाल पूछो। ਇਹ ਭਾਜੀ ਸਵਾਲ ਆ ਲੋਕਾਂ ਨੂੰ ਹਟ ਕੇ। ਮੈਨੂੰ ਇਹ ਨਹੀਂ ਵੀ ਜ਼ਮੀਨ ਕਾਤੋਂ ਖੋਲੋਗੇ ਜਾਂ ਕੁਝ ਕੱਲਾ ਕੱਲਾ ਬੱਚਾ ਸੁਖੀ ਹੋਏਗਾ। ਸਾਡੇ ਦੁੱਖਾਂ ਦਾ ਕਾਰਨ ਉਹ ਨੀਤੀਆਂ ਨੇ। ਕੋਈ ਨਹੀਂ ਭਾਜੀ, ਤੁਸੀਂ ਪੁੱਛੋ। ਹਾਂ ਨਹੀਂ, ਮੈਂ ਛੋਟਾ ਵਾਂ ਭਾਜੀ, ਨਾਲ ਤੁਹਾਡੇ ਤੋਂ ਬਹੁਤ ਛੋਟਾ ਵਾਂ। ਉਹਦੇ ਚ ਸਰ ਉਸੇ ਨੀਤੀਆਂ ਤੇ ਜਦੋਂ ਮੋਦੀ ਸਾਹਿਬ ਬਹੁਮਤ ਲੈ ਕੇ ਆਏ ਤੇ ਬੇਲਗਾਮ ਘੋੜਿਆਂ ਨੂੰ ਭੱਜੇ ਤੇ ਉਹਨਾਂ ਨੇ ਸਭ ਕੁਝ ਦੇਸ਼ ਨੂੰ ਚੁਟਕੀਆਂ ਚ ਵੇਚਤਾ। ਚਾਹੇ ਸਾਡੀ ਬੇਲ ਹੈ, ਚਾਹੇ ਸਾਡੀ ਰੇਲ ਹੈ, ਚਾਹੇ ਸਾਡਾ BSNL ਹੈ, ਚਾਹੇ ਸਾਡੀ ਖਦਾਨ ਹੈ, ਚਾਹੇ ਸਟੀਲ ਹੈ, ਸਾਰਾ ਕੁਝ ਵੇਚਤਾ। ਮੈਂ ਹੁਣ ਜਿਹੜਾ ਵੱਡੇ ਵੀਰ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਜੇ ਤੁਸੀਂ ਹੁਣੇ ਕਿਹਾ ਵੀ ਕੀ 100 ਰੁਪਇਆ ਕੇਵਲ ਦਾ ਹੋ ਗਿਆ, ਕੀ ਆ ਚੀਜ਼ ਹੋ ਗਈ? ਕਿਉਂਕਿ ਤੁਹਾਡੇ CM ਸਾਹਿਬ ਨੇ ਕਿਹਾ ਤੇ ਲਾਗੂ ਨਹੀਂ, ਇੰਪਲੀਮੈਂਟੇਸ਼ਨ ਨਹੀਂ ਹੋਈ, ਕਿਉਂਕਿ ਤੁਸੀਂ ਲੜ ਰਹੇ ਹੋ ਇਨਰ ਸਰਕਲ ਦੇ ਵਿੱਚ। ਤੇ ਜੇ ਮਾਨਯੋਗ ਜੀ ਤੁਸੀਂ ਪਹਿਲੇ ਨੰਬਰ ਤੇ ਉਹਨਾਂ ਕਰ ਦੇਣ ਤੇ ਬੜੀ ਖੁਸ਼ੀ ਦੀ ਗੱਲ ਹੈ। ਜੇ ਤੁਹਾਨੂੰ ਕੈਂਡੀਡੇਟ CM ਲਾਉਂਦੇ ਨੇ ਤੇ ਕੀ ਤੁਸੀਂ ਆਪਣੀ ਹਾਈ ਕਮਾਂਡ ਨੂੰ ਉਹ ਡੰਕਲ ਤਲਵੀਜਾ ਤੋਂ ਬਾਹਰ ਹੋਣ ਲਈ ਮਨਵਾ ਲਓਗੇ? ਤੇ ਜੇ ਨਹੀਂ ਉਹ ਮੰਨੀਆਂ ਜਾਂਦੀਆਂ ਤੇ ਫਿਰ ਜਿੰਨਾ ਮਰਜ਼ੀ ਵੱਡੇ ਵੀਰ ਟੰਕੇ ਦੀ ਚੋਟ ਤੇ ਕਹਿ ਲੋ ਹੋਵੋਗੇ, ਫਿਰ ਤੁਸੀਂ ਵੀ ਇਹਦਾ ਸੋਲੂਸ਼ਨ ਦੱਸ ਦਿਓ ਕਿ ਡੰਕਲ ਤਲਵੀਜਾ ਤੋਂ ਬਾਹਰ ਆਵਾਂਗੇ ਅਸੀਂ ਕਿ ਨਹੀਂ ਆਵਾਂਗੇ। ਧੰਨਵਾਦ। ਭਾਜੀ ਦੇਖੋ, ਜੇ ਦਾ ਤਾਂ ਕੋਈ ਜਵਾਬ ਨਹੀਂ ਹੁੰਦਾ। ਤੁਸੀਂ ਕਿਹਾ ਉਹ ਬਣਾਉਣਗੇ ਜਾਂ ਨਹੀਂ ਬਣਾਉਣਗੇ। ਨਾ ਤੇ ਮੈਂ ਕਦੇ ਜ਼ਿੰਦਗੀ 'ਚ ਕੁਝ ਮੰਗਿਆ, ਨਾ ਮੰਗੂਗਾ। ਮੈਂ ਤੇ ਵੋਟਾਂ ਤੱਕ ਨਹੀਂ ਮੰਗਿਆ। ਹੁਣ ਜੇ ਦਾ ਜਵਾਬ ਕੀ ਹੈ, ਅੰਗਰੇਜ਼ੀ 'ਚ ਕਹਿੰਦੇ ਨੇ ਇਫ ਮਾਈ ਆਂਟੀ ਵਰ ਅ ਮੈਨ ਸ਼ੀ ਵੁੱਡ ਹੈਵ ਬੀਨ ਮਾਈ ਅੰਕਲ। ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਤੇ ਮੈਂ ਉਹਨੂੰ ਚਾਚਾ ਕਹਿੰਦਾ। ਲੇਕਿਨ ਤੁਹਾਡਾ ਸਵਾਲ ਐਡਾ ਕੁ ਤਾਕਤਵਰ, ਐਡਾ ਕੁ ਜ਼ਬਰਦਸਤ ਹੈ ਔਰ ਐਡਾ ਕੁ ਵਾਜਬ ਹੈ ਕਿ ਮੈਂ ਮਜਬੂਰ ਹਾਂ ਵੀ ਜਵਾਬ ਦਵਾਂ। ਜਵਾਬ ਦੇਖੋ ਭਾਜੀ, ਰਿਸਪੌਂਸਿਬਿਲਿਟੀ ਜਿਹੜੀ ਹੁੰਦੀ ਹੈ ਨਾ, ਉਹ ਜਾਂ ਤੇ ਬੰਦੇ ਨੂੰ ਬਿਹਤਰ ਕਰਦੀ ਹੈ ਤੇ ਜਾਂ ਬਦਤਰ ਕਰਦੀ। ਇਟ ਆਈਦਰ ਮੇਕਸ ਯੂ ਬੈਟਰ ਔਰ ਬਿਟਰ। ਮੇਰਾ ਇੱਕ ਬਿਟਰ ਐਕਸਪੀਰੀਅੰਸ ਹੈ ਸਾਹਿਬ। ਮੈਂ 3 ਸਰਕਾਰਾਂ ਪੰਜਾਬ ਚ ਬਣਾ ਦਿੱਤੀਆਂ, ਬਾਕੀ ਵੀ ਕੰਪੇਨਾਂ ਕਰਦਾ ਰਿਹਾ। ਲੇਕਿਨ ਇਸ ਸਿਸਟਮ ਚ ਨਾ ਸੱਚ ਪੁੱਛੋ, ਜਿਹੜਾ ਚੰਗਾ ਆਦਮੀ ਹੁੰਦਾ ਉਹਨੂੰ ਸ਼ੋਅ ਪੀਸ ਬਣਾ ਦਿੱਤਾ। ਮੈਂ ਜਵਾਬ ਪਹਿਲਾਂ ਵੀ ਦੇ ਚੁੱਕਿਆ। ਉਹਨੂੰ ਸਿਰਫ ਮੋਹਰੀ ਬਣਾ ਕੇ ਉਹਨੂੰ ਇਲੈਕਸ਼ਨ ਜਿਤਾਉਣ ਲਈ ਰੱਖਿਆ ਜਾ। ਉਹਦੀ ਕੰਪੇਨ ਕਰਾ ਕੇ ਫਿਰ ਉਹਨੂੰ ਸ਼ੋਅ ਪੀਸ ਬਣਾ ਕੇ ਰੱਖ ਦਿੱਤਾ ਜਾ। ਮੈਂ ਕੋਈ ਸ਼ੋਅ ਪੀਸ ਨਹੀਂ ਮੈਂ ਬਣਦਾ, ਉਹ ਤੇ ਬਣਦਾ ਨਹੀਂ। ਮੈਂ ਪਹਿਲਾਂ ਹੀ ਕਹਿ ਚੁੱਕਿਆ, ਤੁਹਾਨੂੰ ਦੱਸ ਚੁੱਕਿਆ, ਬਿਲਕੁਲ ਨਹੀਂ ਬਣਦਾ। ਮੈਂ ਪੰਜਾਬ ਦੇ ਲੋਕਾਂ ਨਾਲ ਨੰਬਰ 2 ਸੱਤਾ 'ਚ ਆਉਣ ਵਾਸਤੇ ਝੂਠ ਵੀ ਨਹੀਂ ਬੋਲਦਾ। ਤੁਹਾਡੇ ਸਾਹਮਣੇ ਇਹਨੇ ਬੋਲਿਆ, ਕੋਈ ਕਹਿ ਦੇਵੇ ਨਵਜੋਤ ਸਿੰਘ ਸਿੱਧੂ ਝੂਠ ਬੋਲਿਆ, ਕਿਉਂਕਿ ਮੇਰੇ ਕੋਲ ਖੋਣ ਨੂੰ ਹੈ ਕੱਖ ਨਹੀਂ। ਇਹ ਜਿਹੜੀਆਂ ਚੀਜ਼ਾਂ ਦੇ ਲਈ ਲੋਕ ਕਰੋੜਾਂ ਰੁਪਏ ਦਿੰਦੇ ਫਿਰਦੇ ਆ, ਬਾਹਾਂ ਵੜਾ ਲੈਂਦੇ ਆ, ਮੈਂ ਭਗਾ ਮਾਰੀਆਂ। ਲੋਕ ਕਹਿੰਦੇ ਨੇ ਪਾਰਟੀ 'ਚ ਆਇਆ ਸੀ ਸਿੱਧੂ, ਇਹ ਬਾਹਰੋਂ ਆਇਆ ਸੀ। ਸਿੱਧੂ ਰਾਜ ਸਭਾ ਛੱਡ ਕੇ ਆਇਆ ਸੀ, ਕੁਛ ਲੈਣ ਨਹੀਂ ਸੀ ਆਇਆ। 6 ਸਾਲ ਦੀ ਰਾਜ ਸਭਾ ਕਿਸੇ ਨੇ ਛੱਡੀ ਹੋਵੇ ਤੇ ਮੈਨੂੰ ਨਾਂ ਦਿਓ। ਐਮਪੀਗਿਰੀ ਛੱਡੀ ਹੋਵੇ ਕਿਸੇ ਨੇ ਤੇ ਮੈਨੂੰ ਨਾਮ ਦਿਓ। ਕਹਿੰਦੇ ਕੀ ਸੀ, ਕੁਰਕਸ਼ੇਤਰੋਂ ਇਲੈਕਸ਼ਨ ਲੜ, I&B ਮਿਨਿਸਟਰ ਹੋਏਗਾ ਜੇਤਲੀ ਸਾਹਿਬ। MP ਨਹੀਂ ਲੜਿਆ ਮੈਂ। ਕਿਉਂ? ਕਿਉਂਕਿ ਇਸ ਸਰਜ਼ਮੀਨ ਦੇ ਜਿੱਥੇ ਖੜੇ ਆ, ਇਹਦੇ ਭਲੇ ਦੇ ਲਈ ਜਿਉ ਰਹੇ ਆ, ਇਹਦੇ ਲਈ ਉਹ ਮਰ ਰਹੇ। ਉਹੀ ਜਿਹੜੇ NRIਆਂ ਦੀ ਭਾਵਨਾ ਸਿੱਧੂ ਦੀ ਵੀ ਹੋਈ ਕਿ ਇੱਥੇ ਜੀਵਾਂਗੇ ਇੱਥੇ। ਫਿਰ ਮੈਨੂੰ ਕਿਹਾ ਵੀ ਤੂੰ ਚਿਹਰਾ ਬਣ, ਜਨਰਲ ਸੈਕਟਰੀ ਬਣਾ ਦਨੇ ਅਹਿਮਦ ਪਟੇਲ ਸਾਹਿਬ, ਜਨਰਲ ਸੈਕਟਰੀ ਬਣਾ ਦਨੇ, ਦਿੱਲੀ ਦਾ ਚਿਹਰਾ ਬਣ। ਮੈਂ ਕਿਹਾ ਜੇ ਮੈਂ ਦਿੱਲੀ ਦਾ ਹੀ ਚਿਹਰਾ ਬਣਨਾ ਹੁੰਦਾ ਫਿਰ 3 ਵਾਰ ਦਾ ਮੰਤਰੀ ਨਾ ਹੁੰਦਾ BJP 'ਚ। ਜੇ ਦਿੱਲੀ ਹੋ ਜਾਣਾ ਹੁੰਦਾ, ਜੀਵਾਂਗੇ ਪੰਜਾਬ, ਮਹਾਰਾਜ ਮਰਾਂਗੇ ਪੰਜਾਬ। ਅੱਜ ਵੀ ਉੱਥੇ ਹੀ ਖੜੇ। ਸਿਸਟਮ ਤਕੜਾ, ਬਾਹੂਬਲੀ ਹੈ, ਹਰਾਮ ਦੇ ਪੈਸੇ ਨੇ। ਇਹ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ, ਇਹ 3 ਲੱਖ ਕਰੋੜ ਰੁਪਈਆ 100 ਪਰਿਵਾਰਾਂ ਦੀ ਜੇਬ 'ਚ ਹੈ। ਉਹ 'ਚੋਂ 2 ਵੱਡੇ ਨੇ,
ਸਮਝਿਆ ਨਹੀਂ? ਕਾਣੇ ਕਰ ਉਹਨਾਂ ਨੂੰ ਰੱਖਿਆ ਜਾਂਦਾ, ਸਿਸਟਮ 'ਚ ਸ਼ਾਮਿਲ ਕੀਤਾ ਜਾਂਦਾ ਤੇ ਸਾਰੇ ਪੈਸੇ ਕਿੱਥੇ ਕਿੱਥੇ ਗਏ ਨੇ ਸਭ ਨੂੰ ਪਤਾ ਹੈ। ਸਮਝਿਆ ਨਹੀਂ? ਸਿਸਟਮ ਤਕੜਾ, ਸਿਸਟਮ ਬਲਵਾਨ ਹੈ, ਲੇਕਿਨ ਸਿਸਟਮ ਬੇਈਮਾਨ ਹੈ ਔਰ ਸਿੱਧੂ ਦੇ ਕੋਲ ਈਮਾਨ ਹੈ। ਈਮਾਨ ਐਤਕੀ ਜੇ ਸਰਕਾਰ ਮੋਰਲ ਅਥਾਰਟੀ ਤੇ ਬਣਾਈ ਤੁਸੀਂ, ਐਤਕੀ ਜੇ ਸਰਕਾਰ ਭਲੇਵਿਆਂ 'ਚ ਨਾ ਬਣਾਈ ਤੁਸੀਂ, 50-50 ਲੱਖ ਦੇ ਕੇ ਜਿਹੜੇ ਸਰਵੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਨਾ ਬਣਾਈ ਤੁਸੀਂ, ਜ਼ਮੀਨ ਨਾਲ ਜੁੜ ਕੇ ਤੁਸੀਂ ਬਣਾਈ, ਤੇ ਸਰਕਾਰ ਬਣੂਗੀ ਜਨਾਬ, ਪੰਜਾਬ ਦੇ ਭਲੇ ਲਈ ਬਣੂਗੀ ਜਨਾਬ। ਔਰ ਸਰਕਾਰ 3 ਚੀਜ਼ਾਂ ਤੇ ਬਣੂਗੀ। ਕਿਰਦਾਰ ਇੱਕ, ਕਿਰਦਾਰ ਇੱਕ ਦਿਨ 'ਚ ਨਹੀਂ ਬਣਦਾ। ਕਿਰਦਾਰ ਜਨਮਾਂ ਦੇ ਸੰਸਕਾਰਾਂ ਨਾਲ, ਮਾਂ ਪਿਓ ਔਰ ਬਹੁਤ ਪ੍ਰੇਰਣਾ ਨਾਲ ਬਣਦਾ, ਔਰ ਕਿਰਦਾਰਾਂ 'ਚ ਕੋਈ ਸਮਝੌਤਾ ਨਹੀਂ ਹੁੰਦਾ। ਕਿਰਦਾਰ ਤੇ ਬਣੂਗੀ ਸਰਕਾਰ। ਨੰਬਰ 2, ਮੋਰਲ ਅਥਾਰਟੀ ਤੇ ਬਣੂਗੀ। ਸਿੱਧੂ ਦੀ ਆਵਾਜ਼ ਕਿਉਂ ਨਿਕਲਦੀ ਹੈ? ਕਿਉਂਕਿ ਸਿੱਧੂ ਕੋਲ ਨੈਤਿਕਤਾ ਦੀ ਤਾਕਤ ਹੈ, ਸੱਚਾਈ ਹੈ, ਈਮਾਨਦਾਰੀ। ਸਮਝਿਆ ਨਹੀਂ? ਤੇ ਤੀਜੀ ਚੀਜ਼, ਜਿਹੜਾ ਬੰਦਾ ਪੰਜਾਬ ਨੂੰ ਇਸ਼ਕ ਕਰਦਾ ਹੋਵੇ, ਉਹਦੇ ਇਸ਼ਕ ਨੂੰ ਦੇਖੋ। ਇਸ਼ਕ ਬਦਲੇ 'ਚ ਕੁਝ ਨਹੀਂ ਮੰਗਦਾ। ਇਸ਼ਕ ਨਿਸ਼ਾਵਰ ਕਰਦਾ ਹੈ। ਇਸ਼ਕ ਜ਼ਰੂਰੀ ਨਹੀਂ ਕਿ ਕਿਸੇ ਮਹਿਬੂਬਾ ਨਾਲ ਹੋ। ਇਸ਼ਕ ਆਪਣੀ ਧਰਤੀ ਨਾਲ ਵੀ ਹੋ ਸਕਦਾ, ਜਿੱਦਾਂ ਭਗਤ ਸਿੰਘ ਨੂੰ ਸੀ, ਰਾਜਗੁਰੂ ਨੂੰ, ਸੁਖਦੇਵ ਨੂੰ ਸੀ। ਇਹ ਇਸ਼ਕ ਜਿਹੜਾ ਹੈ ਉਹ ਬਦਲੇ 'ਚ ਕੁਝ ਮੰਗਦਾ ਨਹੀਂ। ਜਿਹੜਾ ਸਿੱਧੂ ਦੇ ਇਸ਼ਕ ਨੂੰ ਸਮਝਦਾ ਉਹ ਸਿੱਧੂ ਨੂੰ ਸਮਝਦਾ, ਕਿਉਂਕਿ ਮੈਂ ਸਾਰਾ ਕੁਝ ਵਾਰ ਦੂੰ, ਸਾਰਾ ਕੁਝ ਕੁਰਬਾਨ ਕਰ ਦੂੰ, ਲੇਕਿਨ ਪੰਜਾਬ ਦੇ ਨਾਲ ਦਰੋਹ ਨਹੀਂ ਕਰੂੰਗਾ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦਊਂਗਾ, ਪੰਜਾਬ ਦੇ ਨਾਲ ਐਤਕੀ ਝੂਠ ਨਹੀਂ ਬੋਲੂੰਗਾ। ਔਰ ਆਉਣ ਵਾਲੀ ਪੀੜ੍ਹੀ ਦਾ ਸੌਂ, ਮੈਂ ਨਾ ਆਉਣ ਵਾਲੀ ਪੀੜ੍ਹੀ ਦਾ ਸਾਕਾ। ਇੱਕ ਮਿੰਟ ਖੜ੍ਹਦੇ ਯਾਰ, ਹੁਣ ਤੂੰ ਸਵਾਲ ਪਏ, ਮੈਂ ਜਵਾਬ ਦੇ ਦੇਣਾ। ਮਾਈ ਟਰਨ ਬ੍ਰਦਰ, ਮਾਈ ਟਰਨ। ਬਹਿ ਜਾ। ਮੈਂ ਕੀ ਕਹਿਣਾ, ਇਹ ਜਵਾਬ ਹੀ ਦੇ ਰਿਹਾ ਸਾਰਾ। ਮੈਂ ਦਰੋਹ ਦੀ ਜਦੋਂ ਗੱਲ ਕਰਦਾ ਪੰਜਾਬ ਨਾਲ, ਦਰੋਹ ਨਹੀਂ ਕਰੂੰਗਾ। ਤੇ ਮੈਂ ਨਾ ਪਹਿਲਾਂ ਸੀ ਇਹਨਾਂ ਚੀਜ਼ਾਂ ਦੇ ਨਾਲ ਧਿਆਨ, ਨਾ ਅੱਜ। ਸੱਤਾ ਦਾ ਮੈਨੂੰ ਲੋਭ ਕੋਈ ਨਹੀਂ, ਲੇਕਿਨ ਮੈਂ ਪੰਜਾਬ ਨੂੰ ਹਰ ਪਲ, ਹਰ ਰੋਜ਼ ਅਵਗਤ ਕਰਾਂਦਾ ਰਹੂੰਗਾ। ਉੱਠ ਕੇ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਅਵਗਤ ਕਰਾਉਂਦਾ ਰਹੂੰਗਾ ਵੀ ਆਹ ਨਾ ਕਰੇ। ਇਹ ਟੌਕ ਇਹਦਾ ਪ੍ਰਮਾਣ ਨਹੀਂ ਹੈ। ਇਹ ਕਿਸੇ ਪਾਰਟੀ ਦੇ ਬੰਦੇ ਦੀ ਟੌਕ ਹੈ ਜਾਂ ਪੰਜਾਬ ਨੂੰ ਇਸ਼ਕ ਕਰਨ ਵਾਲੇ ਦੀ ਟੌਕ ਹੈ? ਅੰਦਾਜ਼ਾ ਲਾ ਮਿੱਤਰਾ, ਹੈ ਇਹ ਕਿਸੇ ਸੱਤਾਧਾਰੀ ਦੀ ਗੱਲ ਹੈ? ਇਹ ਕਿਸੇ ਨੂੰ ਸੱਤਾ ਦੇ ਲੋਭ ਦੀ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ, ਜਾਂ ਪੰਜਾਬ ਦੇ ਬੱਚਿਆਂ ਦੀ ਗੱਲ ਕਰ ਰਿਹਾ, ਆਪਣੀ ਪੱਗ ਦੀ ਗੱਲ ਕਰ ਰਿਹਾ, ਆਪਣੀ ਹੋਂਦ ਦੀ ਗੱਲ ਕਰ ਰਿਹਾ, ਆਪਣੀ ਅਲਖ ਦੀ ਗੱਲ ਕਰ ਰਿਹਾ, ਆਪਣੇ ਪਿਛੋਕੜ, ਆਪਣੇ ਇਤਿਹਾਸ, ਜਿਨ੍ਹਾਂ ਦੇ ਚਰਨਾਂ ਦੀ ਧੂੜ, ਆਪਣੇ ਗੁਰੂਆਂ ਦੀ ਗੱਲ। ਬਾਬੇ ਨਾਨਕ ਦੇ ਫਲਸਫੇ ਤੇ ਬਣ ਸਕਦਾ ਪੰਜਾਬ। ਸਿੱਧੂ ਦੀ ਕੋਈ ਔਕਾਤ ਨਹੀਂ, ਸਿੱਧੂ ਜ਼ੀਰੋ। ਬਾਬੇ ਨਾਨਕ ਦੇ ਫਲਸਫੇ ਤੇ ਬਣ ਸਕਦਾ ਪੰਜਾਬ, ਤੇ ਉਸ ਫਲਸਫੇ ਨੂੰ ਲੈ ਕੇ ਜਾਊਂ ਲੋਕਾਂ ਨੂੰ ਵੀ ਕਿੱਥੇ ਕੀਤਾ ਤੁਸੀਂ ਸਰਬੱਤ ਦਾ ਭਲਾ। ਤੁਸੀਂ 1% ਲੋਕਾਂ ਦਾ ਭਲਾ ਕੀਤਾ, 99% ਬਿਲਕਦੇ। 1% ਅਮੀਰ ਹੋਈ ਗਿਆ, 99% ਗਰੀਬ ਹੋਈ ਗਿਆ। ਉਸ 1% ਦੀ ਗੱਲ ਨਹੀਂ ਕਰਦਾ, 0.1% ਦੀ ਗੱਲ ਨਹੀਂ ਕਰਦਾ ਸਿੱਧੂ। ਜੇ ਕਿਸਾਨੀ ਸਵਾਰਨੀ ਹੈ, ਰੋਡ ਮੈਪ ਚਾਹੀਦਾ ਦਿਨਾ। ਜੇ ਕਿਸੇ ਕੋ ਬਿਹਤਰ ਹੋਵੇ ਦਵੇ, ਉਹਦੇ ਮਗਰ ਤੁਰੂ। ਜੇ ਪੰਜਾਬ ਮਾਡਲ ਦਿਨਾ, ਉਹ ਕੋਈ 1 ਦਿਨ 'ਚ 2 ਦਿਨ 'ਚ ਨਹੀਂ ਬਣ ਗਿਆ। 17 ਸਾਲ ਦੇ ਕਸੜੇ ਖਾ ਰਿਹਾ ਨਵਜੋਤ ਸਿੰਘ, ਲੇਕਿਨ ਇਹ ਸਿਸਟਮ ਨੂੰ ਸਮਝ ਗਿਆ। ਇਹ ਮਾਫੀਆ ਜਿਹੜਾ ਕਠਪੁਤਲੀਆਂ ਬਣਾ ਠੇਕੇਦਾਰਾਂ ਨੂੰ ਨਚਾਉਂਦਾ, ਸਮਝ ਗਿਆ ਉਹਨੂੰ। ਤੁਹਾਡੇ ਮੂਹਰੇ ਪਾਸ ਕੀਤਾ ਇਹ, ਅੱਗੇ ਤੁਸੀਂ ਸਮਝਦੇ ਸੀ ਇਸ ਗੱਲ ਨੂੰ? ਅੱਜ ਹਰੇਕ ਬੰਦਾ ਸਵਾਲ, ਦੱਸੋ ਕਿੱਥੋਂ ਲਿਆਏਗਾ ਪੈਸੇ? ਇਹ ਕਿਹਨੇ ਲਾਇਆ? ਜਿੱਦਣ ਪੰਜਾਬ ਦੇ ਲੋਕ ਤੁਹਾਡੇ ਵਰਗੇ ਮੇਰੇ ਭਰਾ ਗਲੀਆਂ 'ਚ, ਮਹੱਲਿਆਂ 'ਚ, ਚੌਂਕਾਂ 'ਚ, ਚਬਾਰਿਆਂ 'ਚ ਖੜ ਕੇ ਪੁੱਛਣ ਲੱਗੇ ਇਹ ਸਵਾਲ, ਉਸੇ ਦਿਨ ਮਾਫੀਆ ਟੁੱਟੇ। ਇਹ ਸਿੱਧੂ ਦੀ ਲੜਾਈ ਨਹੀਂ, ਇਹ ਤੁਹਾਡੀ ਲੜਾਈ ਹੈ ਭਰਾ। ਇਹ ਤੁਹਾਡੀ ਪੰਜਾਬ ਦੇ ਲੋਕਾਂ ਦੀ ਲੜਾਈ। ਤੇ ਮੈਂ ਲੜੂ ਤੁਹਾਡੇ ਮਨਾਂ 'ਚ, ਮੈਂ ਲੜੂ ਤੁਹਾਡੇ ਮਨਾਂ 'ਚ। ਮੈਂ ਦੱਸੂ ਵੀ ਅਫਸਰਸ਼ਾਹੀ ਹੁੰਦੀ ਕੀ ਹੈ, ਮੈਂ ਦੱਸੂ ਵੀ ਚੋਰ ਮੋਰੀਆਂ ਹੈ ਕੀ, ਮੈਂ ਦੱਸੂ ਵੀ ਇਹ ਠੱਗੀ ਪੰਜਾਬ ਨਾਲ ਲੱਗੀ ਕਿੱਦਾਂ ਹੈ, ਮੈਂ ਦੱਸੂ ਵੀ ਲਾਲਚੀ ਲੋਕ ਪੰਜਾਬ ਗਿਰਵੀ ਰੱਖ ਵੇਚ ਗਏ। ਕੌਣ ਰੋਕ ਸਕਦਾ ਇਹਨੂੰ? ਤੁਸੀਂ ਰੋਕ ਸਕਦੇ ਹੋ, ਤੁਸੀਂ ਰੋਕ ਸਕਦੇ ਹੋ। ਇਹ ਜਿਹੜੀ ਇੱਕ ਬਹੁਤ ਵੱਡੀ
ਜਰਨਲਿਜ਼ਮ ਦੀ ਕਲਾਸ ਹੈ, ਹਰ ਥਾਂ ਤੇ ਚੰਗੇ ਮਾੜੇ ਲੋਕ ਹੁੰਦੇ, ਲੇਕਿਨ ਵਨ ਮੈਨ ਵਿਦ ਕਰੇਜ ਮੇਕਸ ਅ ਮੈਜੋਰਿਟੀ। ਇੱਕ ਆਦਮੀ ਬਹਾਦਰ ਹੋਵੇ, ਇਹੀ ਬਹਾਦਰੀ ਹੈ ਵੀ ਸੱਚ ਲੋਕਾਂ ਦੇ ਸਾਹਮਣੇ ਰੱਖੀ, ਪੰਜਾਬ ਨੂੰ ਭਟਕਣ ਨਾ ਦੇਈ। ਐਂਡ ਆਈ ਐਂਡ ਮਾਈ ਟਾਕ ਬਾਈ ਸੇਇੰਗ, ਕਿਉਂਕਿ ਟਾਈਮ ਲੰਬਾ ਹੋ ਗਿਆ ਤੇ ਚੱਲੀ ਜਾਊਗਾ, ਮੈਂ ਪਛੜਨ ਵਾਲਾ ਨਹੀਂ, ਮੈਂ ਪਿੱਛੇ ਹਟਣ ਵਾਲਾ ਨਹੀਂ। ਤੁਸੀਂ ਸਵਾਲ ਛੱਡੀ ਜਾਣੇ ਤੇ ਮੈਂ ਜਵਾਬ ਦੇਈ ਜਾਣੇ ਆ। ਮੈਂ ਆਖਰੀ ਲਾਈਨ ਇੱਕ ਕਹਿਣ ਵਾਲਾ ਤੇ ਐਂਡ ਇਟ ਸਰ, ਉਸ ਤੋਂ ਬਾਅਦ ਤੁਸੀਂ ਆਪਦੀ ਕੋਈ ਗੱਲ ਕਰਿਓ। ਮੈਂ ਇੱਕ ਆਖਰੀ ਲਾਈਨ ਕਹਿਣ ਵਾਲਾ, ਚਲੋ 2 ਸਵਾਲ ਹੋਰ ਲੈ ਲਾਂਗੇ, ਕੋਈ ਗੱਲ ਨਹੀਂ ਭਾਜੀ, ਮੈਂ ਭੱਜਣ ਵਾਲਾ ਬੰਦਾ ਹੀ ਨਹੀਂ ਹੈ, ਬਿੱਟ ਦਿਖਾਉਣ ਵਾਲਾ ਬੰਦਾ ਹੀ ਨਹੀਂ। ਮੈਂ ਆਖਰੀ ਲਾਈਨ ਤੁਹਾਨੂੰ ਕਹਿਣ ਵਾਲਾ, ਇਹਨੂੰ ਮੈਂ ਰਿਪੀਟ ਕਰਦਾ ਰਹਿਣਾ, ਭਾਵੇਂ ਤੁਸੀਂ ਰਾਮ ਦਾ ਨਾਮ ਹੋਵੇ, ਭਾਵੇਂ ਵਾਹਿਗੁਰੂ ਹੋਵੇ, ਜਿੰਨੀ ਵਾਰ ਰਿਪੀਟ ਕਰੀਏ ਨਾ ਉਹਨਾਂ ਫਲਦਾ ਹੈ, ਉਹਨਾਂ ਲੱਗਦਾ ਹੈ। ਇਹ ਇਲੈਕਸ਼ਨ ਅਗਲੀ ਇਲੈਕਸ਼ਨ ਲਈ ਨਹੀਂ ਹੈ ਭਾਜੀ, ਇਹ ਇਲੈਕਸ਼ਨ ਅਗਲੀ ਇਲੈਕਸ਼ਨ ਲਈ ਨਹੀਂ ਹੈ, ਇਹ ਇਲੈਕਸ਼ਨ ਸਾਡੀ ਅਗਲੀ ਪੀੜ੍ਹੀ ਦੇ ਲਈ। This is an election for our next generation next। ਅਸੀਂ ਕੀ ਦੇ ਕੇ ਜਾਂਦੇ ਹਾਂ, ਸਾਡੇ ਜ਼ਿਹਨ 'ਚ ਕੀ ਹੈ, ਇਹੀ ਇਸ ਇਲੈਕਸ਼ਨ ਦਾ ਮਕਾਮ। ਹੈਲੋ ਸਰ, ਮੇਰਾ ਨਾਮ ਬਿੰਦੂ ਸਿੰਘ ਹੈ, ਮੈਂ ਗਲੋਬਲ ਪੰਜਾਬ ਟੀਵੀ ਤੋਂ ਹਾਂ। ਮੈਂ ਤੁਹਾਡਾ ਸਾਰਾ ਪ੍ਰੋਗਰਾਮ ਬਹੁਤ ਸ਼ਿੱਦਤ ਨਾਲ ਸੁਣਿਆ। ਕਈਆਂ ਨੇ ਆਪਣੀਆਂ ਚਿੰਤਾਵਾਂ ਇੱਥੇ ਰੱਖੀਆਂ, ਕਈਆਂ ਨੇ ਆਪਣੇ ਸਵਾਲ ਰੱਖੇ ਜੀ। ਤੁਸੀਂ ਕਿਹਾ ਕਿ 17 ਸਾਲ ਤੋਂ ਤੁਸੀਂ ਇਹ ਘਾਲਣਾ ਜਿਹੜੀ ਘਾਲ ਰਹੇ ਹੋ ਪੰਜਾਬ ਦੇ ਲਈ, ਤੇ ਉਹਦੇ ਨਾਲ ਇੱਕ ਗੱਲ ਤੁਸੀਂ ਕੀਤੀ ਕਿ ਭੇਡਾਂ ਦੇ ਅੱਗੇ ਜੇ ਸ਼ੇਰ ਦਾ ਮੂੰਹ ਲਾ ਦਿੱਤਾ ਜਾਏ, ਬੱਬਰ ਸ਼ੇਰ ਚਾਹੀਦਾ ਜਿਹੜਾ ਕਿ ਪੰਜਾਬ ਨੂੰ ਬਚਾ ਸਕੇ। ਤੁਸੀਂ 17 ਸਾਲ ਦੇ ਜਿਹੜੇ ਇੱਕ ਘਾਲਣਾ 17 ਇਅਰਸ ਹੋ ਗਏ ਤੁਹਾਨੂੰ ਘਾਲਦੇ ਹੋਏ, ਉਹਦੇ ਬਾਅਦ ਜਿਹੜਾ ਬੱਬਰ ਸ਼ੇਰ ਦਾ ਚਿਹਰਾ ਤੁਸੀਂ ਕਦੋਂ ਦੱਸੋਗੇ ਕਿ ਉਹ ਕੌਣ ਹੋ ਸਕਦਾ ਹੈ ਸਾਰੇ ਪੰਜਾਬ 'ਚੋਂ? ਬਹੁਤ ਵੱਡੀ ਗੱਲ ਹੈ। ਦੇਖੋ ਮੈਡਮ, ਇੱਥੇ ਬੱਬਰ ਸ਼ੇਰ ਉਹ ਨਹੀਂ ਹੈ ਕਿ ਜਿਹੜਾ ਆ ਕੇ ਪਾਂਚੇ ਮਾਰੀ। ਬੱਬਰ ਸ਼ੇਰ ਉਹੀ ਹੈ ਜਿਹਦੇ 'ਚ ਜੁਰਤ ਹੋਵੇ। There are 2 lines that I was taught when I was young. ਕਿ when in doubt, walk the path of truth। ਜੇ ਮਨ 'ਚ ਦਵੰਦ ਹੋਵੇ, ਮੇਰਾ ਪਿਓ ਕਹਿੰਦਾ ਹੁੰਦਾ ਸੀ, ਬੇਟਾ ਜੇ ਮਨ 'ਚ ਦਵੰਦ ਹੋਵੇ, ਸੱਚ ਦੇ ਰਸਤੇ ਤੁਰੀ, ਕੰਡੇ ਹੋਣ ਤੁਰ ਜੀ, ਕੰਡੇ ਮਖਮਲ ਬਣ ਜਾਣਾ। ਝੂਠ ਦੇ ਰਸਤੇ ਤੇ ਸ਼ਾਰਟਕਟ ਹੁੰਦਾ, ਮਖਮਲ ਪਿਆ ਹੋਊਗਾ ਪਰ ਅੱਗੇ ਖਾਈ ਆਊ, ਚੁੱਕਣ ਵਾਲਾ ਕੋਈ ਨਹੀਂ ਹੋਣਾ, ਹੱਡੀਆਂ ਵੀ ਨਹੀਂ ਲੱਭਣੀਆਂ। ਇੱਕ when in doubt, walk the path of truth। ਚੁਰਾਹੇ ਤੇ ਖੜਾ ਹੋਵਾਂ, ਦੁਰਾਹੇ ਤੇ ਖੜਾ ਹੋਵਾਂ, ਦੇਖਦਾ ਸੱਚ ਦਾ ਰਸਤਾ ਕਿੱਧਰ ਹੈ। ਇਹ ਨਹੀਂ ਦੇਖਦਾ ਵੀ ਰੋੜੇ ਨੇ, ਕੰਡੇ ਨੇ, ਕੀ ਹੈ, ਤੁਰਦਾ ਉਸ ਸੱਚ ਦੇ ਰਸਤੇ ਤੇ ਬਾਬੇ ਦੀ ਗੱਲ ਨੂੰ ਯਾਦ ਰੱਖਦਾ, ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਂ। ਠੀਕ ਹੈ ਜੀ। ਦੂਜੀ ਚੀਜ਼ ਆ ਗਈ, ਨੈਵਰ ਕੰਪਰੋਮਾਈਜ਼ ਔਨ ਮੋਰਲ ਵੈਲਿਊਜ਼। ਨੈਤਿਕਤਾ ਨਾਲ ਕੋਈ ਸਮਝੌਤਾ ਨਹੀਂ ਕਰਨਾ ਤੇ ਦੁਨੀਆ 'ਚ ਤੈਨੂੰ ਕੋਈ ਹਰਾ ਨਹੀਂ ਸਕੂਗਾ। 7 ਸਾਲ ਦੀ ਉਮਰ 'ਚ ਬੱਲਾ ਫੜਿਆ ਸੀ ਤੇ 57 ਦਾ ਹੋਊਗਾ, ਅੱਜ ਤੱਕ ਹਾਰ ਹੀ ਨਹੀਂ ਹੋਈ ਮੈਡਮ। ਗਿਆਨੀ ਜ਼ੈਲ ਸਿੰਘ ਦੀ ਗੋਦੀ 'ਚ ਮੇਰਾ ਪਿਓ ਡੀਸੀਸੀ ਪ੍ਰੈਜ਼ੀਡੈਂਟ, ਉਦੋਂ ਡੀਸੀਸੀ ਪ੍ਰੈਜ਼ੀਡੈਂਟ ਦੀ ਏਡੀ ਤਾਕਤ ਹੁੰਦੀ ਸੀ। ਐਮਐਲਏ, ਐਮਐਲਸੀ, ਐਡਵੋਕੇਟ ਜਨਰਲ ਦਰਬਾਰਾ ਸਿੰਘ ਜੀ ਦੀ ਮਿਨਿਸਟਰੀ 'ਚ 1942 'ਚ ਕਾਂਗਰਸ ਜੁਆਇਨ ਕੀਤੀ। ਹੀ ਵਾਸ ਸੈਂਟੈਂਸ ਟੂ ਡੈਥ। ਆ ਕੇ ਟੌੜਾ ਸਾਹਿਬ ਨੂੰ 2 ਵਾਰ ਹਰਾਇਆ, ਐਮਐਲਏ ਵੀ ਤੇ ਐਮਐਲਸੀ ਵੀ। ਉਹ ਗਿਆਨੀ ਜੀ ਨਾਲ ਬੜੀ ਬਣਦੀ ਹੁੰਦੀ ਸੀ, ਲੜਾਈਆਂ ਵੀ ਹੋ ਜਾਂਦੀਆਂ ਹੁੰਦੀਆਂ ਸੀ। ਤੇ ਉਹ ਗਿਆਨੀ ਜ਼ੈਲ ਸਿੰਘ ਮੈਨੂੰ ਗੋਦੀ 'ਚ ਬਿਠਾ ਕੇ ਗੱਲ ਕਰ ਰਿਹਾ ਮੇਰੇ ਪਿਓ ਨਾਲ, ਕਹਿੰਦਾ ਭਗਵਾਨ ਸਿਆ, ਤੇ ਮੇਰੇ ਵੱਲ ਦੇਖਦਾ ਏਦਾਂ, ਉਹ ਤੂੰ ਵੀ ਸੁਣ ਲਾ ਉਹ ਛੋਟੂ, ਮੈਂ ਉੱਤੇ ਦੇਖ, ਤੂੰ ਵੀ ਸੁਣ ਲੈ ਛੋਟੂ, ਕੰਮ ਦੀ ਗੱਲ ਹੈ। ਭਗਵਾਨ ਸਿਆ, ਰਾਜਨੀਤੀ ਚਲਾਕੀ ਦੀ ਨਹੀਂ, ਲੋਮੜੀ ਭਾਵੇਂ ਕਿੰਨੀ ਵੀ ਚਲਾਕ ਹੋ ਜਾਏ, ਜੰਗਲ ਦਾ ਰਾਜਾ ਸ਼ੇਰ ਹੁੰਦਾ, ਕਿਉਂਕਿ ਸ਼ੇਰ 'ਚ ਜੁਰਤ ਹੁੰਦੀ ਹੈ। ਰਾਜਨੀਤੀ ਜੁਰਤ ਦੀ ਹੈ ਮੈਡਮ, ਔਰ ਜੁਰਤ ਉਸੇ 'ਚ ਹੁੰਦੀ ਹੈ ਜਿਹਦੇ 'ਚ ਇਮਾਨਦਾਰੀ ਹੋਵੇ, ਜਿਹਦੇ ਕੋਲ ਮੋਰਲ ਅਥਾਰਟੀ, ਜਿਹਦੀ ਮੈਂ ਗੱਲ ਕਰਦਾ, ਨੈਤਿਕਤਾ ਦੀ ਤਾਕਤ ਹੋਵੇ, ਜਿਹਦੀ ਕੋਈ ਦੀ ਬਾਂਹ ਨਾ ਮਰੋੜੇ। ਇੱਥੇ ਤੇ ਮੁੱਖ ਮੰਤਰੀਆਂ ਨੂੰ ਰਬੜ ਦੇ ਗੁੱਡੇ ਵਾਂਗ ਨਚਾਇਆ ਸੈਂਟਰ ਦੀ ਸਰਕਾਰ, ਰਬੜ ਦਾ ਗੁੱਡਾ ਚਾਬੀ ਦੇ ਕੇ ਛੱਡਿਆ ਹੁੰਦਾ ਜੀ, ਆਪਣੇ ਟਰਸਟਾਂ ਨੂੰ ਬਚਾਉਣ ਖਾਤਰ ਸੂਬਾ ਵੇਚ ਛੱਡਿਆ। ਇਹੀ ਉਹ ਚਾਹੁੰਦੇ ਨੇ, ਕਮਜ਼ੋਰ ਮੁੱਖ ਮੰਤਰੀ। ਤੇ ਜਿਹੜਾ ਦਹਾੜ ਮਾਰਨ ਵਾਲਾ ਬੰਦਾ ਹੁੰਦਾ ਨਾ, ਸੱਚ ਤੇ ਖੜਾ ਹੁੰਦਾ, ਉਹ ਕਮਜ਼ੋਰ ਨਹੀਂ ਹੁੰਦਾ। ਉਹ ਜੇ ਗੱਲ ਕਰੂ ਤੇ ਪੰਜਾਬ ਦੀ ਕਰੂ, ਜਿਉ ਪੰਜਾਬ ਮਰੂ ਪੰਜਾਬ, ਉਹ ਤੋਂ ਡਰਦੇ। ਇਸ ਕਰਕੇ ਸ਼ੇਰ ਤੇ ਉਹ ਹੈ ਜਿਹੜਾ ਸੱਚੀ ਗੱਲ ਕਰ ਸਕੇ, ਸ਼ੇਰ ਤੇ ਉਹ ਹੈ ਜਿਹੜਾ ਰੋਡ ਮੈਪ ਦੇ ਸਕੇ, ਸ਼ੇਰ ਤੇ ਉਹ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰੀ ਲਈ ਬਦਲ ਸਕੇ ਔਖੇ ਵੇਲੇ। ਮੈਨੂੰ ਤਾਂ ਤੁਸੀਂ ਰਾਤ ਤੱਕ ਭਾਈ ਰੱਖੋ, ਮੈਨੂੰ ਤਾਂ ਕੋਈ ਰੌਲਾ ਨਹੀਂ ਹੈ, ਪਰ ਹੁਣ ਤੁਸੀਂ ਦੇਖ ਲਓ
ਵੀ ਇੰਨਾ ਕੋਈ ਪੋਲੀਟੀਸ਼ੀਅਨ ਬੈਠ ਸਕਦਾ ਤੁਹਾਡੇ ਨਾਲ? ਸਰ ਬੋਲਦਾ ਪੰਜਾਬ ਦੇ ਵਿੱਚ ਤੁਹਾਡਾ ਧੰਨਵਾਦ। ਇੱਕ ਸਾਡੀ ਰਿਕੁਐਸਟ ਹੈ ਤੁਹਾਡੇ ਸਾਹਮਣੇ। ਰਿਕੁਐਸਟ ਇਹ ਹੈ ਕਿ 2 ਵਿਧਾਨ ਸਭਾ ਦੇ ਵਿੱਚ ਮਤੇ ਪਾਸ ਹੋਏ ਚੰਡੀਗੜ੍ਹ ਦੇ ਲੈਵਲ ਦੇ ਉੱਤੇ, ਅਕਾਲੀ ਸਰਕਾਰ ਵੇਲੇ ਵੀ ਹੋਇਆ, ਕਾਂਗਰਸ ਸਰਕਾਰ ਵੇਲੇ ਵੀ ਹੋਇਆ। ਇਹ ਦੋਨੇ ਮਤੇ ਇਹ ਸੀ ਕਿ ਪੰਜਾਬ ਦੇ ਜਾਇਆਂ ਨੂੰ ਚੰਡੀਗੜ੍ਹ ਦੇ ਵਿੱਚ ਅੱਜ 0% ਨੌਕਰੀ ਹੈ। ਇਹਦੇ ਉੱਤੇ ਦੋਨਾਂ ਸਰਕਾਰਾਂ ਨੇ ਮਤੇ ਪਾਸ ਕੀਤੇ, ਲੇਕਿਨ ਅੱਗੇ ਗੱਲ ਨਹੀਂ ਚੱਲੀ। ਤੇ ਅਸੀਂ ਸਮਝਦੇ ਹਾਂ ਕਿ ਜਿਸ ਸ਼ਖਸ ਨੂੰ ਅਸੀਂ ਅੱਗੇ ਦੇਖ ਰਹੇ ਹਾਂ ਕਿ ਉਹਦਾ ਰੋਡ ਮੈਪ ਇਸ ਮੁੱਦੇ ਦੇ ਉੱਤੇ ਕੀ ਹੋਏਗਾ ਕਿ ਪੰਜਾਬ ਦੇ ਜਾਏ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਨੌਕਰੀ ਕਰਨਗੇ ਅੱਜ ਦੇ ਦਿਨ, ਜਿਸ ਤਰ੍ਹਾਂ 0% ਤੇ ਹੈ, ਜਦ ਕਿ 40 ਤੇ 60% ਦੀ ਰੇਸ਼ੋ ਹੈ। ਇਹ ਪੈਕਟ ਹੋਇਆ ਸੀ ਭਾਜੀ, ਕੱਲੇ ਪੰਜਾਬ ਦੇ ਜਾਏ ਨਹੀਂ, ਪੰਜਾਬੀ ਜ਼ੁਬਾਨ ਮੇਰੀ ਮਾਂ ਹੈ, ਉਹ ਪੰਜਾਬੀ ਜ਼ੁਬਾਨ। ਇੱਕ ਗੱਲ ਨੂੰ ਯਾਦ ਰੱਖਿਓ, ਪੰਜਾਬੀ ਜ਼ੁਬਾਨ ਵੀ ਤੇ ਉਹ 60-40 ਵਾਲੀ ਰੇਸ਼ੋ ਵੀ। ਤਾਕਤ ਹੋਈ ਇੰਚ ਨਹੀਂ ਹਿੱਲਣ ਦਊ, ਇੰਚ ਨਹੀਂ ਹਿੱਲਣ ਦਊ। ਜ਼ੁਰਤ ਚਾਹੀਦੀ ਹੈ ਸੱਚ ਤੇ ਪਹਿਰਾ ਦੇਣ ਦੇ ਲਈ, ਇੰਚ ਨਹੀਂ ਹਿੱਲਣ ਦਊ। ਔਰ ਇਹ ਉਹੀ ਕਰ ਸਕਦਾ ਜਿਹਦੇ ਕੋਲ ਲੋਕਾਂ ਦੀ ਤਾਕਤ ਹੋਵੇ। ਸਿੱਧੂ ਕੀ ਹੈ? ਅੱਖ ਨਹੀਂ। ਜਦੋਂ ਐਮਐਲਏ ਨਹੀਂ ਸੀ ਕਦੇ ਨਹੀਂ ਸੀ ਬੋਲਿਆ, ਫਾਇਦਾ ਨਹੀਂ ਉਹਦਾ। ਜਦੋਂ 2 ਲੱਖ ਬੰਦਿਆਂ ਨੇ ਤਾਕਤ ਦਿੱਤੀ, ਠੋਕ ਦੇਣਾ ਸਭ। ਲੋ ਭਾਜੀ, ਲਾਸਟ ਕੁਐਸਚਨ ਫਰਮ ਯੂ। ਆਈ ਨੀਡ ਯੋਰ ਕੁਐਸਚਨ। ਹਾਂਜੀ, 1 ਮਿੰਟ ਲਾਸਟ। ਮੈਂ ਸਿਰਫ ਇੰਨੀ ਗੱਲ ਕਹਿਣੀ ਹੈ, ਤੁਹਾਡੀ ਸਾਰੀ ਗੱਲ ਦੇ ਵਿੱਚੋਂ ਤੁਹਾਡੀ ਕਮਿਟਮੈਂਟ ਟੁਵਰਡਸ ਦ 2 ਪੀਪਲ ਦੈਟ ਯੂ ਮੈਂਸ਼ਨ, ਉਹਦੇ ਤੇ ਕੋਈ ਕਿੰਤੂ ਪਰੰਤੂ ਹੋ ਨਹੀਂ ਸਕਦੀ, ਸਾਨੂੰ ਪਤਾ ਜੀ। ਤੁਹਾਡਾ ਲੈਵਲ ਜੋ ਹੈ ਉਹ ਸਪਿਰਿਚੁਅਲੀ ਇੰਨਾ ਸਟਰੋਂਗ ਹੈ ਕਿ ਤੁਸੀਂ ਕਹਿ ਕੇ ਮੁਕਰਨਾ ਤਾਂ ਹੈ ਨਹੀਂ ਜੀ, ਇਹ ਸਾਨੂੰ ਪਤਾ। ਮੈਂ ਪ੍ਰਿਜ਼ਨ ਦੇ ਉੱਤੇ ਬੈਠਾ ਵੇਖਣਾ ਚਾਹੁੰਦਾ ਤੁਹਾਨੂੰ। ਇਹ ਬਹਾਨੇ ਨਹੀਂ ਚੱਲਣੇ ਕਿ ਮੈਨੂੰ ਕਿਤੇ ਬਹਾ ਦੇਣਗੇ, ਮੈਂ ਕੰਮ ਕਰ ਦੂੰਗਾ। ਬੈਠਣਾ ਪ੍ਰਿਜ਼ਨ ਦੇ ਉੱਤੇ ਹੈ। ਜੇ ਪ੍ਰਿਜ਼ਨ ਦੇ ਉੱਤੇ ਨਾ ਬੈਠਿਆ ਨਾ, ਜੇ ਨਾ ਬੈਠਿਆ ਤੇ ਕਿਸਾਨ ਮੋਰਚਾ ਉੱਥੇ ਲੱਗੂਗਾ, ਫਿਰ ਰਾਹੁਲ ਦੇ ਪਲਾਟਾ ਦੇ ਘਰ ਦੇ ਬਾਹਰ। ਸਿੱਧੂ ਸਾਹਿਬ, ਮੇਰਾ ਲਾਸਟ ਕੁਐਸਚਨ। ਸਿੱਧੂ ਸਾਹਿਬ, ਮੇਰਾ ਲਾਸਟ। ਉਹਨਾਂ ਨੇ ਮੈਨੂੰ ਬਹੁਤ ਇੱਜ਼ਤ ਦਿੱਤੀ ਹੈ, ਉਹਨਾਂ ਨੇ ਮੈਨੂੰ ਬਹੁਤ ਬਿਨਾਂ ਮੰਗੇ ਇੱਜ਼ਤ ਦਿੱਤੀ ਹੈ। ਆ ਗਈ ਗੱਲ ਭਾਜੀ, ਲਾਸਟ ਕੁਐਸਚਨ ਜਿਹੜਾ ਉਹ ਵੀ ਮੈਡਮ ਪੁੱਛ ਰਹੇ, ਬੜੀ ਦੇਰ ਦੇ ਬੈਠੇ ਸੀਗੇ। ਗੁੱਤਾ ਜੀ ਫਿਰ ਦੁਬਾਰਾ ਚਾਹ ਦਾ ਧੰਨਵਾਦ ਕਰੋ ਸਾਰਾ। ਜੀ ਮੈਂ ਹੈਲੋ ਜੀ ਮੈਡਮ। ਜੀਰਕਪੁਰ ਤੋਂ ਤੁਹਾਡੀ ਕਾਂਗਰਸ ਕਮੇਟੀ ਦੀ ਕਾਰਜਕਰਤਾ ਹਾਂ। ਮੇਰਾ ਕੁਐਸਚਨ ਇਹ ਹੈ ਕਿ ਹੁਣ ਆਉਣ ਵਾਲੀ ਇਲੈਕਸ਼ਨਾਂ 'ਚ ਮਹਿਲਾ ਨੂੰ ਕਿੰਨੇ % ਤੁਸੀਂ ਰਿਪਰੈਜ਼ੈਂਟ ਕਰੋਗੇ ਇਸ ਟਾਈਮ ਪੰਜਾਬ ਵਿੱਚ? ਦੱਸੋ। ਦੇਖੋ, ਇੱਕ ਬੜੀ ਸਿੰਪਲ ਜੀ ਪਹਿਲ ਕੀਤੀ ਕਾਂਗਰਸ ਨੇ। ਦੇਖੋ, ਲੋਕ ਗੱਲਾਂ ਕਰਦੇ ਆ ਵੂਮਨ ਐਮਪਾਵਰਮੈਂਟ ਤਾਂ ਘਰ 'ਚ ਸ਼ੁਰੂ ਹੁੰਦੀ ਹੈ, ਸਮਝੋ ਨਹੀਂ, ਘਰ 'ਚੋਂ ਸ਼ੁਰੂ ਹੁੰਦੀ ਹੈ। ਲੇਕਿਨ ਅਗਰ ਕਾਂਗਰਸ ਵਾਲੇ ਘਰ ਨੂੰ ਦੇਖਾਂ ਤੇ 50% ਮਿਊਨਿਸਪਲ ਕਮੇਟੀਆਂ ਦੇ ਵਿੱਚ ਇਹ ਪਹਿਲੀ ਵਾਰ ਇਤਿਹਾਸ ਰਚਿਆ। ਸੋਨੀਆ ਜੀ ਦੇ ਆਦੇਸ਼ ਦੇ ਉੱਤੇ ਅਸੀਂ 50% ਰਿਜ਼ਰਵੇਸ਼ਨ। ਪ੍ਰਿਯੰਕਾ ਜੀ ਨੇ ਅੱਜ 40% ਔਰਤਾਂ ਨੂੰ ਯੂਪੀ ਦੇ ਵਿੱਚ ਇਹ ਮਾਨਤਾ ਦਿੱਤੀ। ਤੇ ਜੇ ਮੇਰੀ ਇਕੱਲੇ ਦੀ ਮੰਨਦੇ ਹੋਣ ਤੇ ਮੈਂ 40 ਦਾ 45 ਕਰ ਦਿੰਦਾ। ਸਾਡੀ ਲੀਡਰ ਹੈ, ਮੈਨੂੰ ਤਾਂ ਕੋਈ ਇਹਦੇ 'ਚ ਦਿੱਕਤ ਹੀ ਕਿਉਂ ਨਹੀਂ, ਕਿਉਂਕਿ ਬਰਾਬਰੀ ਦਾ ਹਿੱਸਾ ਹੈ, ਬਰਾਬਰੀ ਦਾ ਹਿੱਸਾ ਹੈ। ਐਜੂਕੇਸ਼ਨ ਦੇ ਵਿੱਚ ਵੀ 10% ਘੱਟ ਹੈ ਔਰਤਾਂ ਨੂੰ। ਦੁੱਖ ਹੁੰਦਾ ਮੈਨੂੰ ਇਸ ਗੱਲ। ਗੁਰੂ ਨਾਨਕ ਸਾਹਿਬ ਦੀ ਬਾਣੀ, ਸੋ ਕਿਉਂ ਮੰਦਾ ਆਖੀ ਇਤ ਜੰਮੇ ਰਾਜਾਨ। ਇਸ ਕਰਕੇ ਮੈਂ ਤੇ ਪਹਿਲੇ ਦਿਨ ਤੋਂ ਮੰਨਦਾ, ਭਾਵੇਂ ਘਰ ਹੋਵੇ, ਜਿਸ ਘਰ ਦੇ ਵਿੱਚ ਔਰਤ ਨੂੰ ਇੱਜ਼ਤ ਮਿਲਦੀ ਹੈ, ਔਰਤ ਖੁਸ਼ ਹੈ, ਉੱਥੇ ਬਰਕਤ। ਤੇ ਜਿਸ ਸਮਾਜ ਦੇ ਵਿੱਚ ਔਰਤ ਨੂੰ ਬਰਾਬਰੀ ਦਾ ਹਿੱਸਾ ਮਿਲਦਾ, ਉਸ ਸਮਾਜ ਦੇ ਵਿੱਚ ਵੀ ਬਰਕਤ ਹੈ। ਮੈਂ ਤੇ ਇਸ ਗੱਲ ਨੂੰ ਪਹਿਲੇ ਦਿਨ ਦਾ ਮੰਨਦਾ। ਮੈਂ ਜੋ ਕੁਝ ਹਾਂ ਅੱਜ ਤੁਸੀਂ ਲਿਖ ਲਓ ਇਸ ਗੱਲ ਨੂੰ, ਮੇਰੀ ਭੈਣ ਕਰਕੇ, ਮੇਰੀ ਮਾਂ ਕਰਕੇ, ਜਿਹੜੀ ਮੇਰੀ ਪਹਿਲੀ ਗੁਰੂ ਸੀ, ਉਹਦੇ ਕਰਕੇ। ਇਸ ਕਰਕੇ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹਾਂ। ਮੇਰਾ ਕੋਈ ਉਹ ਨਹੀਂ, ਪਰ ਡੈਮੋਕ੍ਰੈਟਿਕ ਡਿਸੀਜਨਸ ਨੇ। ਸਿੱਧੂ ਸਾਹਿਬ ਜੀ, ਸਿੱਧੂ ਸਾਹਿਬ, ਅਰੇ ਯਾਰ ਹੁਣ ਬਸ ਸਿੱਧੂ ਸਾਹਿਬ ਮੇਰਾ ਭਾਰਦਵਾਜ ਸਾਹਿਬ ਲਾਸਟ ਸਵਾਲ ਕਰ ਲਓ, ਆਪਾਂ ਖਤਮ ਕਰ ਰਹੇ ਹਾਂ। ਸੀਨੀਅਰ ਜਰਨਲਿਸਟ ਹੈ ਭਾਰਦਵਾਜ ਸਾਹਿਬ, ਤੁਸੀਂ ਲਾਸਟ ਸਵਾਲ ਕਰ ਲਓ। ਸਿੱਧੂ ਸਾਹਿਬ, ਅਨਿਲ ਭਾਰਦਵਾਜ, ਡੇਲੀ ਵਰਲਡ ਤੋਂ। ਸਿੱਧੂ ਸਾਹਿਬ, ਪਿਛਲੇ ਜਿਹੜੀਆਂ ਚੋਣਾਂ ਹੋਈਆਂ 2017 ਚ 4 ਜਨਵਰੀ ਨੂੰ ਕੋਡ ਲੱਗਿਆ ਸੀ। ਉਮੀਦ ਹੈ ਕਿ ਵੀ ਸ਼ਾਇਦ ਉਹਦੇ ਨੇੜੇ ਤੇੜੇ ਕਿਤੇ ਲੱਗੂਗਾ। 2 ਚੀਜ਼ਾਂ ਹੈਗੀਆਂ। ਇੱਕ ਤਾਂ ਤੁਸੀਂ ਪਹਿਲਾਂ ਥੋੜਾ ਜਿਹਾ ਜਵਾਬ ਦੇ ਦਿੱਤਾ, ਤੁਹਾਡਾ ਆਰਗੇਨਾਈਜੇਸ਼ਨ ਸਟਰਕਚਰ ਹੈ,
ਉਹ ਕਿੱਥੇ ਗਏ ਜੀ? ਉਹ ਉਸ ਟਾਈਮ ਤੱਕ ਤਿਆਰ ਹੋ ਜਾਏਗਾ, ਉਹਦਾ ਤੁਸੀਂ ਪਹਿਲਾਂ ਥੋੜਾ ਜਿਹਾ ਜਵਾਬ ਦੇ ਚੁੱਕੇ ਨਹੀਂ, ਨੇ। ਮੈਂ ਦੇ ਚੁੱਕਿਆ ਜੀ, ਉਹ ਹਾਂ। ਆਰਗੇਨਾਈਜੇਸ਼ਨ ਸਟਰਕਚਰ ਮੈਂ ਦੇ ਚੁੱਕਿਆ, ਹਰ ਚੀਜ਼ ਬਣੀ ਹੋਈ ਹੈ, ਉਹਨਾਂ ਨੇ ਕਲੀਅਰ ਕਰਨਾ, ਜੇ ਕਰਨਗੇ ਠੀਕ ਹੈ, ਨਹੀਂ ਕਰਨਗੇ ਤਾਂ ਵੀ ਠੀਕ ਹੈ ਜੀ। ਦੂਜਾ, ਇੱਕ ਜਦੋਂ ਤੁਸੀਂ ਪ੍ਰਧਾਨ ਬਣੇ, ਮੈਕੈਨਿਜ਼ਮ ਤੁਸੀਂ ਬਣਾਇਆ ਸੀ ਕਿ ਮੰਤਰੀ ਜਿਹੜੇ ਆ ਉਹ ਵਾਰੀ-ਵਾਰੀ ਪੀਬੀਸੀਸੀ ਦਫ਼ਤਰ ਬੈਠਿਆ ਕਰਨਗੇ। ਉਹ ਬੈਠਦੇ ਸੀ ਜੀ, ਉਹ ਬੜੀ ਦੇਰ 2 ਮਹੀਨੇ ਬੈਠੇ। ਇਸ ਟਾਈਮ ਕੀ ਪੋਜੀਸ਼ਨ ਹੈ ਜੀ? ਕਿਉਂਕਿ ਇਸ ਟਾਈਮ ਇਲੈਕਸ਼ਨ ਦਾ ਮਾਹੌਲ ਹੈ, ਇਸ ਟਾਈਮ ਇਲੈਕਸ਼ਨ ਦਾ ਮਾਹੌਲ ਹੈ, ਕਾਰਜਕਰਤਾ ਵੀ ਆਪਦੀ ਕਨਸਟੀਚੁਐਂਸੀ ਦੇ ਵਿੱਚ ਹੈ, ਐਮਐਲਏ ਵੀ ਆਪਦੀ ਕਨਸਟੀਚੁਐਂਸੀ 'ਚ ਹੈ। ਹਰੇਕ ਨੂੰ ਇਹ ਕਿਹਾ ਗਿਆ ਕਿ ਤੁਸੀਂ ਚੰਡੀਗੜ੍ਹ ਘੱਟ ਰਹਿਣਾ ਹੈ ਔਰ ਤੁਸੀਂ ਆਪਣੀ ਕਨਸਟੀਚੁਐਂਸੀ ਦੇ ਵਿੱਚ ਜ਼ਿਆਦਾ ਰਹਿਣਾ ਹੈ। ਹਰ ਚੀਜ਼ ਵਕਤ ਦੇ ਅਨੁਸਾਰ ਹੁੰਦੀ ਹੈ ਭਾਈਜਾਨ। ਉਦੋਂ 8-10 ਮਹੀਨੇ ਪਏ ਸੀ, ਠੀਕ ਹੈ, 6-7 ਮਹੀਨੇ ਪਏ ਸੀ, ਅੱਜ 1.5 ਮਹੀਨਾ ਰਹਿ ਗਿਆ, ਕਦੇ ਵੀ ਕੋਰਟ ਲੱਗ ਸਕਦਾ। ਇਸ ਪਰਿਸਥਿਤੀ ਦੇ ਵਿੱਚ ਸਿਚੁਏਸ਼ਨ ਚੇਂਜ ਕਰਦੇ ਹੋਏ ਅਸੀਂ ਨਿਰਦੇਸ਼ ਦਿੱਤੇ ਹੈ ਹਰੇਕ ਐਮਐਲਏ ਨੂੰ ਵੀ ਆਪਣੀ ਕਨਸਟੀਚੁਐਂਸੀ ਜਿਹੜੇ ਚੰਡੀਗੜ੍ਹ ਘੱਟ ਆਵੇ, ਤੇ ਇਹੀ ਬਦਲ ਜਾਏਗਾ। ਅਗਰ ਸਰਕਾਰ ਬਣਦੀ ਹੈ ਤੇ ਫਿਰ ਜ਼ਿਆਦਾ ਚੰਡੀਗੜ੍ਹ ਆਏਗਾ, ਕਿਉਂਕਿ ਕੰਮ ਇੱਥੋਂ ਹੋਣੇ ਸੈਂਟਰ 'ਚ। ਬਹੁਤ ਬਹੁਤ ਧੰਨਵਾਦ ਸਰ।